बोले सोनिहार सत श्री अकाल। ध्यान किश कर्म न जाना, सार न जाना तेरी। सब ते वड्डा सतगुरु नानक, जिन कल राखी मेरी। बाणी गुरु गुरु है बाणी, विच बाणी अमृत सारे। गुरबाणी कहे सेवक जन मानै, प्रतख गुरु निस्तारे। सतनाम श्री वाहिगुरु साहिब जी। आषाढ़ तपंदा तिस लगै, हर नाहो न जिन्ना पास। आषाढ़ तपंदा तिस लगै, हर नाहो न जिन्ना पास। जग जीवन पुरख त्याग कै, मानस संधि आस। दोए भाइब गुचिए, गल पई सो जम की फास। जिहा बीजे सो लुणै, मथै जो लिखियास। रैण विहाणी पछताणी, उठ चली गई निरास। जिनको साधु भेटिया, सो दरगह होए खलास। कर कृपा प्रभ अपनी, तेरे दर्शन होए प्यास। प्रभ तुद बिन दूजा को नहीं, नानक की अरदास। आषाढ़ सुहंदा तिस लगै, जिस मन हर चरण निवास। आषाढ़ सुहंदा तिस लगै, जिस मन हर चरण निवास। वाहिगुरु जी का खालसा, वाहिगुरु जी की फतेह। गुरु रूप गुरु खालसा साध संगत जी, सतगुरु पातशाह ने साडे ते तरस कीता, साडे ते कृपा कीती है। आपां गुरु के चरणों में आकर के अपने जीवन के पलों को सफला कर रहे हैं। लेकिन गुरद्वारे विच भी भावना के मुताबिक फल मिलेगा, क्योंकि एक पासे ये गुरु का सिख गुरु के लंगर के भांडे मांजदा है, एक पासे वो भी लोग ने जिहड़े जेबां कदर नहीं आउणगे। आए दोवें गुरुद्वारे विच ने, लेकिन बात कर्मां के मुताबिक मिलेगी। अज कुदरती तौर पर संगरांद का दिहाड़ा है, ते आम करके मेरा भी पिंड का जन्म है। वहम सी भी बीबियां ने कहना किसी मर्द के मूँह महीने का ना सुनिए, ये मैं अपने बचपन में वेख्या। गुरमुखो
ਨਾ ਬੰਦੇ ਦੇ ਮੂੰਹੋਂ ਸੁਣਿਆ ਗੱਲ ਪਾਸ ਹੋਣੀ ਹੈ, ਨਾ ਬੀਬੀ ਦੇ ਮੂੰਹ ਤੋਂ ਸੁਣਨ ਨਾਲ ਗੱਲ ਬਣੇਗੀ। ਗੱਲ ਤਾਂ ਬਣੇਗੀ ਜੇ ਆਪਾਂ ਗੁਰੂ ਦੇ ਮੂੰਹ ਤੋਂ ਸੁਣੀਏ, ਕਿਉਂਕਿ ਆਪਾਂ ਗੁਰੂ ਕੇ ਸਿੱਖ ਹਾਂ। ਤੋ ਗੁਰਮੁਖੋ ਸਾਡੇ ਵਡੇਰਿਆਂ ਨੇ, ਕਿਉਂਕਿ ਉਸ ਮੌਕੇ ਅੱਜ ਕੱਲ੍ਹ ਬਾਪੂ ਸਾਧਨ ਨਹੀਂ ਸਨ, ਪਰਮਾਤਮਾ ਨਾਲ ਜੁੜਨ ਵਾਸਤੇ ਵਸੀਲੇ ਬਣਾਏ, ਜਿਹਨੂੰ ਅਸੀਂ ਆਮ ਬੋਲੀ ਵਿੱਚ ਕਹਿ ਸਕਦੇ ਹਾਂ ਕਿ ਉਹਨਾਂ ਨੇ ਸਾਡੇ ਹਿੰਦੁਸਤਾਨ ਵਿੱਚ ਧਰਮ ਦੇ 68 ਕੇਂਦਰ ਨੀਤ ਕੀਤੇ, ਜਿਹਨੂੰ ਆਪਾਂ ਕਹਿੰਦੇ 68 ਤੀਰਥ ਸਗਲ ਪੁੰਨ। 68 ਤੋਂ ਭਾਵ 68। ਜਿਹੜਾ ਤੀਰਥ ਲਫ਼ਜ਼ ਹੈ ਨਾ, ਇਹਦੇ ਅਰਥ ਨੇ ਏਅਰਪੋਰਟ, ਇਹਦਾ ਅਰਥ ਹੈ ਬੰਦਰਗਾਹ, ਇਹਦਾ ਅਰਥ ਹੈ ਅੱਡਾ, ਭਾਵ ਕਿ ਜਿੱਥੋਂ ਜਹਾਜ਼ ਉੱਡਦੇ ਨੇ ਉਹ ਵੀ ਤੀਰਥ, ਜਿੱਥੋਂ ਬੱਸਾਂ ਚੱਲਦੀਆਂ ਨੇ ਉਹ ਵੀ ਤੀਰਥ। ਲੇਕਿਨ ਧਰਮ ਸਥਾਨਾਂ ਨੂੰ ਉਹਨਾਂ ਤੀਰਥ ਤਾਂ ਆਖਿਆ ਕਿ ਅਸੀਂ ਇਹਨਾਂ ਸਥਾਨਾਂ ਤੇ ਜਾ ਕਰਕੇ ਆਪਣੀ ਬਿਰਤੀ ਦੀ ਉਡਾਰੀ ਉੱਚੀ ਮਾਰਨੀ ਹੈ। ਜਿਹੜੀ ਸਾਡੀ ਬਿਰਤੀ ਹੈ ਨਾ, ਉਸ ਬਿਰਤੀ ਨੂੰ ਉੱਚੀਆਂ ਕਰਨ ਦਾ ਯਤਨ ਕਰਨਾ ਹੈ। ਮੈਂ ਲਫ਼ਜ਼ ਅੱਗੇ ਵੀ ਕਿਹਾ ਕਿ ਸਾਡੇ ਕੋਈ ਪੁਰਾਣੇ ਜ਼ਮਾਨੇ ਵਿੱਚ ਸਾਧਨ ਨਹੀਂ ਸਨ। ਅਸੀਂ ਪੁਰਾਤਨ ਗ੍ਰੰਥਾਂ ਦਾ ਮੁਤਾਲਿਆ ਕਰਦੇ ਹਾਂ ਤੇ ਉਹਨਾਂ ਨੇ ਮਨੁੱਖ ਦੀ ਉਮਰ ਦੇ 4 ਹਿੱਸੇ ਕੀਤੇ। ਪਹਿਲਾ ਬਾਲ ਅਵਸਥਾ, ਬ੍ਰਹਮਚਾਰੀ, ਮੁੜ ਕੇ ਗ੍ਰਸਥ ਆਸ਼ਰਮ, ਫਿਰ ਬਾਨਪ੍ਰਸਥ ਔਰ ਉਹਦੇ ਤੋਂ ਬਾਅਦ ਸੰਨਿਆਸੀ। ਇਹ 4 ਭਾਗਾਂ ਵਿੱਚ ਸਾਡੇ ਵਡੇਰਿਆਂ ਨੇ ਇਹ ਬੰਦੇ ਦੇ ਸਮੇਂ ਨੂੰ ਕਵਰ ਕੀਤਾ। ਭਾਵ 25 ਸਾਲ ਤੱਕ ਉਹਨੇ ਦੂਜਿਆਂ ਦੇ ਕੋਲੋਂ ਵਿਦਿਆ ਲੈਣੀ ਹੈ, ਸਮਝਣਾ ਹੈ। ਉਪਰੰਤ ਉਹਦੀ ਸ਼ਾਦੀ ਹੋ ਜਾਂਦੀ, ਗ੍ਰਸਥ ਕਰਦਾ, ਤੇ ਗ੍ਰਸਥ ਆਪਾਂ ਲਫ਼ਜ਼ ਕਹਿ ਦਿੰਦੇ ਪਰ ਕਦੀ ਚਿੱਥਦੇ ਨਹੀਂ। ਜਿਹੜਾ ਗ੍ਰਸਥ ਸ਼ਬਦ ਹੈ ਨਾ, ਇਹ 2 ਸ਼ਬਦਾਂ ਦਾ ਕੰਬੀਨੇਸ਼ਨ ਹੈ, ਗ੍ਰਹਿ ਤੇ ਸੱਤ। ਗ੍ਰਹਿ ਦਾ ਭਾਵ ਹੈ ਘਰ, ਤੇ ਸੱਤ ਦਾ ਭਾਵ ਹੈ ਵੀ ਘਰ ਵਿੱਚ ਰਹਿੰਦਿਆਂ ਸੱਤ ਨਾਲ ਜੁੜੇ ਰਹਿਣਾ। ਜਿਹਨੂੰ ਆਪਾਂ ਰੋਜ਼ਾਨਾ ਪਾਠ ਕਰਦੇ, ਕਹੋ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚ ਮਾਇਆ ਪਾਇਆ। ਜਿਹੜਾ ਮਾਣ ਹੰਕਾਰ ਹੈ ਨਾ, ਇਹ 8 ਪਰ ਬੰਦੇ ਦੇ ਉੱਪਰ ਆਪਣਾ ਹਮਲਾ ਕਰੀ ਰੱਖਦਾ ਹੈ। ਜਿਵੇਂ ਅੱਜ ਕੱਲ੍ਹ ਦੇ ਜ਼ਮਾਨੇ 'ਚ ਜਿਹੜਾ 4 ਅੱਖਰ ਪੜ੍ਹ ਗਿਆ ਕਹਿੰਦਾ ਮੈਂ ਬਹੁਤ ਵੱਡਾ ਗਿਆਨੀ ਆ, ਜਿਹਨੇ 4 ਪੈਸੇ ਕਿਤੇ ਗੁਰਦੁਆਰੇ ਭੇਟ ਕੀਤੇ ਕਹਿੰਦੇ ਮੈਂ ਬਹੁਤ ਵੱਡਾ ਦਾਨੀ ਆ। ਮੈਂ ਇੱਕ ਬਹੁਤ ਵੱਡਾ ਰੋਗ ਹੈ। ਇਸ ਕਰਕੇ ਉਹ ਜ਼ਮਾਨੇ ਦੇ ਵਿੱਚ ਕਈ ਲੋਕਾਂ ਨੇ ਆਖਿਆ ਜਿਹੜਾ ਗ੍ਰਸਥ ਹੈ ਨਾ, ਇਹ ਬੜਾ ਦੁਖਦਾਈ ਹੈ, ਘਰਾਂ ਨੂੰ ਛੱਡ ਕੇ ਘਰਾਂ ਚੋਂ ਬਾਹਰ ਨਿਕਲ ਗਿਆ। ਸਾਡਾ ਬਾਪੂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਹਨਾਂ ਨੂੰ ਤਾੜ ਕੇ ਕਹਿਣ ਲੱਗੇ, ਭਲਿਓ ਤੁਹਾਡਾ ਇਹ ਫਾਰਮੂਲਾ ਗਲਤ ਹੈ। ਕਿਉਂ? ਹੋਏ ਫਕੀਰ ਗ੍ਰਸਥ ਅਜ ਉਹਨੂੰ ਕੇ ਕਰ ਮੰਗਣ ਜਾਏ। ਜੇ ਤੁਸੀਂ ਕਹਿੰਦੇ ਗ੍ਰਸਥੀ ਮਾੜੇ ਨੇ ਤੇ ਉਹਨਾਂ ਦੇ ਘਰਾਂ ਚੋਂ ਮੰਗਣ ਕਿਉਂ ਜਾਂਦੇ ਨੇ? ਪੁਰਾਣੇ ਜ਼ਮਾਨੇ 'ਚ ਲੋਕਾਂ ਨੇ ਔਰਤ ਨੂੰ ਬਹੁਤ ਬੁਰੇ ਸ਼ਬਦ ਕਹੇ, ਮੇਰੀ ਜ਼ਬਾਨ ਅਲਾਓ ਨਹੀਂ ਕਰਦੀ ਕਿਉਂਕਿ ਮੈਂ ਗੁਰੂ ਕਾ ਸਿੱਖ ਹਾਂ। ਤੁਲਸੀਦਾਸ ਹਿੰਦੁਸਤਾਨ ਦਾ ਮਹਾਨ ਵਿਦਵਾਨ, ਜਿਹਦੇ ਕਈ ਘਰਾਂ ਦੇ ਵਿੱਚ ਲੋਕੀ ਲਗਾਤਾਰ ਪਾਠ ਵੀ ਕਰਾਉਂਦੇ ਨੇ, ਮੈਂ ਉਹਦਾ ਕੰਡੈਮ ਨਹੀਂ ਕਰ ਰਿਹਾ, ਲੇਕਿਨ ਉਸ ਤੁਲਸੀਦਾਸ ਨੇ ਵੀ ਔਰਤ ਦੇ ਪ੍ਰਤੀ ਇੰਨੇ ਢਿੱਲੇ ਸ਼ਬਦ ਪਏ ਨੇ ਕਿ ਜ਼ਬਾਨ ਅਲਾਓ ਨਹੀਂ ਦਿੰਦੀ। ਕੀ ਕਹਿੰਦਾ? ਪਸ਼ੂ ਗਵਾਰ ਸੂਦਰ ਅਰ ਨਾਰੀ, ਚਾਰੋਂ ਤਾੜ ਕੇ ਅਧਿਕਾਰੀ। ਪਸ਼ੂ ਨਾਲ ਤੁਲਨਾ ਕਰ ਦਿੱਤੀ। ਕਹਿੰਦਾ ਪਸ਼ੂ ਬੇਸਮਝ ਨੀਵੀਂ ਜਾਤੀ ਵਾਲਾ, ਤੇ ਔਰਤ ਕਹਿੰਦਾ ਇਹਨਾਂ ਨਾਲ ਮਿੱਠਾ ਨਾ ਬੋਲੋ, ਇਹਨਾਂ ਨੂੰ ਤਾੜ ਕੇ ਰੱਖੋ। ਤੁਲਸੀਦਾਸ ਦੀਆਂ ਪੰਕਤੀਆਂ ਮੈਂ ਫਿਰ ਰਿਪੀਟ ਕਰਾਂ। ਪਸ਼ੂ ਗਵਾਰ, ਡੰਗਰ ਆਪਾਂ ਕਹਿ ਦਿੰਦੇ ਹਾਂ ਬੋਲੀ 'ਚ, ਪਸ਼ੂ ਡੰਗਰ। ਪਸ਼ੂ ਗਵਾਰ ਸੂਦਰ ਅਰ ਨਾਰੀ, ਚਾਰੋਂ ਤਾੜ ਕੇ ਅਧਿਕਾਰੀ।
ਤੇ ਬਾਬੇ ਨਾਨਕ ਨੇ ਆਖਿਆ ਵੀ ਸਮਝੋ, ਜੇ ਔਰਤ ਏਡੀ ਮਾੜੀ ਤੇ ਔਰਤ ਨੂੰ ਜੰਮੇ ਕਿਉਂ ਜੇ? ਜੇ ਤੁਸੀਂ ਕਹਿੰਦੇ ਕਿ ਔਰਤ ਏਡੀ ਮਾੜੀ ਹੈ ਤੇ ਤੁਹਾਡੀ ਮਾਂ ਵੀ ਔਰਤ, ਵਿਆਹ ਤੁਸੀਂ ਕਰਾਏ ਨੇ, ਤੁਹਾਡੇ ਧੀ ਤਾਂ ਹੋਣੀ ਨਹੀਂ, ਪਰ ਤੁਹਾਡੀ ਭੈਣ ਵੀ ਔਰਤ, ਮਾਂ ਨੂੰ ਪਸ਼ੂ ਨਾਲ ਤੋਲੋਗੇ? ਉਹਨਾਂ ਕੋਲ ਕੋਈ ਜਵਾਬ ਨਹੀਂ। ਤੋ ਗੁਰਮੁਖੋ ਇਸ ਪ੍ਰਕਾਰ 50 ਸਾਲ ਤੱਕ ਗ੍ਰਹਿ ਵਿੱਚ ਰਹਿ ਕੇ ਬੱਚਿਆਂ ਦੀ ਸਾਂਭ ਸੰਭਾਲ ਕਰਨੀ। ਮੁੜ ਕੇ ਜ਼ਮਾਨੇ ਦੇ ਰਿਵਾਜ ਮੁਤਾਬਕ 25 ਸਾਲ ਜਿਹੜੇ ਧਾਰਮਿਕ ਡੇਰੇ ਸਨ, ਆਸ਼ਰਮ ਸਨ, ਉੱਥੇ ਜਾ ਕੇ ਅਧਿਆਤਮਿਕ ਵਿਦਿਆ ਨੂੰ ਪ੍ਰਾਪਤ ਕਰਨਾ। ਉਪਰੰਤ ਜੇ ਕੋਈ 75 ਤੋਂ ਉੱਪਰ ਟੱਪ ਗਿਆ ਤੇ ਉਹਨੂੰ ਕਹਿੰਦੇ ਸੰਨਿਆਸੀ। ਉਹ ਆਪਣੀ ਜ਼ਿੰਦਗੀ ਦੇ ਅਨੁਭਵ ਤੋਂ, ਆਪਣੀ ਪੜ੍ਹਾਈ ਦੇ ਮੁਤਾਬਕ ਲੋਕਾਂ ਨੂੰ ਧਾਰਮਿਕ ਗਾਈਡੈਂਸ ਦਿੰਦੇ। ਇਸ ਪ੍ਰਕਾਰ ਇਹ ਜ਼ਿੰਦਗੀ ਦਾ ਸਫ਼ਰ ਚੱਲਦਾ ਸੀ। ਇੱਕ ਲਫ਼ਜ਼ ਮੈਂ ਤਕਰੀਬਨ ਹਰ ਕਥਾ ਵਿੱਚ, ਹਰ ਥਾਂ ਤੇ ਕਹਿੰਦਾ ਹੈ, ਦੁਨੀਆ ਦਾ ਕੋਈ ਧਰਮ ਮਾੜਾ ਨਹੀਂ, ਪਰ ਜਦੋਂ ਧਰਮ ਦੇ ਠੇਕੇਦਾਰਾਂ ਕੋਲ ਆ ਜਾਏ ਉਦੋਂ ਉਹ ਧਰਮ ਦਾ ਰੰਗ ਰੂਪ ਬਦਲ ਦਿੰਦੇ ਨੇ। ਧਰਮ ਕੋਈ ਮਾੜਾ ਨਹੀਂ। ਧਰਮ ਦਾ ਅਰਥ ਹੁੰਦਾ ਹੈ ਰਿਲੀਜਨ, ਰੀ ਦੁਬਾਰਾ, ਲੈਜਨ ਜੋੜਨਾ। ਜਿਹੜਾ ਟੁੱਟੀ ਆਤਮਾ ਨੂੰ ਪਰਮਾਤਮਾ ਨਾਲ ਜੋੜੀ, ਉਹਨੂੰ ਮਾੜਾ ਕਿਵੇਂ ਕਹੋਗੇ? ਜਸਟ ਲਾਈਕ ਆਪਾਂ ਦਵਾਈ ਲੈਂਦੇ ਆ, ਕਈ ਐਲੋਪੈਥੀ ਨੂੰ ਬੜਾ ਚੰਗਾ ਸਮਝਦੇ, ਬਹੁਤੇ ਪੜ੍ਹੇ ਲਿਖੇ ਗੁਰਮੁਖ ਪਿਆਰੇ, ਉਹ ਕਹਿੰਦੇ ਕਿ ਗੋਲੀ ਲਈ ਤੇ ਠੀਕ ਹੋ ਜਾਣਗੇ। ਕਈ ਦੇਸੀ ਇਲਾਜ ਆਯੁਰਵੇਦ ਨੂੰ ਪ੍ਰੈਫਰੈਂਸ ਦਿੰਦੇ ਨੇ, ਕਈ ਹੋਮਿਓਪੈਥੀ ਦੀ ਦਵਾਈ ਲੈਂਦੇ ਨੇ। ਭਾਵੇਂ ਹੋਮਿਓਪੈਥੀ ਹੈ, ਭਾਵੇਂ ਐਲੋਪੈਥੀ ਹੈ ਤਾਂ ਦਵਾਈਆਂ। ਇਸੇ ਪ੍ਰਕਾਰ ਗੁਰਮੁਖੋ ਕੋ ਈਸਾਈ ਬਣ ਗਿਆ, ਕੋ ਮੁਸਲਮਾਨ ਬਣ ਗਿਆ, ਕੋ ਸਿੱਖ ਬਣ ਗਿਆ, ਯਹੂਦੀ ਬਣ ਗਿਆ, ਹੈ ਤਾਂ ਅਧਿਆਤਮਿਕ ਦਵਾਈ। ਤੇ ਮਾੜਾ ਕਿਹਨੂੰ ਕਹੀਏ? ਇਸੇ ਕਰਕੇ ਸਾਡੇ ਬਾਪੂ ਨੇ ਸਾਨੂੰ ਸਮਝਾਇਆ, ਤੂੰ ਨੈਰੋ ਮਾਈਂਡਡ ਦਾ ਸ਼ਿਕਾਰ ਨਾ ਹੋਈ, ਤੂੰ ਤੰਗ ਦਿਲ ਨਾ ਹੋਵੇਂ। ਦਿਉਰਾ ਮਸੀਤ ਸੋਈ, ਦਿਉਰੇ ਵਿੱਚ ਵੀ ਉਹ ਰੱਬ ਹੈ ਤੇ ਮਸੀਤ ਵਿੱਚ ਵੀ ਉਹ ਹੈ। ਪੂਜਾ ਔਰ ਨਮਾਜ਼ ਕੋਈ, ਮਾਨ ਸਭੇ ਏਕ ਅਨੇਕ ਕੋ ਪ੍ਰਭਾਵ ਹੈ, ਏਕੇ ਨੈਣ ਏਕੇ ਕਾਨ। ਭਾਵੇਂ ਗ੍ਰੰਥੀ ਸਿੰਘ ਹੈ ਤੇ ਭਾਵੇਂ ਮੌਲਵੀ, ਇਹੋ ਜਿਹੇ ਕੰਨ ਤੇ ਕੋਈ ਨਹੀਂ, ਅੱਖਾਂ ਨੇ, ਫਰਕ ਕੀ ਉਹਨਾਂ ਦਾ? ਏਕੇ ਨੈਣ ਏਕੇ ਕਾਨ, ਏਕੇ ਦੇ ਏਕੇ ਬਾਨ, ਖਾਕ ਬਾਦ ਆਦਸ਼ਾਹ ਉਹ ਆਪ ਕੁਰ ਲਾਓ ਹੈ। ਕੋਈ ਭਇਓ ਮੁੰਡਿਆ, ਕੋ ਜੋਗੀ ਸੰਨਿਆਸੀ ਭਇਓ, ਕੋ ਬ੍ਰਹਮਚਾਰੀ, ਕੋ ਜਤੀ ਅਨੁਮਾਨ ਬੋ। ਹਿੰਦੂ ਤੁਰ ਕੋਈ ਰਾਫਜੀ, ਇਮਾਮ ਸ਼ਾਫੀ, ਮਾਨਸ ਕੀ ਜਾਤ ਸਭ ਏਕੇ ਪਛਾਨ ਬੋ। ਕਿਸੇ ਨੇ ਮੁੰਡਿਆ ਖਵਾ ਲਿਆ, ਕਿਸੇ ਸੰਨਿਆਸੀ ਖਵਾ ਲਿਆ, ਹੈ ਤਾਂ ਸਾਰੇ ਮਨੁੱਖੀ ਨਾ। ਇਸ ਪ੍ਰਕਾਰ ਗੁਰਮੁਖੋ ਜਿਹੜੀ ਅਧਿਆਤਮਿਕ ਸਿਹਤ ਸੀ ਨਾ, ਮੈਂ ਬੇਨਤੀ ਕਰਨ ਲੱਗਾ ਸਾਂ, ਹੁਣ ਆਪਾਂ ਕਾਰੋਬਾਰ ਵੀ ਕਰਨੇ ਆ, ਬੱਚਿਆਂ ਦੀ ਪਾਲਣਾ ਵੀ ਕਰਨੀ ਹੈ, ਸਾਡੀਆਂ ਲੋੜਾਂ ਵੀ ਹਨ, ਲੇਕਿਨ ਜਿਹਨੇ ਪੈਦਾ ਕੀਤਾ ਉਹਨੂੰ ਚੇਤੇ ਵੀ ਕਰਨਾ ਹੈ। ਇਸ ਕਰਕੇ ਉਹਨਾਂ ਨੇ, ਸਾਡੇ ਵਡੇਰਿਆਂ ਨੇ 3 ਦਿਨ ਚੋਣ ਲੈ। ਮੈਂ ਕਲਬ 'ਚ ਬਾਰ-ਬਾਰ ਕਹਿ ਰਿਹਾ, ਉਸ ਮੌਕੇ ਅੱਜ ਕੱਲ੍ਹ ਵਾਕੂ ਐਜੂਕੇਸ਼ਨ ਨਹੀਂ ਸੀ, ਅੱਜ ਕੱਲ੍ਹ ਵਾਕੂ ਸਾਧਨ ਨਹੀਂ ਸਨ। ਜਿੱਦਣ ਪੂਰਾ ਚੰਦਰਮਾ ਚੜ੍ਹਿਆ ਉਹਨੂੰ ਕਹਿ ਦਿੱਤਾ ਪੂਰਨਮਾਸ਼ੀ। ਉਦੋਂ ਉਹਨਾਂ ਜਾਣਾ ਤੇ ਅਧਿਆਤਮਿਕ ਪੁਰਸ਼ਾਂ ਨੇ ਆਪਣੇ ਅਨੁਭਵ ਦੇ ਮੁਤਾਬਕ ਕੁਝ ਸਿੱਖਿਆ ਦੇਣੀ। ਜਿੱਦਣ ਸਾਰੀ ਰਾਤ ਚੰਦਰਮਾ ਨੇ ਨਹੀਂ ਚੜ੍ਹਨਾ ਉਹਨੂੰ ਮੱਸਿਆ ਕਹਿ ਦਿੱਤਾ। ਇਸੇ ਪ੍ਰਕਾਰ ਜਿਹੜਾ ਸੰਗਰਾਂਦ ਹੈ ਨਾ, ਇਹ ਦਰਅਸਲ ਲਫ਼ਜ਼ ਹੈ ਸੰਕ੍ਰਾਂਤੀ। ਸੱਸੇ ਤੇ ਟਿੱਪੀ, ਕੱਕੇ ਦੇ ਪੈਰ ਥੱਲੇ ਰਾਰਾ, ਅੱਗੇ ਕੰਨਾ, ਤੱਤੇ ਨੂੰ ਸਿਆਰੀ ਤੋਂ ਉੱਪਰ ਬਿੰਦੀ। ਇਹਦਾ ਸੁਧ ਲਿਖਾਈ ਇਹ ਹੈ। ਉਹਨੂੰ ਮੋਡੀਫਾਈ ਕਰਕੇ ਅਸੀਂ ਬਣਾ ਦਿੱਤਾ ਸੰਗਰਾਂਦ। ਜਿਵੇਂ ਸਟੇਸ਼ਨ ਹੈ ਨਾ, ਤੇ ਉਹਨੂੰ ਆਮ ਆਪਾਂ ਕਹਿੰਦੇ ਟੇਸਣ, ਲਫ਼ਜ਼ ਸਟੇਸ਼ਨ ਹੈ, ਪਰ ਆਪਾਂ ਉਹਨੂੰ ਮੋਡੀਫਾਈ ਕਰ ਦਿੱਤਾ। ਲਫ਼ਜ਼ ਅੰਗਰੇਜ਼ੀ ਦਾ ਪ੍ਰੋਗਰਾਮ, ਆਪਾਂ ਉਹਨੂੰ ਪ੍ਰੋਗਰਾਮ ਬਣਾ ਦਿੱਤਾ। ਅੰਗਰੇਜ਼ੀ ਵਿੱਚ ਪ੍ਰੋਗਰਾਮ ਨਹੀਂ ਬੋਲਿਆ, ਪ੍ਰੋਗਰਾਮ ਕਹਿੰਦੇ ਹਨ। ਇਸੇ ਪ੍ਰਕਾਰ ਗੁਰਮੁਖੋ
ਜਿਹੜੇ 27 ਨਛੱਤਰ ਨੇ ਸਾਡੇ ਹਿੰਦੁਸਤਾਨ 'ਚ, ਜਿਹੜੇ ਐਸਟ੍ਰੋਲੋਜਰ ਨੇ ਜੋਤਿਸ਼ ਦੇ ਖਿਆਲ ਮੁਤਾਬਕ 27 ਨਛੱਤਰ ਨੇ, ਤੇ 27 ਨਛੱਤਰਾਂ ਦੇ 4-4 ਦਿਨ ਨੇ, ਔਰ ਉਹਦੇ 108 ਦਿਨ ਬਣਦੇ ਨੇ। ਉਹਦੇ ਮੁਤਾਬਕ ਕਈ ਲੋਕ ਅਠੋਤਰੀ ਮਾਲਾ ਵੀ ਫੇਰਦੇ ਹਨ। ਬ੍ਰਹਮ ਵਿਚਾਰ ਜਿਹੜਾ ਸੰਗਰਾਂਦ ਲਫ਼ਜ਼ ਹੈ ਨਾ, ਇਹਦਾ ਅਰਥ ਹੈ 12 ਰਾਸ਼ਾਂ ਹਨ। ਇੱਕ ਰਾਸ਼ੀ ਦੇ ਵਿੱਚੋਂ ਜਦੋਂ ਸੂਰਜ ਦੂਜੀ ਰਾਸ਼ੀ ਵਿੱਚ ਚਲਾ ਜਾਏ ਉਹਨੂੰ ਕਹਿੰਦੇ ਸੰਕ੍ਰਾਂਤੀ, ਹੋਰ ਇਹਦਾ ਕੋਈ ਮਤਲਬ ਨਹੀਂ। ਉਸ ਦਿਨ ਜਿਹੜੇ ਅਧਿਆਤਮਿਕ ਪੁਰਸ਼ ਹਨ ਉਹ ਆਪਣੇ ਪ੍ਰਾਤਨ ਗ੍ਰੰਥਾਂ ਦੇ ਮੁਤਾਬਕ ਅਨੁਭਵ ਜਿਗਿਆਸੂ ਨਾਲ ਸਾਂਝਾ ਕਰਦੇ, ਉਹਨਾਂ ਦੇ ਜੀਵਨ ਨੂੰ ਸੇਧ ਦਿੰਦੇ। ਇਸੇ ਤਰ੍ਹਾਂ ਇੱਕ ਲੋੜਵੰਦ ਪੰਡਿਤ ਕਹਿ ਲਓ, ਉਹਨੂੰ ਬ੍ਰਾਹਮਣ ਕਹਿ ਲਓ, ਵੈਸੇ ਪੰਡਿਤ ਕੋਈ ਜਾਤੀ ਨਹੀਂ। ਗੁਰੂ ਕੀ ਬਾਣੀ ਦੇ ਮੁਤਾਬਕ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ। ਅਸਲੀ ਪੰਡਿਤ ਉਹ ਹੈ ਲੋਕਾਂ ਨੂੰ ਲੈਕਚਰ ਦੇਣ ਦੀ ਬਜਾਏ ਪਹਿਲਾਂ ਆਪਣਾ ਮਨ ਸਮਝਾਵੇ। ਮਨ ਸਮਝਾਵਨ ਕਾਰਨੇ ਕਛੂਕ ਪੜ੍ਹੀਏ ਗਿਆਨ, ਜਿਹਨੂੰ ਅੰਗਰੇਜ਼ੀ ਵਿੱਚ ਕਹਿੰਦੇ ਐਗਜ਼ਾਮਪਲ ਇਜ਼ ਬੈਟਰ ਦੈਨ ਪ੍ਰਸੈਪਟ। ਜਿਹੜਾ ਬ੍ਰਾਹਮਣ ਸ਼ਬਦ ਹੈ ਇਹਨੂੰ ਸੰਸਕ੍ਰਿਤ ਵਿੱਚ ਕਹਿੰਦੇ ਨੇ ਬ੍ਰਹਮ ਜਨੰਤੀ ਤੀ ਬ੍ਰਾਹਮਣਾ। ਬ੍ਰਹਮ ਨਾਮ ਹੈ ਪਰਮਾਤਮਾ ਦਾ। ਜਿਹੜਾ ਪਰਮਾਤਮਾ ਦੀ ਸੋਝੀ ਰੱਖੇ ਉਹਨੂੰ ਬ੍ਰਾਹਮਣ ਕਹਿੰਦੇ, ਭਾਵੇਂ ਕੋਈ ਵੀ ਹੋਵੇ। ਜਿਹਨੂੰ ਗੁਰਬਾਣੀ 'ਚ ਪਾਤਸ਼ਾਹ ਨੇ ਉਹਨੂੰ ਫਰਮਾਇਆ, ਗੁਰੂ ਅਮਰਦਾਸ ਮਹਾਰਾਜ ਨੇ, ਬ੍ਰਹਮ ਬਿੰਦੇ, ਬਿੰਦੇ ਨਾਮ ਹੈ ਜਾਣਨ ਦਾ, ਬ੍ਰਹਮ ਬਿੰਦੇ ਤਿਸ ਦਾ ਬ੍ਰਹਿ ਮਤ ਰਹੇ, ਏਕ ਸ਼ਬਦ ਲਿਵ ਲਾਏ। ਭਾਵ ਕੇਵਲ ਤੇ ਕੇਵਲ ਇਹ ਗੁਰੂ ਦੇ ਉਪਦੇਸ਼ ਨਾਲ ਜੁੜਨ ਦਾ ਯਤਨ ਕਰੇ। ਏਕ ਸ਼ਬਦ ਲਿਵ ਲਾਏ। ਤੁਸੀਂ ਹੱਸੋ ਕਿਉਂਕਿ ਮੇਰਾ ਮਹਿਕਮਾ ਕਥਾ ਤਾਂ ਗੱਲਾਂ ਚੋਂ ਗੱਲਾਂ ਬਣਾਉਣੀਆਂ। ਮੈਂ ਟਾਂਡੇ ਵਾਲਾ ਪੁਲ ਲੰਘਿਆ ਨਾ, ਅੱਜ ਦੀ ਗੱਲ ਜੇ, ਇੱਕ ਸਰਦਾਰ ਦੀ ਮੈਂ 3 ਵੀਲਰ ਵੇਖਿਆ, ਉੱਪਰ ਲਿਖਿਆ ਮੇਰੀ ਪੀੜ ਦੇ ਮਾਲ ਗੁਰੂ ਅਰਜਨ ਸੱਚੇ ਪਾਤਸ਼ਾਹ, ਥੱਲੇ ਲਿਖਿਆ ਬਾਬਾ ਜਾਨੀ ਸ਼ਾਹ ਦੀ ਜਾ। ਅੱਜ ਦੀ ਗੱਲ ਜੇ, ਆਉਂਦਿਆਂ ਦੀ ਖਬਰ। ਮੈਂ ਆਪਣੇ ਸੁਭਾਅ ਦੇ ਮੁਤਾਬਕ ਆਖਿਆ ਵੀ ਇਹਨੂੰ ਕਿਹਦਾ ਸਿੱਖ ਕਵਾਂ। ਜਦੋਂ ਮੈਂ ਲੰਘਾ ਨਾ ਪੁਲ ਲੰਘਣ, ਤੇ ਪੁਲ ਦੇ ਥੱਲਿਓਂ ਦੀ ਪਰਲੇ ਪਾਸੇ ਨੂੰ 3 ਵੀਲਰ ਜਾ ਰਿਹਾ ਸੀ, ਸ਼ਾਇਦ ਹੋਵੇ ਕਦੇ ਉੱਥੇ ਹੋਣਾ, ਮੇਰਾ ਹੋਣਾ। ਉੱਤੇ ਲਿਖਿਆ ਸ੍ਰੀ ਗੁਰੂ ਅਰਜਨ ਸੱਚੇ ਪਾਤਸ਼ਾਹ ਮੇਰੀ ਪੀੜ ਦੇ ਬਾਲਕ, ਤੇ ਥੱਲੇ ਲਿਖਿਆ ਬਾਬਾ ਜਾਨੀ ਸ਼ਾਹ ਦੀ ਜਾਏ। ਤੇ ਮੈਂ ਕਿਹਾ ਕਿਹੋ ਜਿਹਾ ਬੰਦਾ ਹੈ ਜਿਹਦਾ ਗੁਰੂ ਇੱਕ ਨਹੀਂ, ਜਿਹਦਾ ਇੱਕ ਤੇ ਅਕੀਦਾ ਨਹੀਂ, ਉਹਦਾ ਬੇੜਾ ਬੰਨੇ ਨਹੀਂ ਜੋੜਾ। ਲੋੜ ਇੱਕ ਦੀ ਹੈ। ਗੁਰੂ ਸਾਡੇ ਤੇ ਮਿਹਰ ਕਰੇ। ਤੋ ਗੁਰਮੁਖੋ, ਗੁਰੂ ਕੇ ਦਰਬਾਰ ਵਿੱਚ ਬੇਅੰਤ ਸੰਗਤਾਂ ਆਉਂਦੀਆਂ। ਇੱਕ ਪੰਡਿਤ ਬੇਨਤੀ ਕਰਨ ਲੱਗਾ ਸੀ, ਬ੍ਰਹਮ ਬਿੰਦੇ ਤਿਸ ਦਾ ਬ੍ਰਹਿ ਮਤ ਰਹੇ। ਜਿਹੜਾ ਬ੍ਰਹਮ ਨੂੰ ਜਾਣਦਾ ਨਾ, ਅਸਲੀ ਬ੍ਰਹਮ, ਤੇ ਚਾਹੀਦਾ ਕਿ ਏਕ ਸ਼ਬਦ ਲਿਵ ਲਾਏ। ਗੁਰੂ ਦੇ ਸ਼ਬਦ ਦੇ ਨਾਲ ਆਪਣੀ ਬਿਰਤੀ ਨੂੰ ਜੋੜੇ ਤੇ ਕੀ ਹੋਏਗਾ? ਨਵ ਨਿਧੀ 18 ਸਿੱਧੀ, ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਏ। ਜਿਨ੍ਹਾਂ ਦੇ ਹਿਰਦੇ 'ਚ ਵਾਹਿਗੁਰੂ ਵਸ ਗਿਆ ਨਾ, ਇਹ ਪਦਾਰਥ ਉਹਨਾਂ ਦੇ ਮਗਰ ਮਗਰ ਆਉਂਦੇ, ਉਹ ਪਦਾਰਥਾਂ ਦੇ ਮਗਰ ਨਹੀਂ ਜਾਂਦੇ। ਜਿਹੜੇ ਪਦਾਰਥ ਨੇ ਨਾ ਮਗਰ ਮਗਰ ਆਉਂਦੇ ਨੇ। ਅੱਜ ਗੱਲ ਤਾਂ ਵਿਗੜੀ, ਅਸੀਂ ਉਹਨੂੰ ਛੱਡ ਕੇ ਇਹਦੇ ਮਗਰ ਪੈ ਗਏ। ਜੇ ਉਹਦੇ ਮਗਰ ਲੱਗੇ ਨਾ, ਇਹ ਮਗਰ ਮਗਰ ਆਉਣਗੇ। ਗੁਰੂ ਸਾਨੂੰ ਸੰਤੋਖ ਦੇ ਦੇ। ਇੱਕ ਪੰਡਿਤ ਬਟਾਲੇ ਦਾ ਰਹਿਣ ਵਾਲਾ, ਉਹਦਾ ਨਾਂ ਲਿਖਿਆ। ਗੁਰੂ ਘਰ ਵਿੱਚ ਜਿਹੜਾ ਵੀ ਆਉਂਦਾ, ਜਿਸ ਭਾਵਨਾ ਨਾਲ ਉਹਦੀ ਮੁਰਾਦ ਪੂਰੀ ਹੁੰਦੀ ਹੈ। ਇਹਦੀਆਂ ਮੈਂ 2 ਸਾਖੀਆਂ ਸਾਂਝੀਆਂ ਕਰਾਂ, ਸੁਭਾਵਕ ਮੇਰੇ ਦਿਮਾਗ 'ਚ ਆ ਗਈ। ਕੱਲਾ ਕਥਾ ਕਰਨ ਗੱਲ ਨਹੀਂ ਬਣਨੀ ਜਿੰਨਾ ਚਿਰ ਕਥਾ ਨੂੰ ਸਮਝਿਆ ਨਾ ਤੇ ਕਥਾ ਤੇ ਚੱਲਿਆ ਨਾ। ਕੱਲਾ ਇਹ ਨਹੀਂ ਕਿ ਸਪੀਕਰ ਲਾ ਲਿਆ ਤੇ ਬਾਹਾਂ ਲਾ ਤੇ 4 ਪੈਸੇ ਪਾਏ ਡੱਬੇ 'ਚ ਘਰ ਨੂੰ ਤੁਰ ਗਿਆ, ਬਾਤ ਨਹੀਂ ਜੀ ਬਣਨੀ। ਕਥਾ ਨੂੰ ਕਰਨਾ, ਕਥਾ ਨੂੰ ਸਮਝਣਾ ਤੇ ਕਥਾ ਦੇ ਮੁਤਾਬਕ ਜੀਵਨ ਢੜੇ ਤੇ ਬੇੜਾ ਬੰਦੇ ਹੋਏਗਾ। ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਮਹਾਰਾਜ ਦੇ ਸਮੇਂ ਇੱਕ ਨਿਤਾਨੰਦ ਨਾਮ ਦਾ ਬਟਾਲੇ ਦਾ ਰਹਿਣ ਵਾਲਾ ਪੰਡਤ ਕਥਾ ਕਰਦਾ ਸੀ। ਉਹਨੇ ਸੁਭਾਵਕ ਆਪਣੇ ਸੰਸਕਾਰਾਂ ਦੇ ਮੁਤਾਬਕ ਗੜ ਪੁਰਾਣ ਦੀ ਕਥਾ ਕੀਤੀ ਤੇ ਜੋ ਉਹਨੇ ਪੜ੍ਹਿਆ ਉਹਦੇ ਮੁਤਾਬਕ ਉਸ ਵੀਰ ਨੇ ਕਹਿ ਦਿੱਤਾ ਵੀ ਜਿਹੜੀ ਜੀਵ ਆਤਮਾ ਨਾ
ਇਹ 360 ਦਿਨਾਂ ਵਿੱਚ ਪ੍ਰਲੋਕ ਤੱਕ ਪਹੁੰਚਦੀ ਹੈ। 360 ਦਿਨਾਂ ਤੱਕ ਉੱਥੇ 4 ਸਿੱਖਾਂ ਦਾ ਜ਼ਿਕਰ ਆਇਆ ਹੈ, ਭਾਈ ਮਈਆ, ਭਾਈ ਸੁੰਦਰ, ਭਾਈ ਲਾਲਾ ਤੇ ਭਾਈ ਨਿਹਾਲਾ। ਇਹ ਉਸ ਸੰਗਤ ਵਿੱਚ ਬੈਠੇ ਹੋਏ ਸਨ। ਜਦੋਂ ਉਸ ਪੰਡਤ ਨਿਤਾਨੰਦ ਨੇ ਕਿਹਾ ਨਾ ਵੀ ਜਿਹੜੀ ਜੀਵ ਆਤਮਾ ਇਹ 360 ਦਿਨਾਂ ਵਿੱਚ ਜਾਂਦੀ ਹੈ, ਤੇ ਜਿਹੜਾ ਮਈਆ ਸੀ ਉਹਨੇ ਸੁੰਦਰ ਦੇ ਮੋਢੇ ਤੇ ਹੱਥ ਰੱਖ ਕੇ ਆਖਿਆ ਵੀ ਕਿਉਂ ਟਾਈਮ ਬਰਬਾਦ ਕਰਦਾ ਹੈ, ਗੁਰੂ ਕੇ ਲੰਗਰ ਵਿੱਚ ਜਾ ਕੇ ਭਾਂਡੇ ਮਾਂਜ ਗਏ। ਇਹ 360 ਦਿਨਾਂ ਦੀ ਗੱਲ ਕਰਦਾ ਹੈ, ਮੇਰੇ ਤੇ ਗੁਰੂ ਦੀ ਕਿਰਪਾ ਮੈਂ 4 ਪਹਿਰਾਂ ਵਿੱਚ ਆ ਤੇ ਜਾ ਸਕਦਾ ਹੀ। ਇਹ ਗੱਲ ਮਈਏ ਨੇ ਕਹੀ। ਜਦੋਂ ਮਈਏ ਨੇ ਗੱਲ ਕਹੀ ਨਾ, ਤੇ ਕਥਾ ਦੇ ਵਿੱਚ ਜਦੋਂ ਕੋਈ ਕਥਾ ਕਰਦਾ ਹੋਵੇ ਨਾ, ਤੇ ਸੰਗਤ ਚੋਂ ਬੰਦੇ ਗੱਲਾਂ ਕਰਨ, ਬੀਬੀਆਂ ਗੱਲਾਂ ਕਰਨ, ਤੇ ਉਹਦਾ ਮਨ ਦੀ ਇਕਾਗਰਤਾ ਟੁੱਟ ਜਾਂਦੀ। ਤੇ ਜਿੰਨਾ ਚਿਰ ਉਹਦਾ ਮਨ ਇਕਾਗਰ ਨਹੀਂ ਹੋਇਆ, ਦੂਜਿਆਂ ਦਾ ਕਿਵੇਂ ਹੋਏਗਾ। ਇੱਥੇ ਮੈਨੂੰ ਗਿਆਨੀ ਮਾਨ ਸਿੰਘ ਚੌਰਾ ਆਪਣੀ ਕੌਮ ਦੇ ਵਿਦਵਾਨ ਹੋਏ ਨੇ, ਮਹਾਨ ਪੁਰਸ਼, ਉਹਨਾਂ ਦੀ ਗੱਲ ਚੇਤੇ ਆ ਗਈ। ਇੱਕ ਵਾਰ ਉਹਨਾਂ ਨੇ ਉਹ ਬਕਾਇਦਾ ਰਿਕਾਰਡ ਵਿੱਚ ਮੈਂ ਸੁਣਿਆ, ਕਹਿੰਦੇ ਵੀ ਇੱਕ ਪਾਸੇ ਮੇਰਾ ਪੁੱਤ ਮਰ ਜਾਏ, ਕਿੱਡੀ ਵੱਡੀ ਗੱਲ, ਕਿੱਡੀ ਗੱਲ ਆਖੀ ਗਿਆਨੀ ਮਾਨ ਸਿੰਘ ਚੌਰ। ਕਹਿੰਦਾ ਇੱਕ ਪਾਸੇ ਮੇਰਾ ਪੁੱਤ ਮਰ ਜਾਏ, ਇੱਕ ਪਾਸੇ ਮੇਰੇ ਕਥਾ ਕਰਦੇ ਬੰਦੇ ਗੱਲਾਂ ਕਰਦੇ ਹੋਣ, ਤੇ ਮੈਨੂੰ ਪੋਤੇ ਦੇ ਮਰਨ ਦੀ ਇੰਨਾ ਦੁੱਖ ਨਹੀਂ ਜਿੰਨੇ ਉਹਨਾਂ ਦੀ ਗੱਲਾਂ ਨਾਲ ਮੇਰਾ ਮਨ ਪਰੇਸ਼ਾਨ ਹੁੰਦਾ। ਮੇਰਾ ਮਨ ਕਾਗਰਤਾ ਭਰ ਗਿਆ। ਰੋਹ ਵਿਚਾਰ ਇਸ ਬਾਬਤ ਵਿੱਚੋਂ ਗੱਲ ਆ ਗਈ। ਜਦੋਂ ਮਈਆ ਨੇ ਕਿਹਾ ਨੇ ਵੀ ਗੁਰਦੇਵ ਕਿਰਪਾ ਕਰਨ ਤੇ ਮੈਂ 4 ਪਹਿਰਾਂ ਵਿੱਚ ਆ ਸਕਦਾ, ਤੇ ਸੁੰਦਰ ਨੇ ਆਖਿਆ ਭਲਿਆ 4 ਪਹਿਰ ਬੜੇ ਹੁੰਦੇ, ਗੁਰੂ ਕਿਰਪਾ ਕਰੇ ਤੇ ਮੈਂ 1 ਪਹਿਰ ਦੇ ਵਿੱਚ ਆ ਜਾ ਸਕਦਾ ਹੀ। ਮਈਏ ਦੀ ਗੱਲ ਨੂੰ ਸੁੰਦਰ ਨੇ ਟੋਕਿਆ। ਜਦੋਂ ਉਹ ਦੋਵੇਂ ਗੱਲਾਂ ਕਰਦੇ ਸੁਣੇ ਨਾ, ਤੇ ਪੰਡਤ ਨਿਤਾਨੰਦ ਚਕੰਨੇ ਹੋ ਕੇ ਉਹਨਾਂ ਵਾਲੇ ਪਾਸੇ ਵੇਖਣ ਲੱਗ ਪਏ। ਇਹ ਤਾਂ ਗੁਰੂ ਘਰ ਵਿੱਚ ਬੜੇ ਸਤਿਕਾਰਤ ਹਸਤੀਆਂ ਨੇ, ਇਹਨਾਂ ਦਾ ਬੜਾ ਮਾਨ ਸਨਮਾਨ ਹੈ, ਤੇ ਇਹਨਾਂ ਨੂੰ ਤਰੀਕਾ ਨਹੀਂ ਉਹਦਾ ਸੰਗਤ ਚ ਕਿਵੇਂ ਮਈਏ ਜਿਹਨੂੰ ਆਪਾਂ ਮੈਨਰ ਕਹਿ ਦਿੰਦੇ ਅੱਜ ਕੱਲ੍ਹ। ਅਜੇ ਉਹਨਾਂ ਦੀ ਗੱਲ ਟੁੱਟੀ ਨਹੀਂ, ਤੇ ਪਿੱਛੋਂ ਲਾਲਾ ਕਹਿਣ ਲੱਗਿਆ ਮਈਆ 4 ਪਹਿਰ ਬਹੁਤ ਦੂਰ ਨੇ, ਸੁੰਦਰਾ 1 ਪਹਿਰ ਵੀ ਲੰਮਾ ਹੈ, ਗੁਰੂ ਮਿਹਰ ਕਰੇ ਮੈਂ 1 ਘੜੀ ਦੇ ਵਿੱਚ ਆ ਜਾ ਸਕਦਾ ਹਾਂ, 24 ਮਿੰਟ ਅੱਜ ਕੱਲ ਦੀ ਘੜੀ ਮੁਤਾਬਕ। ਉਹਨਾਂ ਤਿੰਨਾਂ ਦੀ ਗੱਲ ਸੁਣ ਕੇ ਭਾਈ ਨਿਹਾਲਾ ਕਹਿਣ ਲੱਗਾ ਭੋਲਿਓ ਕਿਹੋ ਜਿਹੀਆਂ ਗੱਲਾਂ ਕਰਦੇ ਹੋ, ਗੁਰੂ ਕਿਰਪਾ ਕਰੇ ਨਾ ਤੇ ਮੈਂ ਪਲ ਦੇ ਵਿੱਚ ਆ ਜਾ ਸਕਦਾ, ਪਲ ਦੇ ਵਿੱਚ ਹੀ। ਪੰਡਤ ਨੇ ਇੱਕਦਮ ਆਪਣੀ ਪੋਥੀ ਸੰਕੋਚ ਦਿੱਤੀ, ਤੇ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਆ ਕਹਿਣ ਲੱਗਾ ਪਾਤਸ਼ਾਹ ਠੀਕ ਸੀ, ਤੁਸੀਂ ਮੇਰੇ ਤੇ ਬੜੀ ਕਿਰਪਾ ਕੀਤੀ, ਮੈਨੂੰ ਸੇਵਾ ਬਖਸ਼ੀ ਕਥਾ ਦੀ, ਹੁਣ ਮੈਂ ਨਹੀਂ ਕਰਨੀ, ਕਿਉਂਕਿ ਤੁਹਾਡੇ ਸਿੱਖ ਕਥਾ ਦਾ ਸਤਿਕਾਰ ਨਹੀਂ ਕਰਦੇ ਤੇ ਸਗੋਂ ਉਲਟਾ ਬੇਪਤੀ ਕਰਦੇ ਨੇ। ਮੈਂ ਗੜ ਪ੍ਰਾਣ ਦੀ ਗੱਲ ਕੀਤੀ ਵੀ 360 ਦਿਨਾਂ ਵਿੱਚ ਜੀਵ ਆਤਮਾ ਜਾਂਦੀ, ਤੇ ਮੈਂ ਗਲਤ ਆਖਿਆ ਕੋਲੋਂ ਬਣਾਇਆ। ਸਤਿਗੁਰੂ ਪਾਤਸ਼ਾਹ ਹੱਸ ਕੇ ਕਹਿਣ ਲੱਗੇ ਕੋਈ ਗੱਲ ਨਹੀਂ ਪੰਡਤ ਜੀ, ਤੁਸੀਂ ਬੈਠੋ, ਆਪਾਂ ਬੁਲਾ ਲੈਂਦੇ, ਤੁਸੀਂ ਕਿਹੜੇ ਉਪਰੇ, ਉਹ ਵੀ ਆਪਣੇ ਨੇ। ਜਿਹੜੀ ਗੱਲ ਉਹਨਾਂ ਚੌਹਾਂ ਨੇ ਕੀਤੀ ਸੀ ਨਾ, ਭਾਈ ਮਈਏ ਨੇ 4 ਪਹਿਰ, ਭਾਈ ਸੁੰਦਰ ਨੇ 1 ਪਹਿਰ, ਭਾਈ ਲਾਲੇ ਨੇ 1 ਘੜੇ, ਭਾਈ ਨਿਹਾਲੇ ਨੇ ਆਖਿਆ ਸੀ ਪਲ ਵਿੱਚ, ਤੇ ਨਾਲ ਬਾਰ-ਬਾਰ ਚੌਹਾਂ ਨੇ ਆਖਿਆ ਗੁਰੂ ਕਿਰਪਾ ਕਰੇ। ਤੇ ਕਹਿਣ ਲੱਗੇ ਪੰਡਤਾ ਤੂੰ ਘੁੰਡੀ ਨਹੀਂ ਫੜੀ, ਤੂੰ ਇਉਂ ਕਰ, ਹੈ ਤਾਂ ਤੈਨੂੰ ਖੇਚਲ, ਕਿਉਂਕਿ ਜਿਹਨੇ ਸਾਰੀ ਜ਼ਿੰਦਗੀ ਸੇਵਾ ਕਰਾਈ ਉਹਨੂੰ ਆਪ ਕਰਨੀ ਬੜੀ ਔਖੀ ਹੁੰਦੀ ਹੈ। ਤੂੰ ਇਉਂ ਕਰ, ਤੂੰ 2 ਮਹੀਨੇ ਗੁਰੂ ਕੇ ਲੰਗਰ 'ਚ ਭਾਂਡੇ ਮਾਂਜ, ਫਿਰ ਆਪਾਂ ਵੇਖਾਂਗੇ। ਕਹਿਣ ਲੱਗਾ ਜੀ ਇਹ ਤਾਂ ਮੈਨੂੰ ਮਨਜ਼ੂਰ ਹੈ, ਪਰ ਮੈਨੂੰ ਇਹ ਦੱਸੋ ਇਹ ਸੱਚੇ ਕਿ ਮੈਂ ਸੱਚਾ ਹਾਂ। ਸਤਿਗੁਰੂ ਪਾਤਸ਼ਾਹ ਕਹਿੰਦੇ ਪੰਡਿਤ ਜੀ ਤੁਸੀਂ ਵੀ ਸੱਚੇ ਹੋ, ਉਹ ਵੀ ਸੱਚਾ ਹੈ। ਕਹਿਣ ਲੱਗਾ ਜੀ ਮੈਂ ਅੱਗੇ ਸੋਚਦਾ ਸੀ ਵੀ ਗੁਰੂ ਨੇ ਸਿੱਖਾਂ ਦਾ ਪੱਖ ਹੀ ਕਰਨਾ ਹੈ, ਮੈਂ ਤਾਂ ਪਹਿਲਾਂ ਸੋਚਦਾ ਸਾਂ ਵੀ ਭਾਵੇਂ ਅਸੀਂ ਕੁਛ ਵੀ ਆਖੀਏ ਗੁਰੂ ਨੇ ਸਿੱਖਾਂ ਦਾ ਪੱਖ ਕਰਨਾ। ਮੈਂ ਤਾਂ ਗ੍ਰੰਥ ਵਿੱਚੋਂ ਪੜ੍ਹਿਆ, ਗੜ ਪ੍ਰਾਣ ਚੋਂ, ਇਹਨਾਂ ਮੂੰਹ ਜ਼ਬਾਨੀ ਕਹਿਦਾ, ਤੁਸੀਂ ਕਹਿੰਦੇ ਤੇ ਵੀ ਸੱਚੇ ਨੇ। ਹਜ਼ੂਰ ਹੱਸ ਕੇ ਕਹਿਣ ਲੱਗੇ ਪੰਡਿਤ ਜੀ ਤੁਸੀਂ ਵਿਦਵਾਨ ਹੋ, ਇੰਨੀ ਗਰਮੀ ਨਹੀਂ ਕਰੀਦੀ, 2 ਮਹੀਨੇ ਭਾਂਡੇ ਮਾਂਜੋ, 2 ਮਹੀਨੇ।
2 ਮਹੀਨਿਆਂ ਤੋਂ ਬਾਅਦ ਜਦੋਂ ਗੁਰੂ ਪਾਤਸ਼ਾਹ ਲੰਗਰ ਜਾਏ ਤੇ ਪੰਡਤੈਨ ਆਪਣੇ ਰੰਗ ਵਿੱਚ ਮਸਤ ਹੈ ਤੇ ਗੁਰੂ ਕੇ ਚਰਨਾਂ ਤੇ ਮੱਥਾ ਟੇਕਿਆ। ਕਹਿਣ ਲੱਗਾ ਪਾਤਸ਼ਾਹ ਹੁਣ ਗੱਲ ਬਣੀ ਹੈ, ਹੁਣ ਮਮੀ ਪਲ ਵਿੱਚ ਆ ਜਾ ਸਕਦਾ। ਗੁਰਦੇਵ ਕਹਿਣ ਲੱਗੇ ਏਡੀ ਛੇਤੀ ਬਿਆਨ ਬਦਲ ਦਿੱਤੇ। ਕਹਿਣ ਲੱਗਾ ਜੀ ਉਹਨਾਂ ਆਖਿਆ ਸੀ ਗੁਰੂ ਦੀ ਕਿਰਪਾ, ਮੈਨੂੰ ਇਹ ਗੱਲ ਸਮਝ ਨਹੀਂ ਸੀ ਪਈ ਜਿਹੜਾ ਗੁਰੂ ਹੈ ਇਹਨ ਚੀਜ਼ਾਂ ਨੂੰ ਚੀਜ਼ ਬਣਾ ਦਿੰਦਾ ਹੈ। ਆਪਾਂ ਸਿੱਖ ਆ ਨਾ, ਜੇ ਕੋਈ ਤੁਹਾਨੂੰ ਪੁੱਛੇ ਵੀ ਤੁਹਾਨੂੰ ਗੁਰਦੁਆਰੇ ਚੋਂ ਕੀ ਮਿਲਦਾ ਹੈ, ਉੱਥੇ ਕੜਾਹ ਦੀ ਗੱਲ ਨਾ ਕਰਿਆ ਜੇ, ਉੱਥੇ ਘੁੰਗਣੀਆਂ ਤੇ ਸ਼ਰਬਤ ਦੀ ਗੱਲ ਨਾ ਕਰਿਆ ਜੇ, ਉੱਥੇ ਗੱਲ ਕਰਿਆ ਜੇ ਗੁਰਪ੍ਰਸਾਦ ਅਸੀਂ ਗੁਰੂ ਦੀ ਕਿਰਪਾ ਲੈ ਕੇ ਆਉਂਦੇ ਹਾਂ। ਜਿੱਥੇ ਗੁਰੂ ਦੀ ਕਿਰਪਾ ਨਾ ਉੱਥੇ ਸਭ ਕੁਝ ਹੀ ਮਿਲ ਜਾਂਦਾ। ਗੁਰਪ੍ਰਸਾਦ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਵੀ ਤਰੇ। ਜਿਹੜੀ ਹੁਣ ਆਪਾਂ ਸੰਗਰਾਂਦ ਅੜਦਾ, ਮੈਂ ਇਸ ਪਾਸੇ ਵੱਲ ਆਵਾਂ। ਪੰਡਤ ਕਥਾ ਕਰਦਾ ਹੈ, ਉਹਦਾ ਕਾਰਨ ਕੀ ਸੀ? ਵਿਦਵਾਨ ਸੀ ਲੇਕਿਨ ਗੁਜ਼ਾਰਾ ਨਹੀਂ ਚੱਲਦਾ। ਕਹਿਣ ਲੱਗਾ ਮਹਾਰਾਜ ਜੇ ਮੈਨੂੰ ਤੁਸੀਂ ਕਥਾ ਦੀ ਆਗਿਆ ਦੇ ਦਿਓ ਤੇ ਸਿੱਖ ਸੰਗਤਾਂ ਕਾਮ ਧੇਨ ਨੇ ਮਨ ਦੀਆਂ ਮੁਰਾਦਾਂ ਪੂਰੀਆਂ ਕਰ ਦਿੰਦੀਆਂ ਨੇ ਤੇ ਮੈਂ ਕਥਾ ਕਰਾਂਗਾ, ਮੈਨੂੰ ਕੋਈ ਲੋੜਵੰਦ ਦੀ ਮਦਦ ਕਰ ਦੇਗਾ, ਮੇਰਾ ਕੰਮ ਚੱਲ ਜਾਏਗਾ। ਠੀਕ ਪੰਡਤਾ ਕਥਾ ਕਰਿਆ ਕਰ। ਜਿਹੜੀ ਮਾਇਆ ਹੈ ਨਾ, ਇਹਦੇ ਬਾਰੇ ਆਪਾਂ ਗੁਰਬਾਣੀ 'ਚ ਪੜ੍ਹਦੇ ਹਾਂ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਮਾਇਆ ਕੱਲੇ ਲੋਟ ਨਹੀਂ, ਮਾਇਆ ਦਾ ਭਾਵੇਂ ਜਿਹਦੇ ਨਾਲ ਸਾਨੂੰ ਵਾਹਿਗੁਰੂ ਭੁੱਲ ਜਾਏ, ਭਾਵੇਂ ਕਿਸੇ ਰੂਪ 'ਚ ਉਹਨੂੰ ਮਾਇਆ ਕਹਿੰਦੇ ਹਨ। ਇਹ ਮਾਇਆ ਇੰਨੀ ਚੰਦਰੀ ਹੈ। ਮੈਂ ਆਮ ਕਥਾ ਵਿੱਚ ਸੰਤ ਕਰਤਾਰ ਸਿੰਘ ਹੋਰਾਂ ਦਾ ਜ਼ਿਕਰ ਕਰਦਾ ਕਿਉਂਕਿ ਮੇਰੇ ਚਾਚੇ ਸਨ, ਮੇਰੇ ਉਸਤਾਦ ਸਨ, ਮੈਨੂੰ ਉਹਨਾਂ ਵਿਦਿਆ ਪੜ੍ਹਾਈ। ਤੇ ਜਦੋਂ ਵੀ ਮੇਰੇ ਮਨ ਵਿੱਚ ਸ਼ੰਕਾ ਆਉਣ ਮੈਂ ਤੁਰੰਤ ਉਹਨੂੰ ਪੁੱਛਣਾ, ਕਿਉਂਕਿ ਆਪਣਾ ਘਰ ਦਾ ਕੰਮ ਸੀ, ਮੈਨੂੰ ਝੱਗ ਨਹੀਂ ਸੀ ਆਉਂਦਾ, ਆਪਣੇ ਕਰਕੇ ਪੁੱਛ ਲੈਣਾ। ਉਹਨਾਂ ਨੇ ਸਾਨੂੰ ਗੁਰਬਾਣੀ ਦੀ ਕਥਾ ਪੜ੍ਹਾਉਂਦਿਆਂ ਇੱਕ ਦਿਨ ਕਿਹਾ ਵੀ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਰੋਲ ਕੁਝੋਲਾ। ਤੇ ਮੈਂ ਇੱਕਦਮ ਪੋਥੀ ਲੈ ਕਹਿਣ ਲੱਗਾ ਜੀ ਤੁਸੀਂ ਕਹਿੰਦੇ ਮਾਇਆ ਧਾਰੀ ਅਤ ਅੰਨਾ ਬੋਲਾ, ਤੇ ਮੈਂ ਤਾਂ ਵੇਖਿਆ ਚੰਗੇ ਭਲੇ ਉਹਨਾਂ ਦੀਆਂ ਅੱਖਾਂ ਨੇ ਕੰਮ ਕਰਦੀਆਂ, ਹੁਣ ਐਨਕਾਂ ਲੋਹੀਆਂ ਨੇ। ਉਹ ਮੈਨੂੰ ਕਹਿਣ ਲੱਗਾ ਵੀ ਤੂੰ ਮੁੰਡਿਆਂ ਵਾਲੀ ਗੱਲਾਂ ਕਰਿਆ ਕਰ। ਮੈਂ ਕਿਹਾ ਜੀ ਮੁੰਡਿਆਂ ਵਾਲੀ ਗੱਲ ਨਹੀਂ, ਤੁਸੀਂ ਸਾਨੂੰ ਪੜ੍ਹਾਇਆ ਵੀ ਮਾਇਆ ਵਾਲਾ ਅੰਨਾ ਹੋ ਜਾਂਦਾ, ਬੋਲਾ ਹੋ ਜਾਂਦਾ ਹੈ। ਮਾਇਆ ਵਾਲੇ ਬੰਦੇ ਗੱਲਾਂ ਵੀ ਸੁਣਦੇ ਨੇ, ਮਾਇਆ ਵਾਲੇ ਨੂੰ ਦਿਸਦਾ ਵੀ, ਤੇ ਅੰਨਾ ਬੋਲਾ ਕਿਵੇਂ ਹੋ ਗਿਆ? ਉਹ ਹੱਸ ਪਏ। ਮੈਨੂੰ ਉਹ ਕਹਿਣ ਲੱਗੇ, ਉਹਨਾਂ ਨੇ ਇੱਕ ਦ੍ਰਿਸ਼ਟਾਂਤ ਆਪਣੇ ਕੋਲੋਂ ਘੜਿਆ। ਕਹਿੰਦੇ ਇੱਕ ਬੰਦੇ ਨੂੰ ਉਹਦਾ ਮਿਲਣਾ ਸੀ, ਉਹਨੇ ਆਪਣੀ ਭੈਣ ਨੂੰ, ਆਪਣੀ ਭੂਆ ਨੂੰ ਸੁਨੇਹਾ ਭੇਜਿਆ ਵੀ ਭੈਣ ਜੀ ਮੈਂ ਫਲਾਣੇ ਅਹੁਦੇ ਤੇ ਬਹਿਣਾ ਪਰਸੋਂ, ਤੇ ਜਿਹਨੇ ਮਿਲਣਾ ਪਹਿਲਾਂ ਮਿਲ ਲਓ, ਮੁੜ ਕੇ ਮੈਂ ਅੰਨੇ ਤੇ ਬੋਲੇ ਹੋ ਜਾਣਾ। ਭੈਣ ਵੀ ਬੜੀ ਹੈਰਾਨ, ਭੂਆ ਵੀ ਹੈਰਾਨ ਵੀ ਚੰਗਾ ਇਹਨੂੰ ਉਹਦਾ ਮਿਲਣਾ ਵੀ ਇਹਨੇ ਅੱਖਾਂ ਤੋਂ ਅੰਨੇ ਹੋਣਾ, ਪੈਰਾਂ ਤੋਂ ਬੋਲਾ, ਮਾਫ ਕਰਨਾ ਕੰਨਾਂ ਤੋਂ ਬੋਲਾ। ਉਹਨਾਂ ਨੇ ਗੱਲ ਨਾ ਗੌੜੀ, ਤੇ ਜਿੱਦਣ ਉਹਨੂੰ ਉਹ ਪਦਵੀ ਮਿਲ ਗਈ ਨਾ, ਅਗਲੇ ਦਿਹਾੜੇ ਭੂਆ ਭਤੀ ਇਕੱਠੀਆਂ ਹੋਈਆਂ ਤੇ ਭੂਆ ਨੇ ਆਣ ਕੇ ਸਿਰ ਪਲੋਸਿਆ, ਕਹਿਣ ਲੱਗਾ ਬੁੱਢੀਏ ਪਰਾ ਮੈਨੂੰ ਤੈਨੂੰ ਪਛਾਣ ਨਹੀਂ ਆਉਂਦੀ। ਉਹ ਕਹਿੰਦੀ ਕਿੱਡਾ ਬੇਵਕੂਫ ਹੈ ਵੀ ਮੈਂ ਇਹਦੇ ਪਿਓ ਦੀ ਭੈਣ ਤੇ ਕਹਿੰਦਾ ਮੈਂ ਪਛਾਣਦਾ ਨਹੀਂ। ਉਹ ਕਹਿੰਦੀ ਭਾਊ ਜੇ ਇਹਦੀ ਪਛਾਣ ਨਹੀਂ, ਮੈਂ ਤਾਂ ਕਹਿੰਦਾ ਹੋਵੇਗੀ ਕਿਸੇ ਦੀ ਭੈਣ, ਮੇਰੀ ਕੋਈ ਭੈਣ ਤੇ ਭੂਆ ਨਹੀਂ। ਇਹ ਗੱਲ ਤੁਹਾਨੂੰ ਮੇਰੀ ਬਿਲਕੁਲ ਔੜ ਤੇ ਗਲਤ ਜਾਪੇਗੀ। ਤੁਸੀਂ ਸਾਰੇ ਜਣੇ ਆਪਣੇ ਅੰਦਰ ਝਾਤੀ ਮਾਰੋ। ਸਾਡਾ ਰਿਸ਼ਤੇਦਾਰ ਜੇ ਅਮੀਰ ਹੈ ਤੇ ਤੁਸੀਂ ਉਹਨੂੰ ਕਹੋ ਮੇਰਾ ਮਾਸੜ ਲੱਗਦਾ, ਉਹਨੇ ਕਹਿਣਾ ਜੀ ਮੈਂ ਨਹੀਂ ਜਾਣਦਾ ਉਹਨਾਂ ਨੂੰ, ਤਜਰਬਾ ਕਰ ਲਿਆ ਜੇ। ਭੈਣ ਦੇ ਘਰ ਗਰੀਬ ਭਰਾ ਆਉਂਦਾ ਤੇ ਭੈਣ ਦੇ ਪੋਤੋ ਨੂੰ ਬੁਲਾ ਕੇ ਰਾਜੀ ਨਹੀਂ, ਕਹਿੰਦੇ ਮਾਮਾ ਬਾਹਰ ਲੰਮਾ ਪੈ ਜਾ। ਤੇ ਜੇ ਮਾਂ ਦੇ ਪੇਕਿਆਂ ਦਾ ਬੰਦਾ ਅਮੀਰ ਹੈ, ਅਸੀਂ ਕਹਿੰਦੇ ਮੇਰਾ ਮਾਮਾ ਮਨਿਸਟਰ ਹੈ, ਜਦ ਕਿ ਅਸਲੀ ਮਾਮਾ ਗਰੀਬ ਸੀ। ਉਹਨਾਂ ਨੇ ਨਾਲ ਹੀ ਮੈਨੂੰ ਗੱਲ ਸਮਝਾਈ, ਕਹਿਣ ਲੱਗੇ ਪੁੱਤਰ ਅੰਨਾ ਬੋਲਾ ਨਹੀਂ, ਮਾਇਆ ਇਹੋ ਜਿਹੀ ਬੰਦਾ ਮਰ ਵੀ ਜਾਂਦਾ ਹੀ। ਮੈਂ ਕਿਹਾ ਚੰਗੀ ਪੜ੍ਹਾਈ ਮਰ ਜਾਂਦਾ? ਕਹਿੰਦੇ ਹਾਂ। ਕਹਿੰਦੇ ਬੰਦਾ ਆਕੜ ਜਾਏ ਨਾ ਤੇ ਆਪਾਂ ਕਹਿੰਦੇ ਮਰਿਆ। ਮੈਂ ਕਿਹਾ ਠੀਕ ਹੈ। ਕਹਿੰਦੇ ਬੰਦੇ ਕੋਲ ਮਾਇਆ ਆ ਜੇ ਤੇ ਬੰਦਾ ਆਕੜ ਜਾਂਦਾ, ਉਹਦੇ ਅੰਦਰੋਂ ਨੇਕੀ ਮਰ ਜਾਂਦੀ ਹੈ। ਸਾਹ ਭਾਵੇਂ ਲਈ ਜਾਂਦਾ ਪਰ ਉਹ ਜਿਉਂਦਾ ਵੀ ਮੁਰਦਾ ਹੈ। ਇਸੇ ਤਰ੍ਹਾਂ ਉਹ ਪੰਡਤ ਸੀ ਨਾ, ਉਹਨੇ ਕਥਾ ਕਰਨਾ, ਉਹਨਾਂ ਦੀ ਆਖਰਕਾਰ ਗੁਰੂ ਜਿਹੜਾ ਸਿੱਖ ਤਾਂ ਗੁਰੂ ਦੇ ਨਾਲ ਜੁੜਿਆ ਨਾ, ਗਿਆਨੀ ਦਾ ਸਿੱਖ ਥੋੜਾ, ਪੰਡਤ ਦਾ ਸਿੱਖ ਥੋੜਾ। ਹੁਣ ਸਿੱਖਾਂ ਨੇ ਗੁਰੂ ਪਾਤਸ਼ਾਹ ਨੂੰ ਮੱਥਾ ਟੇਕਣਾ
ਤੇ ਪੰਡਤ ਦੇ ਮਨ ਵਿੱਚ ਈਰਖਾ ਕਹਿਣ ਲੱਗਾ ਕਥਾ ਮੈਂ ਕਰਦਾ ਤੇ ਮੱਥਾ ਗੁਰੂ ਨੂੰ ਟੇਕੀ ਜਾਂਦੇ ਨੇ। ਜਿਹੜੀ 12 ਮਾਹ ਨਾ ਅੱਜ ਇਹਦੀ ਭੂਮਿਕਾ ਮੈਂ ਬੇਨਤੀ ਕਰ ਰਿਹਾ। ਮੈਨੂੰ ਉੱਤੇ 36 ਸਾਲ ਹੋ ਗਏ ਮੰਜੀ ਸਾਹਿਬ ਕਥਾ ਕਰਦੇ ਨੇ। ਉਹ ਕਥਾ ਕਰਨ ਆਇਆ ਉਦੋਂ ਚੇਤਰ ਦੀ ਸੰਗਰਾਂਦ ਸੀ। ਤੁਸੀਂ ਦਰਬਾਰ ਸਾਹਿਬ ਜਾਂਦੇ ਹੋ, ਜਿੱਥੇ ਮੰਜੀ ਸਾਹਿਬ ਹਾਲ ਦੇ ਇਸ ਪਾਸੇ ਖੱਬੇ ਪਾਸੇ ਇੱਕ ਨਿੱਕਾ ਜਿਹਾ ਸੰਗਮਰਮਰ ਦਾ ਮੰਜੀ ਸਾਹਿਬ ਬਣਿਆ ਹੁਣ ਵੀ, ਉਹ ਜਗ੍ਹਾ ਇਤਿਹਾਸਕ ਹੈ। ਉਹਦਾ ਇਤਿਹਾਸ ਇਹ ਹੈ, ਜਿੱਦਣ ਚੇਤਰ ਦੀ ਸੰਗਰਾਂਦ ਆਈ ਤੇ ਪੰਡਤ ਕਹਿੰਦਾ ਮੈਂ ਕਥਾ ਨਹੀਂ ਕਰਨੀ। ਬਾਬਾ ਬੁੱਢਾ ਜੀ ਕਹਿਣ ਲੱਗੇ ਪੰਡਤ ਜੀ ਕੀ ਗੱਲ ਹੋਈ ਭਾਈ, ਕਥਾ ਕਿਉਂ ਨਹੀਂ ਕਰਨੀ? ਕਹਿੰਦਾ ਜੀ ਕਥਾ ਮੈਂ ਕਰਾਂ ਤੇ ਮੱਥਾ ਗੁਰੂ ਨੂੰ ਟੇਕੋ, ਇਹ ਜੇ ਗੱਲ ਨਹੀਂ ਜੇ ਬਣਨੀ, ਮੈਨੂੰ ਮੱਥਾ ਟੇਕਣਾ ਪਏਗਾ। ਬਾਬਾ ਬੁੱਢਾ ਜੀ ਕਹਿਣ ਲੱਗੇ ਸਾਡਾ ਸਿਰ ਤਾਂ ਲੈ ਸਕਦਾ ਪਰ ਝੁਕੇਗਾ ਗੁਰੂ ਅੱਗੇ ਹੀ। ਜਿਹੜਾ ਸਿੱਖ ਹੈ ਨਾ, ਮੈਨੂੰ ਤੁਹਾਡਾ ਤਾਂ ਪਤਾ ਨਹੀਂ, ਮੈਂ ਜਿੰਨੀ ਵਾਰ ਵੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਦਾ ਨਾ, ਇੱਕੋ ਇੱਕ ਬੇਨਤੀ ਕਰਦਾ ਪਾਤਸ਼ਾਹ ਇਹ ਸਿਰ ਤੇਰੀ ਅਮਾਨਤ ਹੈ, ਇਹ ਕੇਵਲ ਤੇ ਕੇਵਲ ਤੇਰੇ ਅੱਗੇ ਝੁਕੇ। ਜੇ ਕਿਸੇ ਹੋਰ ਅੱਗੇ ਝੁਕਣਾ ਤੇ ਮੇਰੀ ਜਾਨ ਕੱਢ ਲਈ, ਮੈਨੂੰ ਇੱਕ ਸਵਾਸ ਨਹੀਂ ਚਾਹੀਦਾ। ਮੈਂ ਮੇਰੀ ਇੱਕੋ ਡਿਮਾਂਡ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕੋਲ ਜਿੰਨੀ ਵਾਰ ਮੱਥਾ ਮੈਂ ਟੇਕਦਾ ਨਾ, ਇੱਕੋ ਗੱਲ ਕਹਿਣਾ ਵੀ ਪਾਤਸ਼ਾਹ ਜਿੰਨਾ ਚਿਰ ਪ੍ਰਾਣ ਬਖਸ਼ੇ ਨੇ ਉਹਨਾਂ ਚਿਰ ਤੇਰੇ ਨਾਲ ਜੁੜਿਆ ਰਵਾਂ, ਤੇਰੀ ਬੰਦਗੀ ਕਰਾਂ, ਤੇਰੇ ਗੁਣ ਗਾਵਾਂ। ਜਿੱਦਣ ਪ੍ਰਾਣ ਨਿਕਲਣ ਮੈਨੂੰ ਚਰਨਾਂ 'ਚ ਥਾਂ ਦੀ ਮੇਰੀ ਹੋਰ ਕੋਈ ਮੰਗ ਨਹੀਂ। ਕਿਉਂ? ਵਿਣ ਤੋਂ ਧੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਤੇਰੇ ਤੋਂ ਬਿਨਾਂ ਹੋਰ ਹੈ ਵੀ ਕੀ ਹੈ। ਮੁੱਕਦੀ ਗੱਲ ਉਹ ਪੰਡਤ ਕਹਿੰਦਾ ਮੈਂ ਕਥਾ ਨਹੀਂ ਕਰਨੀ। ਭਾਈ ਗੁਰਦਾਸ ਨੇ ਵੀ ਸਮਝਾਇਆ, ਨਾ ਸਮਝਿਆ। ਆਖਰਕਾਰ ਬਾਬਾ ਬੁੱਢਾ ਸਾਹਿਬ ਨੇ ਜਾ ਕੇ ਬੇਨਤੀ ਕੀਤੀ ਪਾਤਸ਼ਾਹ ਸਾਨੂੰ ਜਿਵੇਂ ਬਾਕੀ ਦੇ ਕੰਮਾਂ ਤੋਂ ਸੁਤੰਤਰ ਕਰਾਇਆ ਜੇ, ਨਾ ਕਰਮ ਕਾਂਡਾਂ ਤੋਂ ਬਾਹਰ ਕੱਢਿਆ ਜੇ, ਤੇ ਕਿਰਪਾ ਕਰੋ 12 ਮਾਹ ਦੀ ਬਾਣੀ ਵਿਚਾਰੋ। ਗੁਰੂ ਪੰਚਮ ਪਾਤਸ਼ਾਹ ਕਹਿਣ ਲੱਗੇ ਬੁੱਢਾ ਜੀ ਤੁਸੀਂ ਸਿਆਣੇ ਹੋ, ਬਾਣੀ ਦੇ ਤੁਸੀਂ ਬੋਧ ਹੈ ਤੁਹਾਨੂੰ, ਤੇ 12 ਮਾਹ ਦੀ ਬਾਣੀ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਤਖਾਰੀ ਰਾਗ ਵਿੱਚ ਉਚਾਰਨ ਕੀਤੀ, 12 ਮਾਹ ਨਹੀਂ। ਕਹਿਣ ਲੱਗਾ ਜੀ ਤੁਸੀਂ ਬੜੀ ਕਿਰਪਾ ਕੀਤੀ ਹੈ, ਦਾਸ ਨੂੰ ਸਮਝਾ ਦਿੱਤਾ 12 ਮਾਹ ਦੀ ਬਾਣੀ ਹੈ, ਪਰ ਸਾਡੀ ਬੁੱਧੀ ਇੰਨੀ ਬਰੀਕ ਨਹੀਂ ਕਿ ਅਸੀਂ ਉਹਨਾਂ ਗੋਰ ਸ਼ਬਦਾਂ ਨੂੰ ਸਮਝ ਸਕੀਏ, ਉਹ ਬੜੀ ਗੂੜ ਹੈ। ਮੈਂ ਬੇਨਤੀ ਕਰਾਂਗਾ ਕਿ ਤੁਸੀਂ ਸਾਡੀ ਭਾਸ਼ਾ ਦੇ ਵਿੱਚ ਜਿਹਨੂੰ ਕਹਿੰਦੇ ਅਨੁਵਾਦ ਕਰਕੇ ਸਰਲ ਰੂਪ ਵਿੱਚ ਸਾਨੂੰ ਇਹ ਬਾਣੀ ਸੁਣਾਓ। ਤਾਂ ਬਾਬਾ ਬੁੱਢਾ ਜੀ ਦੀ ਬੇਨਤੀ ਨੂੰ ਸਵੀਕਾਰ ਕਰਕੇ ਚੇਤ ਦੀ ਸੰਗਰਾਂਦ ਨੂੰ ਮੰਜੀ ਸਾਹਿਬ ਵਾਲੀ ਥਾਂ ਤੇ ਗੁਰੂ ਪਾਤਸ਼ਾਹ ਮਹਾਰਾਜ ਨੇ ਇਹ 12 ਮਾਹ ਦੀ ਪਾਵਨ ਬਾਣੀ ਉਚਾਰਨਾ ਕੀਤੀ। ਇਹਦੀਆਂ 14 ਪੌੜੀਆਂ ਨੇ। ਜਿਹੜੀ ਪਹਿਲੀ ਪੌੜੀ ਹੈ ਨਾ, ਵਿਦਵਾਨਾਂ ਦੇ ਮੁਤਾਬਕ ਉਹਨੂੰ ਅਸੀਂ ਕਹਿੰਦੇ ਮੰਗਲ। ਕੋਈ ਵੀ ਕਰਮ ਕਰਨਾ ਹੋਵੇ, ਜਿਹੜੇ ਅਸੀਂ ਆਪਣੇ ਇਸ਼ਟ ਦੀ, ਆਪਣੇ ਗੁਰੂ ਦੀ, ਆਪਣੇ ਮੁਰਸ਼ਿਦ ਦਾ ਸਤਿਕਾਰ ਕਰਦੇ ਹਾਂ, ਵਡਿਆਈ ਕਰਦੇ ਹਾਂ, ਉਹਨੂੰ ਮੰਗਲ ਕਿਹਾ ਜਾਂਦਾ। ਇਸੇ ਤਰ੍ਹਾਂ ਇਹਦੇ ਚ ਮੰਗਲ ਹੈ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦਹਿ ਦਿਸ ਭ੍ਰਮੇ ਥੱਕ ਆਏ ਪ੍ਰਭ ਕੀ ਸਾਮ। ਪਾਤਸ਼ਾਹ ਆਪਣੀ ਕਿਰਤ ਕਰਕੇ, ਆਪਣੇ ਕਰਮਾਂ ਕਰਕੇ ਤੇਰੇ ਨਾਲ ਵਿਛੜੇ ਆ। ਹੁਣ ਤੇਰੀ ਸਾਮਨਾ ਤੋਂ ਸ਼ਰਨ, ਹੁਣ ਤੇਰੀ ਸ਼ਰਨ ਲਈ ਹੈ ਤੇ ਸਾਨੂੰ ਕਿਰਪਾ ਕਰਕੇ ਆਪਣੇ ਨਾਲ ਜੋੜ ਲਾ। 10 ਦਿਸ਼ਾਵਾਂ ਵਿੱਚ ਭੜ ਕੇ ਵੇਖ ਲਿਆ, ਗੱਲ ਨਹੀਂ ਬਣੀ। ਕਿਉਂ ਨਹੀਂ ਬਣੀ? ਇਹਦਾ ਜਵਾਬ ਪਿੱਕਾ ਪੜ ਦਿੰਦਾ ਹੈ, ਰਹਿਓ ਬਰਸੋਂ ਟੋਲ ਸਾਧ ਬਹੁ ਤੇਰੇ ਡਿਠੇ, ਸੰਨਿਆਸੀ ਤਪਸੀਏ ਮੁਖੋਂ ਪੰਡਤ ਮਿੱਠੇ, ਬਰਸ ਏਕ ਹੋ ਫਿਰਿਓ ਕਿਨੋਂ ਨੋ ਪਰਚੋ ਲਾਇਓ, कहते कहती सुनी रहत को खुशी न आयो, हर नाम छोड़ दूजे लगे तिनके गुण हो क्या कहूँ, गुर दयो मलायो भिखिया जेब तू रखें तिवरों। ਇਹਦਾ ਅਰਥ ਮਹਾਰਾਜ ਇੱਕ ਸਾਲ ਹੋ ਗਿਆ ਥਾਂ ਥਾਂ ਤੇ ਭੜਕਦੇ ਆ, ਗੱਲਾਂ ਬੜੀਆਂ ਕਰਦੇ ਨੇ ਪਰ ਪ੍ਰੈਕਟੀਕਲ ਲਾਈਫ ਨਹੀਂ। कहते कहती सुनी रहत को खुशी न आयो, हर नाम छोड़ दूजे लगे। ਨਾਮ ਨੂੰ ਛੱਡ ਕੇ ਪਦਾਰਥਾਂ ਵਾਲੇ ਪਾਸੇ ਲੱਗੇ ਨੇ। ਆਪਾਂ ਜਿੰਨੇ ਬੈਠੇ ਆ ਨਾ, ਕਿਸੇ ਨੂੰ ਨਾ ਕਿਹਾ ਜੇ ਸਾਰੇ ਆਪਣੇ ਅੰਦਰ ਮਾੜੀ ਜੀ ਝਾਤੀ ਮਾਰੋ। ਆਪਾਂ ਜਿੰਨੇ ਆਏ ਨਾ, ਆਪਾਂ ਇਹੋ ਆਖਿਆ ਜੀ ਮੈਨੂੰ ਆਹ ਦੇ ਦੇ, ਮੈਨੂੰ ਉਹ ਦੇ ਦੇ, ਮੇਰੀ ਕੁੜੀ ਬਾਹਰ ਚਲੀ ਜਾਏ, ਮੁੰਡਾ ਬਾਹਰੋਂ ਅੰਦਰ ਆ ਜਾਏ। ਇਹੋ ਮੰਗਿਆ, ਹੋਰ ਨਹੀਂ ਮੰਗਿਆ। ਇਹ ਨਾ ਮੰਗਿਆ ਕਰੋ। ਕੀ ਮੰਗਿਆ ਕਰੋ? ਸਗਲ ਦਵਾਰ ਕੋ ਛਾੜ ਕੇ
ਗਹਿਓ ਤੁਹਾਰੋ ਦੁਆਰ, ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਡੰਡੌਤ ਬੰਦਨ ਅਨਕਵਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰਤ। ਜੇ ਗੁਰੂ ਆਪਣੇ ਵੱਲ ਹੋ ਗਿਆ ਨਾ ਤੇ ਕਸਰ ਕਾਹਦੀ, ਮਗਰ ਮਗਰ ਸਭ ਕੁਝ ਆਏਗਾ, ਮਗਰ ਮਗਰ ਸਭ ਕੁਝ ਆਏਗਾ। ਆਪਾਂ ਪਦਾਰਥ ਮੰਗੀ ਜਾਂਦੇ, ਮਾਣ ਮੰਗੂ ਤਾਣ ਮੰਗੂ, ਤਾਂ ਲక్ష్ਮੀ ਸੁੱਧ ਦੇ। ਮੈਨੂੰ ਆਮ ਕਰਕੇ ਮੇਰੇ ਭੈਣਾਂ ਭਰਾਵਾਂ ਗੁਰਮੁਖ ਪਿਆਰੇ ਕਹਿੰਦੇ, ਗਿਆਨੀ ਤੁਸੀਂ ਬੜਾ ਕੌੜੀ ਕਥਾ ਕਰਦੇ ਹੋ, ਤੁਹਾਨੂੰ ਮਾਇਆ ਨਹੀਂ ਚਾਹੀਦੀ। ਮੈਂ ਕਿਹਾ ਕਿਉਂ ਨਹੀਂ ਚਾਹੀਦੀ, ਮਾਇਆ ਲਈ ਭੱਜੇ ਫਿਰਦੇ ਆ ਨਾ। ਪਰ ਮੈਂ ਕੌੜੀ ਨਹੀਂ ਕਰਦਾ, ਗੁਰੂ ਦੀ ਸਿੱਖਿਆ ਬੇਲਿਹਾਜੀ ਹੈ, ਇਹਦੇ ਵਿੱਚ ਚਿਮਚਾਗਿਰੀ ਨਹੀਂ ਹੁੰਦੀ। ਜੇ ਮੈਂ ਚਿਮਚਾਗਿਰੀ ਕਰਦਾ ਤਾਂ ਉਹਦਾ ਦੇਣ ਧਰਮ, ਕਿਉਂਕਿ ਮੈਂ ਉਹਦਾ ਕੁੱਤਾ ਨਾ। ਜਿਹੜਾ ਕੁੱਤਾ ਪਾਲਤੂ ਨਾ ਹੋਵੇ ਉਹਨੂੰ ਵਾਰਾ ਕਰਦੇ ਤੇ ਉਹਨੂੰ ਕੋਈ ਵੀ ਵਾਰ ਸਕਦਾ। ਮੇਰਾ ਨਿਸ਼ਾਨਾ ਗੁਰੂ ਰਾਮਦਾਸ ਦਾ ਪਾਲਤੂ ਕੁੱਤਾ ਬਣਦਾ। ਹਮ ਕੁਕਰ ਤੇਰੇ ਦਰਬਾਰ, ਭੌਂਕੇ ਆਗੇ ਬਦਨ ਕੁਸਾਰ। ਕਬੀਰ ਕੁਕਰ ਰਾਮ ਕੋ ਮੁਤਿਆ ਮੇਰੋ ਨਾਉ, ਗਲੇ ਹਮਾਰੇ ਜੇਵਰੀ ਜੈ ਖਿੰਚੇ ਤੇ ਜਾਉ। ਮੈਂ ਸਕ ਤਾਂ ਬੋਲਦਾ, ਆ ਜਿੰਨਾ ਵੀ ਨੋਟਾਂ ਦਾ ਢੇਰ ਹੈ ਨਾ, ਇਹ ਭਾਵੇਂ ਮੈਂ ਜਾ ਕੇ ਪੁੱਤਰ ਨੂੰ ਵੈਸੇ ਫੜਾ ਦਿਆਂ, ਭਾਵੇਂ ਬੈਂਕ ਵਿੱਚ ਕਰਾ ਦਿਆਂ, ਪਰ ਜਿੱਦਣ ਅੱਗ ਲਾਉਣੀ ਉਸ ਪੁੱਤ ਨੇ ਲਾਉਣੀ ਮੈਨੂੰ। ਉਸ ਪੁੱਤ ਨੇ ਮੇਰੀ ਛਾਤੀ ਤੇ ਖੁੰਡ ਰੱਖ ਕੇ ਨਾ, ਤੇ ਸਵੇਰਕਾ ਸਾਡੇ ਬਿਲਕੁਲ ਲਾਗੇ ਹੈ, ਉੱਥੋਂ ਪੀਪਾ ਲਿਆ ਕੇ ਮੇਰੇ ਪੇਟ ਤੇ ਪਾ ਕੇ ਅੱਗ ਲਾਉਣੀ ਤੇ ਚੌਂ ਪਾਸੇ ਗੇੜਾ ਕੱਢਣਾ। ਉਹਦੇ ਵਾਸਤੇ ਪ੍ਰਲੋਕ ਨਾ ਵਿਗਾੜੀਏ, ਪੁੱਤ ਵਾਸਤੇ ਪ੍ਰਲੋਕ ਨਾ ਵਿਗਾੜੀਏ। ਉਸ ਪੁੱਤ ਨੇ ਸਾਨੂੰ ਅੱਗ ਲਾਉਣੀ ਹੈ। ਹਾਂ, ਸਾਡਾ ਵਸੀਲਾ ਅਸੀਂ ਜਨਮ ਦਿੱਤਾ ਹੈ, ਉਹਨਾਂ ਦੀ ਪਾਲਣਾ ਕਰਨਾ ਸਾਡਾ ਧਰਮ ਹੈ। ਸੂਲ ਵਿੱਚ ਰਹਿ ਕੇ ਮਾਇਆ ਕਮਾਈਏ, ਪਰ ਬੇਅਸੂਲੇ ਹੋ ਕੇ ਮਾਰੇ ਜਾਵਾਂਗੇ। ਜਿਵੇਂ ਅੱਜ ਕੱਲ੍ਹ ਕਿਸਾਨ ਚੱਲਿਆ ਜੀ, ਅਸੀਂ ਫਲਾਨਾ ਬਣਾ ਰਹੇ ਹਾਂ, ਹਸਪਤਾਲ ਬਣਾ ਰਹੇ ਹਾਂ, ਤੇ ਨਾ ਲੋਕਾਂ ਨੂੰ ਇਹ ਕਹਿਣਾ, ਤੇ ਮੁੰਡਾ ਤੇ ਕੁੜੀ ਜਿਹੜਾ ਪੋਤਿਆ ਨਾ ਉਹਦਾ ਸਕੱਤਰ ਹੈ ਤੇ ਨੋ ਪ੍ਰਧਾਨ ਹੈ, ਤੇ ਲੋਕਾਂ ਨੂੰ ਕਹਿਣਾ ਨਿਸ਼ਕਾਮ ਹਸਪਤਾਲ। ਇਹੋ ਜਿਹੇ ਠੱਗਾਂ ਕੋਲੋਂ ਬਚੋ। ਹਾਂ, ਸੰਤ ਮਹਾਤਮਾ ਕਾਰ ਸੇਵਾ ਵਾਲੇ ਮਹਾਂਪੁਰਸ਼ ਥਾਂ ਥਾਂ ਦੀ ਸੇਵਾ ਕਰਾਉਂਦੇ ਨੇ। ਸੇਵਾ ਕਰਾਈ ਦੂਜੇ ਪਾਸੇ ਗਾਂਹ ਚਲੇ ਗਏ। ਉਹ ਜਿੰਨੇ ਵੀ ਮਹਾਂਪੁਰਸ਼ ਨੇ ਉਹਨੂੰ ਨਮਸਕਾਰ ਕਰਦਾ। ਇਹ ਨਹੀਂ ਕਿ ਮੈਂ ਕਿਸੇ ਮਹਾਤਮਾ ਦੀ ਉਲਟਾ ਵੀ ਜਾਂ ਗਰਾਈ ਦਿਓ ਨਾ ਜਾਂ ਨਾ ਕਰੋ। ਜਿਹੜੇ ਗੁਰੂ ਘਰ ਵਿੱਚ ਲਾਉਂਦੇ ਨੇ, ਗੁਰੂ ਦਾ ਨਾਮ ਲੈ ਕੇ ਯੋਗ ਨੇ। ਲੇਕਿਨ ਕੁਝ ਉਹ ਬੰਦੇ ਨੇ ਜਿਹੜੇ ਤੁਹਾਨੂੰ ਕਹਿੰਦੇ ਸੀ ਨਿਸ਼ਕਾਮ ਆਹ ਬਣਾਇਆ ਤੇ ਉਹ ਬਣਾਇਆ, ਆਪਣੇ ਨਾਂ ਤੇ ਸਰਾਵਾਂ, ਆਪਣੇ ਨਾਂ ਤੇ ਹਸਪਤਾਲ ਤੇ ਕਬਜ਼ਾ ਆਪਣਾ। ਉਹਨਾਂ ਲੋਕਾਂ ਤੋਂ ਸਚੇਤ ਰਹੋ, ਭਾਵੇਂ ਕੋਈ ਵੀ ਹੋਵੇ। ਇਹ ਵਿੱਚੋਂ ਗੱਲ ਸੁਭਾਵਿਕ ਆ ਗਈ, ਮੈਂ ਜਾਣ ਕੇ ਨਹੀਂ ਲਾਈ। ਰਹੋ ਵਿਚਾਰ। ਉਹ ਪੰਡਤ ਕਹਿਣ ਲੱਗਾ ਕਥਾ ਮੈਂ ਕਰਾਂ ਤੇ ਪੈਸੇ ਲੋਕਾਂ ਨੂੰ। ਬਾਬਾ ਬੁੱਢਾ ਸਾਹਿਬ ਦੀ ਬੇਨਤੀ ਮੰਨ ਕੇ ਗੁਰੂ ਪਾਤਸ਼ਾਹ ਨੇ ਇਹ 12 ਮਾਹ ਦੀ ਬਾਣੀ ਉਚਾਰੀ, ਜਿਹਦੇ ਵਿੱਚ ਜ਼ਿਕਰ ਹੈ ਵੀ ਪਾਤਸ਼ਾਹ ਅਸੀਂ ਤੇਰੀ ਸ਼ਰਨ ਵਿੱਚ ਤਾਂ ਆਇਆ, ਤੇਰੀ ਕਹਿਣੀ ਤੇ ਕਥਨੀ ਇੱਕ ਹੈ। ਇਹਦਾ ਅਸਤੋਤਰ ਹੈ, ਜਿਹੜੀ 14ਵੀਂ ਪੌੜੀ ਉਹਨੂੰ ਕਹਿੰਦੇ ਅਸਤੋਤਰ। ਅਸਤੋਤਰ ਦਾ ਭਾਵ ਹੁੰਦਾ ਵੀ ਕੋਈ ਬੰਦਾ ਨੇਕੀ ਕਰੇ ਨਾ, ਤੇ ਜਿਹਨੂੰ ਅੱਜ ਕੱਲ੍ਹ ਪੜ੍ਹੇ ਲਿਖੇ ਕਹਿੰਦੇ ਨੇ ਥੈਂਕਸ ਕਰਨਾ, ਬੰਡਲ ਆਫ ਥੈਂਕਸ, ਸ਼ੁਕਰੀਆ, ਮਿਹਰਬਾਨੀ। ਜਿਹੜੀ 14ਵੀਂ ਪੌੜੀ ਉਹਨੂੰ ਕਹਿੰਦੇ ਅਸਤੋਤਰ, ਰੱਬ ਦਾ ਧੰਨਵਾਦ ਕਰਨਾ ਹੈ। ਨਾਲ ਗੁਰਦੇਵ ਨੇ ਸਮਝਾਇਆ ਵੀ ਗੁਰਮੁਖਾ ਮਾਹ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ, ਕਿਰਪਾ ਕਰੋ ਰੇ। ਨਾ ਕੋਈ ਮਹੀਨਾ ਮਾੜਾ, ਨਾ ਕੋਈ ਦਿਨ ਮਾੜਾ ਹੈ। ਜਿਦਨ ਰੱਬ ਚੇਤੇ ਹੈ ਉਹ ਦਿਨ ਚੰਗਾ, ਜਿਦਨ ਭੁੱਲ ਗਿਆ ਉਹ ਦਿਨ ਮਾੜਾ। ਜਿਦਨ ਰੱਬ ਭੁੱਲ ਗਿਆ ਨਾ ਉਹ ਦਿਨ ਮਾੜਾ, ਜਿਦਨ ਚੇਤੇ ਆ ਗਿਆ ਉਹ ਦਿਨ ਚੰਗਾ। ਇਸ ਕਰਕੇ ਪਿਆਰੇ ਪਾਤਸ਼ਾਹ ਕਹਿੰਦੇ ਗੁਰਮੁਖੋ ਇਹ ਨਾ ਕਿਹਾ ਕਰੋ ਵੀ ਮਹੀਨਾ ਮਾੜਾ ਹੈ, ਇਹ ਨਾ ਕਿਹਾ ਕਰੋ ਚੰਗਾ। ਜਦੋਂ ਪ੍ਰਮਾਤਮਾ ਚੇਤੇ ਆਵੇ ਉਹ ਚੰਗਾ, ਜਦੋਂ ਪ੍ਰਮਾਤਮਾ ਭੁੱਲ ਜੇ ਉਹ ਦਿਨ ਮਾੜਾ। ਇੱਕ ਸੋਨ ਮੈਂ ਸਾਦੀ ਜੀ ਮਿਸਾਲ ਦਿਆਂ। 2022 ਹੈ, 15 ਜੂਨ ਹੈ, ਹਾੜ ਦੀ ਸੰਗਰਾਂਦ ਹੈ। ਕਿਸੇ ਦੇ ਘਰ ਔਲਾਦ ਨਹੀਂ, ਉਹਨਾਂ ਦੇ ਘਰ ਅੱਜ ਪੋਤਾ ਆਇਆ ਤੇ ਉਹਨਾਂ ਕਹਿਣਾ ਸੱਚੇ ਪਾਤਸ਼ਾਹ ਨੇ ਸਾਨੂੰ ਹਾੜ ਦੀ ਸੰਗਰਾਂਦ ਵਾਲੇ ਨੇ ਸਾਡੀਆਂ ਜੜ੍ਹਾਂ ਲਾ ਦਿੱਤੀਆਂ। ਉਹਨਾਂ ਨੇ ਅੱਜ ਦੀ ਹਾੜ ਦੀ ਸੰਗਰਾਂਦ ਨੂੰ ਭੁੱਲਣਾ ਨਹੀਂ, ਤੇ ਜਿਨ੍ਹਾਂ ਦਾ ਕੱਲਾ ਕੱਲਾ ਬੇੜਾ ਚੜ੍ਹਾਈ ਕਰ ਗਿਆ ਅੱਜ ਦੇ ਦਿਨ, ਉਹਨਾਂ ਨੇ ਕਹਿਣਾ ਇਸ ਹਾੜ ਦੀ ਸੰਗਰਾਂਦ ਆਵੇ ਹੀ ਨਾ। ਦਿਨ ਇੱਕ, ਕਿਸੇ ਘਰ ਖੁਸ਼ੀਆਂ, ਕਿਸੇ ਘਰ ਗਮੀਆਂ। ਇਹ ਰੱਬ ਦੇ ਰੰਗ ਹਨ। ਸਤਿਗੁਰੂ ਪਾਤਸ਼ਾਹ ਨੇ ਇਸ ਸੰਬੰਧ ਵਿੱਚ ਸਾਨੂੰ ਸਮਝਾਇਆ ਹੈ। ਕਹਿੰਦੇ ਅਸਾੜ ਤਪੰਦਾ
ਤਿਸ ਲੱਗੈ ਹਰ ਨਾਹੋ ਨ ਜਿਨ੍ਹਾਂ ਪਾਸ। ਇਹ ਦੋ ਸ਼ਬਦਾਂ ਦਾ ਫਿਰ ਕੰਬੀਨੇਸ਼ਨ ਆਮ ਆਪਾਂ ਕਹਿੰਦੇ ਹਾੜ, ਪੰਜਾਬੀ ਚ ਆਪਾਂ ਹਾੜ ਕਹਿੰਦੇ, ਹਾੜ ਦਾ ਮਹੀਨਾ ਚੜਿਆ, ਲੇਕਿਨ ਇੱਥੇ ਲਿਖਿਆ ਗੁਰੂ ਪਾਤਸ਼ਾਹ ਨੇ ਅਸਾੜ ਕਿਉਂ ਲਿਖਿਆ? ਆਪਾਂ ਜਿੰਨੇ ਦੁਖੀ ਆ ਨਾ, ਆਪਾਂ ਆਸਾ ਕਰਕੇ ਦੁਖੀ ਹਾਂ। ਮੈਂ ਤੁਹਾਡੀ ਨੂੰ ਕਥਾ ਕਰਨ ਵਾਸਤੇ ਆਇਆ, ਮੈਨੂੰ ਗੱਲ ਦਾ ਗਲਤ ਅਰਥ ਕਰਨਾ, ਮਾਫੀ ਮੰਗ ਲੈਣਾ ਮੈਂ। ਮੇਰੇ ਮਨ ਵਿੱਚ ਨਿਸ਼ਾਨਾ ਹੈ ਵੀ ਪ੍ਰਬੰਧਕ ਮੈਨੂੰ ਇੰਨੇ ਪੈਸੇ ਦੇਣ ਤੇ ਮੈਨੂੰ ਘੱਟ ਮਿਲੇ, ਮੈਂ ਸੜਨ ਲੱਗ ਪਿਆ। ਇਹਨੂੰ ਕਹਿੰਦੇ ਦਸਾੜ। ਬੰਦੇ ਦੇ ਮਨ ਵਿੱਚ ਆਸਾ ਨਹੀਂ ਪੂਰੀ ਹੋਈ, ਸੜਦਾ ਹੈ। ਬਾਤ ਨਹੀਂ ਉਹਦੀ ਬਣਨੀ। ਬਾਤ ਕਿਹਦੀ ਬਣੇਗੀ? ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਨਿਸ਼ਕਾਮ ਹੋ ਕੇ ਸੇਵਾ ਕਰ ਕਮਲਿਆ, ਜਿਹਨੇ ਪੱਥਰਾਂ ਵਿੱਚ ਕੀੜੇ ਪੈਦਾ ਕੀਤੇ ਉਹਨੂੰ ਦਿੰਦਾ, ਤੈਨੂੰ ਕਿਉਂ ਨਾ ਦੇਗਾ। ਬਾਣੀ ਦੀਆਂ ਪੰਕਤੀਆਂ ਹਨ। ਸਿਰ ਤੱਲੇ ਪੈਰ ਉਪਰੇ ਵਸੰਦੋ ਘੁੰਦੜੇ ਘੋਥੜੇ ਥਾਏ, ਨਾਨਕ ਸੋ ਕੋ ਧਣੀ ਵਸਾਰਿਓ ਉਧਰੇ ਜਿਸ ਦੇ ਲਾਏ। ਰੋ ਵਿਚਾਰ ਮੁੱਕਦੀ ਗੱਲ। ਗੁਰਦੇਵ ਕਹਿੰਦੇ ਅਸਾੜ ਤਪੰਦਾ ਤਿਸ ਲੱਗੇ ਹਰ ਨਾਹੋ ਨ ਜਿਨ੍ਹਾਂ ਪਾਸ। ਜਿਹੜਾ ਹਾੜ ਦਾ ਮਹੀਨਾ ਨਾ, ਇਹ ਉਹਨਾਂ ਨੂੰ ਸਾੜੇਗਾ। ਨਾਹੋ ਕਹਿੰਦੇ ਨੇ ਪਤੀ ਨੂੰ। ਹਰ ਦਾ ਅਰਥ ਹੈ ਹਰ ਥਾਂ ਤੇ ਵਿਆਪਕ। ਜਿਹੜਾ ਹਰ ਸ਼ਬਦ ਹੈ ਨਾ, ਇਹਦੇ ਮੈਂ ਮਾਨ ਕੁਛ ਵਿੱਚ ਅਰਥ ਪੜੇ ਨੇ, 52 ਅਰਥ ਕੀਤੇ ਨੇ ਮਾਨ ਕਾਨ ਸਿੰਘ ਦਾ ਬਾਨ। ਹਰ ਦੇ ਹਰ ਦਾ ਅਰਥ ਨਾ ਬੱਕਰਾ, ਹਰ ਦਾ ਅਰਥ ਸ਼ੇਰ, ਹਰ ਦਾ ਅਰਥ ਅੱਗ, ਹਰ ਦਾ ਅਰਥ ਪਾਣੀ, ਹਰ ਦਾ ਅਰਥ ਬ੍ਰਹਮਾ, ਹਰ ਦਾ ਅਰਥ ਵਿਸ਼ਨੂੰ, ਹਰ ਦਾ ਅਰਥ ਸ਼ਿਵ ਜੀ, ਹਰ ਦਾ ਅਰਥ ਹਰ ਥਾਂ ਤੇ ਵਿਆਪਕ, ਹਰ ਦਾ ਅਰਥ ਚੋਰ। 52 ਅਰਥ ਕੀਤੇ ਨੇ। ਇੱਥੇ ਅਸੀਂ ਸਿੰਪਲੀ ਇੱਕ ਦਾ ਅਰਥ ਕਰਨਾ ਹੈ। ਹਰ ਦਾ ਅਰਥ ਓਮਨੀ ਪ੍ਰੈਜੈਂਟ, ਜਿਹੜਾ ਹਰ ਥਾਂ ਤੇ ਵਿਆਪਕ ਹੈ। ਹਰ ਥਾਂ ਤੇ ਵਿਆਪਕ। ਜਦੋਂ ਮੈਂ ਇਹਦੇ ਅਰਥ ਪੜ੍ਹੇ ਨਾ ਆਪਣੇ ਚਾਚਾ ਜੀ ਕੋਲੋਂ, ਤੇ ਉਹਨਾਂ ਨੇ ਸਾਨੂੰ ਆਖਿਆ ਵੀ ਹਰ ਦਾ ਨਾਮ ਚੋਰ ਤੇ ਹਰ ਦਾ ਨਾਮ ਰੱਬ। ਤੇ ਮੈਂ ਇੱਕਦਮ ਉਹਨੂੰ ਪੁੱਛਿਆ ਵੀ ਮਹਾਂਪੁਰਸ਼ੋ ਇਹ ਗੱਲ ਵਿਗੜ ਗਈ? ਕਹਿੰਦੇ ਕਿਵੇਂ? ਮੈਂ ਕਿਹਾ ਜੀ ਨਾਲੇ ਤੁਸੀਂ ਚੋਰ ਕਹਿੰਦੇ ਰੱਬ ਚੋਰ ਆ। ਉਹ ਕਹਿੰਦੇ ਆ ਸਮਝਾਵਾਂ ਮੈਨੂੰ। ਉਹਨਾਂ ਸਮਝਾਇਆ ਮੁੜ ਕੇ, ਉਹਨਾਂ ਦਲੀਲ ਦਿੱਤੀ ਵੀ ਚੋਰ ਹੈ ਨਾ, ਜਦੋਂ ਕਿਸੇ ਦੇ ਘਰ ਵਿੱਚ ਚੋਰੀ ਕਰਦਾ ਤੇ ਘਰਦਿਆਂ ਨੂੰ ਪਤਾ ਨਹੀਂ ਚੱਲਦਾ। ਇਸੇ ਤਰ੍ਹਾਂ ਰੱਬ ਜਿਹਦੇ ਤੇ ਕਿਰਪਾ ਕਰਦਾ ਨਾ, ਜਿਹੜਾ ਪਹਿਲਾਂ ਠੱਗੀਆਂ ਮਾਰਦਾ ਸੀ, ਉਹ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ, ਉਹ ਸੱਜਣ ਬਣ ਗਿਆ। ਜਿਹੜਾ ਲੋਕਾਂ ਨੂੰ ਤਲ ਤਲ ਕੇ ਖਾਂਦਾ ਸੀ ਨਾ, ਉਹ ਪਰਮੇਸ਼ਰ ਦਾ ਪਿਆਰਾ ਬਣ ਗਿਆ। ਇਸ ਕਰਕੇ ਜਿਹੜਾ ਕਦੇ ਚੋਰੀਆਂ ਕਰਦਾ ਸੀ, ਗੁਰੂ ਨੇ ਕਿਰਪਾ ਕੀਤੀ, ਬਣ ਗਿਆ ਵਿਧੀ ਚੰਦ ਸ਼ੀਨਾ, ਗੁਰੂ ਕਾ ਸੀਨਾ, ਜੋ ਵਰ ਮੰਗਿਆ ਸੋਈ ਦੀਨਾ। ਇਸ ਕਰਕੇ ਹਰ ਦਾ ਅਰਥ ਚੋਰ ਤਾਂ ਕੀਤਾ, ਪਰਮਾਤਮਾ ਜਿਹਦੇ ਤੇ ਕਿਰਪਾ ਕਰਦਾ, ਉਹਦੇ ਅੰਦਰੋਂ ਔਗਣ ਖਤਮ ਕਰਕੇ ਤੇ ਨੇਕੀ ਨਾਲ ਭਰ ਦਿੰਦਾ। ਜਿਹੜਾ ਸਾੜ ਦਾ ਮਹੀਨਾ ਨੇ, ਇਹ ਉਹਨਾਂ ਵਾਸਤੇ ਦੁਖਦਾਈ ਹੈ। ਨਾ ਉਹਦਾ ਭਾਵ ਹੁੰਦਾ ਪਤੀ। ਜਿਵੇਂ ਪਤਨੀ ਪਤੀ ਤੋਂ ਬਿਨਾਂ ਆਪਣੇ ਆਪ ਨੂੰ ਖਾਲੀ ਖਾਲੀ ਮਹਿਸੂਸ ਕਰਦੀ ਹੈ, ਇਸੇ ਪ੍ਰਕਾਰ ਸਾਡਾ ਸਾਰਿਆਂ ਦਾ ਪਤੀ ਇੱਕ ਵਾਹਿਗੁਰੂ ਹੈ। ਤੇ ਜਿਹੜੇ ਵਾਹਿਗੁਰੂ ਤੋਂ ਟੁੱਟੇ ਨੇ, ਉਹਨਾਂ ਨੂੰ ਸਾੜ ਹੀ ਸਾੜ। ਜਗ ਜੀਵਨ ਪੁਰਖ ਤਿਆਗ ਕੈ ਮਾਨ ਸੰਧੀ ਆਸ। ਜਗਤ ਨੂੰ ਜੀਵਨ ਦੇਣ ਵਾਲੇ ਵਾਹਿਗੁਰੂ ਨੂੰ ਛੱਡ ਕੇ ਅਸੀਂ ਬੰਦਿਆਂ ਕੋਲ ਕੋਈ ਝਾਕ ਰੱਖਦੇ ਹਾਂ, ਜਿਹਨੂੰ ਆਪ ਪਰ ਜਾਨਾ ਬਾਣੀ 'ਚ ਪੜ੍ਹਦੇ ਹਾਂ। ਮਨੋਕੀ ਟੇਕ ਬਿਰਥੀ ਸਭ ਜਾਨ, ਦੇਵਨ ਕਾ ਏਕ ਭਗਵਾਨ। ਸਤਿਗੁਰ ਸੱਚਾ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ। ਇਹਦੇ ਸੰਬੰਧ ਵਿੱਚ ਸਾਨੂੰ ਇੱਕ ਮਹਾਂਪੁਰਸ਼ਾਂ ਨੇ ਦ੍ਰਿਸ਼ਟਾਂਤ ਪੜ੍ਹਾਇਆ ਹੈ। ਇੱਕ ਲੱਕੜਹਾਰਾ ਲੱਕੜਾਂ ਕੱਟਣ ਜਾਂਦਾ ਵਿਚਾਰਾ, ਤੇ ਕੁਦਰਤੀ ਤੌਰ ਤੇ ਇੱਕ ਰਜਵਾੜਾ ਜਿਹੜਾ ਸੀ ਨਾ, ਉਹ ਸ਼ਿਕਾਰ ਖੇਡਣ ਗਿਆ ਤੇ ਉਹਨੂੰ ਰਸਤਾ ਭੁੱਲ ਗਿਆ। ਜੰਗਲ ਸੀ, ਬੜਾ ਭੜਕਿਆ ਉਹ। ਕੁਦਰਤੀ ਤੌਰ ਤੇ ਜਦੋਂ ਉਹ ਲੱਕੜਹਾਰੇ ਨੂੰ ਮਿਲਿਆ ਤੇ ਕਹਿਣ ਲੱਗਾ, ਮਿੱਤਰਾ ਬੇਨਤੀ ਵੀ ਤੂੰ ਭੇਤੀ ਹੈ, ਤੇਰਾ ਰੋਜ਼ ਦਾ ਧੰਦਾ ਹੈ, ਤੇ ਮੈਂ ਰਸਤੇ ਤੋਂ ਭੜ ਗਿਆ, ਤੇ ਮੇਰੇ ਤੇ ਕਿਰਪਾ ਕਰ, ਮੈਨੂੰ ਰਾਹ ਪਾ ਦੇ। ਉਹ ਕਹਿਣ ਲੱਗਾ, ਮਹਾਰਾਜਾ ਸਾਹਿਬ ਇਹ ਕਿਹੜੀ ਗੱਲ ਹੈ, ਤੁਹਾਡਾ ਸੇਵਾ ਦਾ, ਤੂੰ ਸਾਡਾ ਰਾਜਾ ਤੇ ਸਾਨੂੰ ਰਾਜੇ ਦੀ ਸੇਵਾ ਦਾ ਮੌਕਾ ਮਿਲੇ, ਮੈਂ ਤਿਆਰ ਹਾਂ। ਉਹ ਲੱਕੜਹਾਰੇ ਨੇ ਰਜਵਾੜੇ ਨੂੰ ਨਾਲ ਲੈ ਕੇ ਤੇ ਰਾਹ ਪਾ ਦਿੱਤਾ।
ਜਦੋਂ ਰਜਵਾੜਾ ਨਿਕਲਣ ਲੱਗਾ ਨਾ ਤੇ ਉਹਦੀ ਗਰੀਬੀ ਵੇਖ ਕੇ ਉਹਨੂੰ ਤਰਸ ਆਇਆ ਤੇ ਉਹਨੇ ਆਪਣੀ ਮੁੰਦੀ ਲਾਹ ਕੇ ਤੇ ਲੱਕੜਹਾਰੇ ਨੂੰ ਦੇ ਦਿੱਤੀ। ਕਹਿਣ ਲੱਗਾ ਭਰਾਵਾ ਤੂੰ ਮੈਨੂੰ ਰਾਹ ਪਾਇਆ, ਮੈਂ ਤੇਰਾ ਧੰਨਵਾਦ ਕਰਦਾ, ਪਰ ਇੱਕ ਮੈਂ ਨਾਲ ਤੈਨੂੰ ਹੋਰ ਕਹਿ ਦਿਆਂ, ਮੈਂ ਵੇਖ ਲਿਆ ਵੀ ਤੂੰ ਬੰਦਾ ਗਰੀਬ ਹੈ, ਮੇਰੇ ਗੁਲਾਮੀ ਤੇ ਜੋ ਤੈਨੂੰ ਚਾਹੀਦਾ ਮੈਂ ਤੈਨੂੰ ਦਿਆਂਗਾ, ਹੁਣ ਮੇਰੇ ਕੋਲ ਨਹੀਂ। ਲੱਕੜਹਾਰੇ ਨੇ ਘਰ ਜਾ ਕੇ ਗੱਲ ਕੀਤੀ। ਘਰ ਵਾਲੀ ਕਹਿਣ ਲੱਗੀ ਕਿ ਆਪਾਂ ਨੂੰ ਜਾਣਾ ਚਾਹੀਦਾ, ਆਪਾਂ ਗਰੀਬ ਲੋਕ ਆ। ਜਦੋਂ ਉਹ ਲੱਕੜਹਾਰਾ ਰਾਜੇ ਦੇ ਕੋਲ ਗਿਆ ਤੇ ਰਾਜਾ ਆਪਣੇ ਨਿਯਮ ਦੇ ਮੁਤਾਬਕ ਮੁਸਲਮਾਨ ਸੀ, ਉਹ ਨਮਾਜ਼ ਪੜ੍ਹ ਰਿਹਾ। ਨਮਾਜ਼ ਪੜ੍ਹਨ ਦਾ ਇੱਕ ਤਰੀਕਾ ਉਹਨਾਂ ਭਰਾਵਾਂ ਦਾ ਇਹ ਵੀ ਉਹ ਨਮਾਜ਼ ਨੂੰ ਸੰਪੂਰਨ ਹੋ ਜਾਂਦੀ ਤੇ ਮੁੜ ਕੇ ਉਹ ਬੁੱਕ ਕੱਢ ਕੇ ਖੁਦਾ ਕੋਲ ਮੰਗਦੇ ਹਨ। ਆਪ ਹੱਥ ਜੋੜਦੇ ਆ, ਉਹ ਬੁੱਕ ਕਰਦੇ ਨੇ। ਸਾਡੇ ਹੱਥ ਜੋੜਨ ਦਾ ਭਾਵ ਹੁੰਦਾ ਕਿ ਮਹਾਰਾਜ ਮੈਂ ਤੇਰਾ ਗੁਲਾਮ ਹਾਂ। ਕਹੋ ਕਬੀਰ ਗੁਲਾਮ ਘਰ ਕਾ ਜਿਆਏ ਭਾਵੇਂ ਬਾਹਰ। ਜਿਹੜਾ ਅਸੀਂ ਗਲ ਵਿੱਚ ਪਰਨਾ ਪਾਉਂਦੇ ਆ ਨਾ, ਇਹਦੇ ਪਿੱਛੇ ਵੀ ਇੱਕ ਫਲਸਫਾ ਹੈ ਅਧਿਆਤਮਿਕ। ਆ ਕੋਈ ਬੰਦਾ ਅਰਦਾਸ ਕਰਨ ਲੱਗੇ ਤੇ ਪਰਨਾ ਨਾ ਹੋਵੇ ਤੇ ਆਪਾਂ ਦੌੜ ਕੇ ਆਪਣਾ ਪਰਨਾ ਉਹਦੇ ਗਲ 'ਚ ਪਾ ਦਿੰਦੇ। ਤੇ ਕਈ ਬੰਦੇ ਕਹਿੰਦੇ ਇਹਦੇ ਨਾਲ ਕੀ ਹੁੰਦਾ, ਅਰਦਾਸ ਹੀ ਕਰਨੀ ਹੈ ਨਾ। ਨਹੀਂ, ਇਹਦਾ ਇੰਟਰਨਲ ਭਾਵ ਇਹ ਹੈ, ਗਲ ਵਿੱਚ ਪੱਲਾ ਪਾਉਣ ਦਾ ਅਰਥ ਹੁੰਦਾ ਵੀ ਮਹਾਰਾਜ ਮੈਂ ਤੇਰਾ ਗੁਲਾਮ ਆ। ਕਹੋ ਕਬੀਰ ਗੁਲਾਮ ਘਰ ਕਾ ਜਿਆਏ ਭਾਵੇਂ ਬਾਹਰ। ਇਹਦੇ ਪਿੱਛੇ ਇੰਟਰਨਲ ਭਾਵ ਇਹ ਹੈ। ਰੋਹ ਚਾਰ, ਉਹ ਰਾਜਾ ਸਾਹਿਬ ਨਮਾਜ਼ ਪੜ੍ਹਦਾ ਸੀ, ਨਮਾਜ਼ ਉਹਦੀ ਵੀਰ ਦੀ ਪੂਰੀ ਹੋ ਗਈ। ਇਹ ਲੱਕੜਹਾਰਾ ਸਾਰੀ ਜ਼ਿੰਦਗੀ ਭਟਕਦਾ ਰਿਹਾ, ਇਹਨੇ ਲੱਕੜਾਂ ਪਾੜੀਆਂ, ਨਾ ਇਹਨੂੰ ਕੋਈ ਦੁਨੀਆਦਾਰੀ ਦਾ ਢੰਗ ਤਰੀਕਾ। ਇਹ ਜਾ ਕੇ ਡਿਊਟੀ 'ਚ ਕਹਿਣ ਲੱਗਾ ਰਾਜਾ ਸਾਹਿਬ ਨੂੰ ਮਿਲਣਾ ਹੈ, ਮੁੰਦੀ ਵਿਖਾ ਦਿੱਤੀ। ਉਹ ਕਹਿਣ ਲੱਗਾ ਜੀ ਬਹਿ ਜਾਓ। ਪਿਆਰ ਨਾਲ ਪਹਿਰੇਦਾਰ ਨੇ ਬਿਠਾ ਲਿਆ। ਰਾਜਾ ਹੱਥ ਜੋੜ ਕੇ ਦੁਆ ਕਰ ਰਿਹਾ ਤੇ ਕਹਿਣ ਲੱਗਾ ਇਹ ਕੀ ਕਰਦਾ ਭਲਾ। ਪਹਿਰੇਦਾਰ ਨੂੰ ਪੁੱਛਿਆ, ਉਹ ਕਹਿਣ ਲੱਗਾ ਜੀ ਖੁਦਾ ਕੋਲੋਂ ਮੰਗਦਾ। ਜਦੋਂ ਕਹਿੰਦਾ ਖੁਦਾ ਕੋਲੋਂ ਮੰਗਦਾ, ਉਹ ਸੁਭਾਅ ਦਾ ਬੜਾ ਗਰਮ ਸੀ ਤੇ ਕਾਲਾ ਸੀ। ਕਹਿਣ ਲੱਗਾ ਮੈਂ ਨਹੀਂ ਉਹਦੇ ਕੋਲ ਮੰਗਣਾ। ਰਾਜੇ ਨੇ ਪਛਾਣ ਲਿਆ। ਉਹ ਕਹਿਣ ਲੱਗਾ ਇਹਨੂੰ ਸਮਝਾ, ਬੁਲਾ, ਮੈਂ ਇਹਨੂੰ ਪਛਾਣਦਾ ਜੀ, ਪਰਸੋਂ ਮੈਨੂੰ ਮਿਲਿਆ ਸੀ। ਬੁਲਾਇਆ ਲੱਕੜਹਾਰੇ ਨੂੰ। ਰਾਜਾ ਕਹਿਣ ਲੱਗਾ ਗੁਰਮੁਖਾ ਤੂੰ ਬੜਾ ਗਰਮੀ 'ਚ ਹੈ, ਕੀ ਹੋ ਗਿਆ ਭਲਿਆ, ਪਾਣੀ ਧਾਣੀ ਪੀ ਤੇ ਮੁੜ ਚੱਲਿਆ ਸਰ, ਹੁਣ ਦੱਸ ਕੀ ਚਾਹੀਦਾ। ਕਹਿਣ ਲੱਗਾ ਜੀ ਮੈਂ ਨਹੀਂ ਮੰਗਣਾ। ਉਹ ਕਹਿੰਦਾ ਤੂੰ ਕਮਲਾ ਹੋ ਗਿਆ, ਮੈਂ ਤੈਨੂੰ ਕਹਿੰਦਾ ਵੀ ਮੈਂ ਤੈਨੂੰ ਦੇਣਾ ਚਾਹੁੰਦਾ, ਤੂੰ ਕਹਿੰਦਾ ਮੰਗਣਾ ਨਹੀਂ। ਕਹਿਣ ਲੱਗਾ ਜੀ ਤੁਸੀਂ ਹੁਣੇ ਹੱਥ ਜੋੜ ਕੇ ਖੁਦਾ ਕੋਲੋਂ ਮੰਗਿਆ ਤੇ ਜਿਹੜੇ ਖੁਦਾ ਕੋਲੋਂ ਤੁਸੀਂ ਮੰਗਿਆ ਨਾ, ਮੈਂ ਉਸ ਖੁਦਾ ਕੋਲੋਂ ਮੰਗਾਂਗਾ, ਮੈਂ ਤੇਰਾ ਮੰਗਤਾ ਨਹੀਂ ਬਣਨਾ। ਇਹ ਮੈਂ ਥਾਂ ਥਾਂ ਤੇ ਬੋਲਦਾ, ਬੜੇ ਦੁੱਖ ਨਾਲ ਕਹਿਣਾ ਪੈਂਦਾ। ਅਸੀਂ ਜਦੋਂ ਵੀ ਜਾਂਦੇ ਨਾ ਥਾਂ ਥਾਂ ਤੇ ਸਾਡੇ ਗੋਡਿਆਂ ਗਿੱਟਿਆਂ ਨੂੰ ਪਈ ਜਾਣਗੇ, ਗਿਆਨੀ ਜੀ ਕਰੋ ਕਿਰਪਾ। ਮੈਂ ਕਿਹਾ ਕਿਉਂ ਸਾਡਾ ਬੇੜਾ ਗਰ ਕਰਦੇ ਤੇ ਆਪਣਾ ਵੀ ਕਰਦੇ ਹੋ। ਸਾਡੇ ਗੋਡਿਆਂ 'ਚ ਕੀ ਹੈ? ਜਿਹੜਾ ਖੁਦ ਮੰਗਤਾ ਮੰਗਤੇ ਕੋਲੋਂ ਕੀ ਲੱਗ। ਇਹ ਸਾਡੀ ਬੜੀ ਗਲਤ ਟੈਂਡੈਂਸੀ ਚੱਲੀ। ਰਾਗੀ ਆਉਂਦਾ ਤੇ ਉਹਦੇ ਗੋਡੀ ਪਈ ਜਾਣਗੇ, ਜੇ ਗਿਆਨੀ ਆਉਂਦਾ ਤੇ ਉਹਦੇ ਗੋਡੀ ਪਈ ਜਾਣਗੇ। ਅਸੀਂ ਕੇਵਲ ਤੇ ਕੇਵਲ ਗੁਰੂ ਦੇ ਚਰਨਾਂ 'ਚ ਲੱਗਣਾ। ਸਾਨੂੰ ਹਦਾਇਤ ਹੈ ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਹੀਂ ਹੋਰ। ਸਤਿਗੁਰ ਸੱਚਾ ਛੱਡ ਕੇ ਮਨ ਮੁਖੋਏ। ਬੰਦੇ ਦਾ ਬੰਦਾ ਜਿਹੜਾ ਮਨ ਦੇ ਮਗਰ ਲੱਗਾ, ਬੰਦਿਆਂ ਦਾ ਬੰਦਾ ਬਣਦਾ। ਗੁਰੂ ਕਾ ਸੇ ਗੁਰੂ ਤੋਂ ਬਿਨਾਂ ਕਿਸੇ ਅੱਗੇ ਨਹੀਂ ਜੇ ਮੰਗਦਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਜਗ ਜੀਵਨ ਪੁਰਖ ਤਿਆਗ ਹੈ ਮਾਨ ਸੰਧੀ ਆਸ। ਜਗਤ ਨੂੰ ਜੀਵਨ ਦੇਣ ਵਾਲੇ ਵਾਹਿਗੁਰੂ ਨੂੰ ਛੱਡ ਕੇ ਇਹ ਬੰਦਿਆਂ ਦੇ ਕੋਲੋਂ ਆਸ ਰੱਖਦਾ ਹੈ। ਦੋਏ ਭਾਏ ਬਗੁਚੀਏ ਗੱਲ ਪਈ ਸੋ ਜਮ ਕੀ ਫਾਸ। ਦੋਏ ਤੋਂ ਭਾਵ ਹੈ ਦਿਚਿੱਤਾ ਪੁਣਾ। ਦਿਚਿੱਤਾ ਪੁਣਾ ਤੋਂ ਭਾਵ ਗੁਰਦੁਆਰੇ ਦੇਗ ਵੀ ਕਰਾ ਲਈ ਤੇ ਪੀਰ ਦੀ ਕਬਰ ਤੇ ਜਾ ਕੇ ਮਿੱਠੇ ਚੌਲ ਵੀ ਖਾ ਲੈ। ਇਹ ਬਾਤ ਨਹੀਂ ਜੀ ਬਣਨੀ। ਦੋਏ ਭਾਵ ਤੋਂ ਦਿਚਿੱਤਾ ਪੁਣਾ। ਮੈਂ ਇੱਕ ਲਫ਼ਜ਼ ਫੱਬਦਾ ਨਹੀਂ ਕਹਿੰਦਾ। ਬੀਬੀ ਦਾ ਪਤੀ ਹੁੰਦਾ, ਦਿਓਰ ਭਾਵੇਂ 5 ਹੋਣ ਤੇ ਜੇਠ ਭਾਵੇਂ 9 ਹੋਣ, ਪਤੀ 2 ਨਹੀਂ ਹੁੰਦੇ। ਜਿਹਦਾ 2 ਨਾਲ ਸੰਬੰਧ ਹੈ ਨਾ, ਉਹਨੂੰ ਮੂੰਹ ਕੋਈ ਨਹੀਂ ਹੁੰਦਾ। ਕਹਿੰਦੇ ਦੁਆਗਣ, ਬਾਣੀ 'ਚ ਲਫ਼ਜ਼ ਆਉਂਦਾ ਦੁਆਗਣ, ਬੜਾ ਆਉਂਦਾ ਬਾਣੀ 'ਚ ਦੁਆਗਣ ਤੇ ਸੁਹਾਗਣ। ਸੁਹਾਗਣ ਦਾ ਭਾਵ ਹੁੰਦਾ 100+ ਆਂਗਣ। ਇਹ ਲਫ਼ਜ਼ ਆਂਗਣ ਕਹਿੰਦੇ ਨੇ ਵਿਹੜੇ ਨੂੰ। ਜਿਹੜੀ ਸ਼ੌਹ ਦੇ ਵਿਹੜੇ 'ਚ ਰਹਿੰਦੀ ਉਹ ਸੁਹਾਗਣ, ਜਿਹੜੀ ਸ਼ੌਹਰ ਦੇ ਵਿਹੜੇ 'ਚੋਂ ਬਾਹਰ ਹੋ ਗਏ ਉਹ ਦੁਆਗਣ। ਉਹਦੀ ਪੱਤ ਦਾ ਕੋਈ ਰਾਖਾ ਨਹੀਂ। ਇਸ ਕਰਕੇ ਸਾਡੀ ਪੱਤ ਦਾ ਰਾਖਾ ਆ ਹੈ। ਢੁਕਵੀਂ ਸਾਖੀ ਤੇ ਚੇਤੇ ਆ ਗਈ। ਬਾਬਾ ਬਿਧੀ ਚੰਦ ਗੁਰੂ ਕਾ ਸਿੱਖ ਹੈ।
ਜਿਹੜੇ ਦਿਸ਼ਾਲੇ ਸੰਗਤਾਂ ਲਿਆ ਰਹੀਆਂ ਸਨ ਉਹ ਪੱਟੀ ਦੇ ਹਾਕਮਾਂ ਨੇ ਖੋਲ੍ਹ ਹੈ। ਗੁਰੂ ਕੀ ਆਗਿਆ ਲੈ ਕੇ ਪੱਟੀ ਗਿਆ, ਦਿਸ਼ਾਲੇ ਲੈ ਲਏ, ਕਿਉਂਕਿ ਬਾਬੇ ਬਿਧੀ ਚੰਦ ਦਾ ਨਾਨਕਾ ਨਗਰ ਪੱਟੀ ਦੇ ਬਿਲਕੁਲ ਲਾਗੇ ਸਿਰਾਲੀ ਨਗਰ ਹੈ। ਦਿਸ਼ਾਲੇ ਲੈ ਲੈ, ਜਿਹਨੂੰ ਅੱਜ ਕੱਲ੍ਹ ਆਪਾਂ ਕਹਿੰਦੇ ਰੈੱਡ ਅਲਰਟ ਚੁਕੰਨੇ ਹੋ ਜਾਣਾ, ਅੱਜ ਨਵਾਂ ਲਫ਼ਜ਼ ਰੈੱਡ ਅਲਰਟ ਅੰਗਰੇਜ਼ੀ ਦਾ। ਬਾਬਾ ਬਿਧੀ ਚੰਦ ਬੇਗਮਾਂ ਦੇ ਕੁੰਡਾ ਲਾ ਕੇ ਤੇ ਬਾਹਰ ਚਲੇ ਗਏ। ਉਹਨਾਂ ਦਾ ਮਿੱਤਰ ਸੀ ਉੱਥੇ ਭੜਪੂੰਜਾ, ਜਿਹੜਾ ਦਾਣੇ ਭੁੰਦਾ ਸੀ, ਆਉਣ ਜਾਣ ਸੀ ਉੱਥੇ। ਉਹਦੇ ਕੋਲ ਗਏ ਵੀ ਭਰਾਵਾ ਮੇਰੀ ਮਦਦ ਕਰੋ। ਕਹਿਣ ਲੱਗਾ ਗੁਰਮੁਖਾ ਮੈਂ ਮਦਦ ਕੀ ਕਰਾਂਗਾ, ਟੁੱਟਾ ਜਾ ਮੇਰਾ ਕਰਨਾ ਕੋ ਰਹਿਣ ਨੂੰ ਨਾ ਕੋਈ ਸਹਿਣ ਨੂੰ। ਤੂੰ ਕਹਿੰਦਾ ਹੁੰਦਾ ਮੇਰਾ ਗੁਰੂ ਬੜਾ ਪੂਰਾ ਹੈ ਤੇ ਪਾਠੇਗਾ ਬਹਿ ਜਾ। ਬਾਬਾ ਬਿਧੀ ਚੰਦ ਕਹਿਣ ਲੱਗਾ ਵੀ ਮਿੱਤਰਾ ਤਾਂ ਹੈ ਤਾਂ ਤੂੰ ਮੇਰਾ ਮਿੱਤਰ, ਪਰ ਗੱਲ ਮਾੜੀ ਆਖੀ। ਕਹਿੰਦਾ ਕਿਉਂ? ਮੈਂ ਤਾਂ ਤੈਨੂੰ ਇਹੋ ਬਿਧੀ ਚੰਦ ਆਖਿਆ ਵੀ ਜੇ ਤੇਰਾ ਗੁਰੂ ਪੂਰਾ ਗੁਰੂ ਹੈ ਨਾ ਤੇ ਤੱਤੀ ਵਾਹ ਨਹੀਂ ਲੱਗਣ ਦਿੰਦਾ, ਤੱਤੀ ਵਾਹ। ਕਹਿਣ ਲੱਗਾ ਮੈਂ ਗਿਆਨੀ ਨਹੀਂ, ਪਰ ਮੈਂ ਬਿਧੀ ਚੰਦਾ ਤੈਨੂੰ ਇੱਕ ਬੇਨਤੀ ਕਰਾਂ, ਤੂੰ ਮੇਰਾ ਦੋਸਤ ਹੈ, ਭਰਾ ਹੈ। ਮੈਂ ਸੁਣਿਆ ਸੀ ਵੀ ਪ੍ਰਹਲਾਦ ਦੀ ਭੂਆ ਪ੍ਰਹਲਾਦ ਨੂੰ ਗੋਦੀ 'ਚ ਲੈ ਕੇ ਬੈਠ ਗਈ ਤੇ ਪ੍ਰਹਲਾਦ ਰੱਬ ਦਾ ਭਗਤ ਸੀ ਤੇ ਪ੍ਰਹਲਾਦ ਸੜਿਆ ਨਹੀਂ। ਇਹ ਮੈਂ ਤੇਰੇ ਵਰਗੇ ਵਿਦਵਾਨਾਂ ਕੋਲੋਂ ਸੁਣਿਆ। ਇਹ ਵੀ ਮੈਂ ਸੁਣਿਆ ਵੀ ਬੀਬੀ ਦ੍ਰੋਪਦੀ ਨੂੰ ਨੰਗਿਆਂ ਕਰਨ ਲੱਗੇ ਤੇ ਬੀਬੀ ਦ੍ਰੋਪਦੀ ਨੇ ਭਗਵਾਨ ਦੇ ਅੱਗੇ ਅਰਦਾਸ ਕੀਤੀ ਤੇ ਬੀਬੀ ਦ੍ਰੋਪਦੀ ਨੰਗੀ ਨਾ ਹੋਈ ਤੇ ਤੇਰਾ ਗੁਰੂ ਪੂਰਾ, ਤੈਨੂੰ ਕਾਹਦਾ ਡਰ ਹੈ? ਬਾਬਾ ਬਿਧੀ ਚੰਦ ਹੱਸ ਪਿਆ। ਕਹਿਣ ਲੱਗਾ ਬੜੀ ਟਿਕਾਣੇ ਦੀ ਗੱਲ ਆਖੀ, ਹੁਣ ਇਉਂ ਕਰੀ ਜਿਹੜਾ ਝੁਲਕਾ ਤੇਜ਼ ਕਰਦੇ ਤੇਜ਼। ਯਾਦ ਰੱਖਿਆ ਜੇ, ਸਾਡਾ ਬਚਾਅ ਤਾਗੀਆਂ ਨਹੀਂ ਜੀ ਕਰਨਾ, ਸਾਡਾ ਬਚਾਅ ਪਾਣੀ ਦੀਆਂ ਬੋਤਲਾਂ ਨਹੀਂ ਜੇ ਕਰਨਾ, ਸਾਡਾ ਬਚਾਅ ਬਾਬਿਆਂ ਦੀਆਂ ਨਿੱਕੀਆਂ ਲਾਚੀਆਂ ਨੇ ਨਹੀਂ ਕਰਨਾ। ਅਸੀਂ ਬੜੇ ਮਰੀਜ਼ ਫਸੇ ਪਏ ਹਾਂ, ਉਲਝੇ ਹੋਏ ਹਾਂ। ਕੋਈ ਨਿੱਕੀਆਂ ਲਾਚੀਆਂ ਖਾਧੀ ਜਾਂਦਾ, ਬਾਬੇ ਲਾਚੀਆਂ ਕਰਕੇ ਦੇ ਗਏ। ਮੈਂ ਅੱਜ ਤੱਕ ਹਜ਼ਾਰਾਂ ਗ੍ਰੰਥ ਪੜ੍ਹੇ ਨੇ, ਮੈਨੂੰ ਕਿਸੇ ਗ੍ਰੰਥ ਵਿੱਚੋਂ ਸਿੱਖ ਧਰਮ 'ਚ ਲਾਚੀਆਂ ਕਰਕੇ ਦੇਣ ਦਾ ਪ੍ਰਸੰਗ ਨਹੀਂ ਜੇ ਲੱਭਾ। ਤੇ ਹੁਸ਼ਿਆਰਪੁਰ ਤੁਹਾਡਾ ਨਗਰ ਹੈ, ਕਿਉਂਕਿ ਤੁਸੀਂ ਹੁਸ਼ਿਆਰ ਹੋ ਚੁਸਤ ਹੋ। ਤੇ ਜੇ ਤੁਹਾਡੇ ਕੋਲ ਕੋਈ ਗ੍ਰੰਥ ਹੈ ਨਾ ਵੀ ਲਾਚੀਆਂ ਨਾਲ ਬੰਦਾ ਮੁਕਤ ਹੋ ਜਾਂਦਾ ਤੇ ਮੇਰੇ ਤੇ ਇਹਨੇ ਤਰਸ ਕਰੇਗਾ, ਪੈਸੇ ਭਾਵੇਂ ਸਾਰੇ ਲੈ ਲਓ, ਪਰ ਮੈਨੂੰ ਉਹ ਪੋਥੀ ਲੱਭਦੀ ਤੇ ਬਾਬਾ ਲਾਚੀਆਂ ਕਰਕੇ ਦਿੰਦਾ ਤੇ ਇਹਦਾ ਕੋਈ ਮਾਤਮ ਹੋਵੇ। ਸਾਡੇ ਕਿਹੜੇ ਗੁਰੂ ਲਾਚੀਆਂ ਕਰਕੇ ਦਿੱਤੀਆਂ। ਹੁਣ ਕਾਲੇ ਤਾਗਿਆਂ ਦਾ ਬੜਾ ਰਿਵਾਜ ਚੱਲਿਆ ਹੈ। ਮੈਨੂੰ ਕਹਿੰਦੇ ਗਿਆਨੀ ਜੀ ਦਾ ਕੀ ਮਾਤਮ? ਮੈਂ ਕਿਹਾ ਭੇਡਾਂ ਨੂੰ ਧਾਗੇ ਹੁੰਦੇ ਆ, ਤਾਗੇ ਕੋ ਬੰਨ੍ਹਦੇ ਨੇ ਕਾਲੇ। ਮੈਂ ਕਿਹਾ ਵੀ ਭੇਡਾਂ ਦੀ ਨਿਸ਼ਾਨੀ ਵੀ ਭੇਡਾਂ ਰਲ ਨਾ ਜਾਣ। ਹਾਂ, ਜਿਹੜੇ ਸਿੱਖ ਨੇ ਨਾ ਉਹ ਤਾਗੇ ਨਹੀਂ ਬੰਨ੍ਹਦੇ, ਉਹ ਕਿਰਪਾਨ ਪਾਉਂਦੇ ਨੇ। ਕਿਰਪਾਨ ਪਾਨ ਧਾਰੀਆਂ ਕਰੋੜ ਪਾਪ ਟਾਰੀ। ਸਿੱਖ ਕਿਰਪਾਨ ਪਾਉਂਦਾ, ਸਿੱਖ ਸ਼ਹਿਰਾ ਪਾਉਂਦਾ, ਸਿੱਖ ਕੜਾ ਪਾਉਂਦਾ, ਤਾਗਾ ਬਣਦੀ ਹੈ ਭੇਡ ਤੇ ਭੇਡੂ। ਤੇ ਹੁਣ ਚੋਣ ਅਸੀਂ ਕਰਨੀ ਹੈ। ਬਾਬਾ ਬਿਧੀ ਚੰਦ ਭੱਠ ਵਿੱਚ ਬੈਠ ਗਿਆ, ਨਾਲ ਮੂਲ ਮੰਤਰ ਦਾ ਪਾਠ ਕੀਤਾ ਤੇ ਨਾਲ ਸ਼ਬਦ ਪੜਿਆ ਕੀ? ਬਿਲਾਵਲ ਮਹੱਲਾ ਪੰਜਵਾ, ਤਾਤੀ ਵਾਉਣ ਲੱਗਈ ਪਾਰ ਬ੍ਰਹਮ ਸਰਣਾਈ। ਮੈਂ ਪਰਮੇਸ਼ਰ ਦੀ ਸ਼ਰਨ ਲਈ ਤੇ ਮੇਰਾ ਮਨ ਕਹਿੰਦਾ ਵੀ ਮੈਨੂੰ ਤੱਤੀ ਵਾਹ ਨਹੀਂ ਲੱਗਣੀ। ਪਾਰ ਬ੍ਰਹਮ ਤੋਂ ਭਾਵ ਹੁੰਦਾ, ਦੋ ਲਫ਼ਜ਼ ਆਉਂਦੇ ਨੇ ਬਾਣੀ 'ਚ, ਪੂਰਨ ਬ੍ਰਹਮ ਤੇ ਪਾਰ ਬ੍ਰਹਮ। ਪਾਰ ਬ੍ਰਹਮ ਦਾ ਅਰਥ ਹੁੰਦਾ ਉਹ ਪਰਿਪੂਰਨ ਪਰਮਾਤਮਾ ਜਿਹੜਾ ਹੈ ਤਾਂ ਸਹੀ ਪਰ ਵੇਖਿਆ ਨਹੀਂ ਜਾ ਸਕਦਾ। ਜਿਵੇਂ ਗੁਰਬਾਣੀ 'ਚ ਹੁੰਦਾ ਨਿਰਗੁਣ ਆਪ ਸਰਗੁਣ ਪੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ। ਜਿਹੜਾ ਨਿਰਗੁਣ ਹੈ ਨਾ ਉਹ ਦਿਸਦਾ ਨਹੀਂ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਪ੍ਰਕਾਸ਼ ਨੇ ਇਹ ਸਰਗੁਣ ਰੂਪ ਹਨ, ਉਸ ਨਿਰਗੁਣ ਦਾ ਸਰਗੁਣ ਰੂਪ ਨੇ। ਪਾਰ ਬ੍ਰਹਮ ਤੋਂ ਭਾਵ ਉਹ ਅਣਡਿੱਠ ਸ਼ਕਤੀ ਜਿਹੜੀ ਵਰਤੀ ਤਾਂ ਹੈ ਪਰ ਉਹਨੂੰ ਪਕੜਿਆ ਨਾ ਜਾ ਸਕੇ, ਜਿਹਦੀ ਵਿਆਖਿਆ ਆਪਾਂ ਜਾਪ ਸੋਚ ਪੜ੍ਹਦੇ, ਚੱਕਰ ਚੇਨ ਅਰ ਬਰਨ ਜਾਤ ਪਾਰ ਬ੍ਰਹਮ। ਚੱਕਰ ਚੇਨ ਅਰ ਬਰਨ ਜਾਤ ਅਰ ਪਾਤ ਨਹਿ ਜੇ रूप रंग और रेख पे को कह न सकत के अचाल मूर्त अनपो प्रकाश अमतोज भिजै कोड़ इंद्र इंद्राण साए सहाड़ गरीजै। बाबा जी ने पढ़िया ताती बौन लगी पार ब्रह्म सरनाई चौगिरद हमारे राम कार दुख लगे ना भाई सतगुर पूरा भेटिया जन बनत बढ़ाई। मैं पूर्ण गुरु नाल मिलाप कर लिया ते गुरु ने मैनूं दिता कि राम नाम औखद दिया एक औखद कहते हैं दवाई नूं। मेरे गुरु ने रमे हुए नाम का नाम मैनू दवाई के रूप ही दिता। तो फिर की होया? कहो नानक कृपा भई प्रभ ऐसा है, मेरी वाहिगुरू ने मदद की। इस करके मेरे पातशाह कहते हैं भाई दुगे भाए गुचिए गल पई सो जम की फास जेड़े चिते पुणे च पै गए ना उन्होंने मना के उन्होंने मना गलों में जवां की फांसी पै गई। अजकल तुहानूं समझाउण की लोड़ ही कोई नहीं।
ਗੱਡੀਆਂ ਦੀਆਂ ਗੱਡੀਆਂ ਭਰ ਕੇ ਅੰਮ੍ਰਿਤਸਰ ਭਾਵੇਂ ਨਾ ਜਾਣ, ਪਰ ਡੇਰਿਆਂ ਤੇ ਜਾਂਦੀਆਂ ਜੇ। ਡੇਰਿਆਂ ਤੇ ਬਾਬਿਆਂ ਕੋਲ ਨਾਮ ਲੈਣ ਗਏ, ਇਹਦਾ ਭਾਵ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕੋਲ ਨਾਮ ਹੀ ਹੈ ਨਹੀਂ, ਆਖਿਰ ਨਾਮ ਲੈਣ ਗਏ। ਇਹਦਾ ਭਾਵ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੇ ਨਿਗਾਹ ਛੋਟੇ ਹੋਏ, ਇਹਨਾਂ ਦੀ ਤਾਕਤ ਘੱਟ ਹੈ। ਗੁਰੂ ਕੇ ਸਿੱਖੋ, ਸਾਡੇ ਲਈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੋਂ ਵੱਡੀ ਕੋਈ ਤਾਕਤ ਨਹੀਂ। ਇਹ ਕੇਵਲ ਤੇ ਕੇਵਲ ਮਾਇਆ ਇਕੱਠੀ ਕਰਨ ਵਾਸਤੇ ਸਟੰਟਬਾਜ਼ੀ ਬਣੀ ਹੈ। ਮੈਂ ਸਿੱਧੀ ਗੱਲ ਕਹਿ ਦਿਆਂ, ਸਾਡਾ ਗੁਰੂ ਸਮਰੱਥ ਹੈ। ਉਹ 10 ਲੱਖ ਦੇ ਘੇਰੇ ਵਿੱਚੋਂ ਵੰਗਾਰ ਕੇ ਨਿਕਲਦਾ ਹੈ। ਗੁਰੂ ਨਾਨਕ ਦੀ ਗੱਦੀ ਦਾ ਵਾਰਸ ਗੁਰੂ ਗੋਬਿੰਦ ਸਿੰਘ ਤਾੜੀ ਮਾਰ ਕੇ ਕਿਲੇ ਚੋਂ ਨਿਕਲਣ ਲੱਗਾ ਹੈ। ਕਿਸੇ ਤਾਕਤ ਦੇ ਆਓ ਹੱਥ ਪਾ ਲਓ। ਤੇ ਜਿਹੜੇ ਅੰਦਰ ਬੈਠੇ ਡੇਰਿਆਂ ਦੇ ਉਹਨਾਂ ਨੂੰ ਕਹੋਗਾ ਵੀ ਬਿਨਾਂ ਬੰਦਿਆਂ ਤੋਂ ਬਾਹਰ ਨਿਕਲ, ਦੇਖਿਆ ਜੇ ਕਿਵੇਂ ਇਹਨਾਂ ਨੂੰ ਕੁੱਟ-ਕੁੱਟ ਕੇ ਰਾਹ ਪਾ ਦਿੰਦੇ ਆ। ਹੁਲੀਆ ਵਿਗਾੜ ਦਿਆਂਗੇ ਫੜ ਕੇ। ਡਲਾਕੜ ਨੇ ਜੈਡ ਸੁਰੱਖਿਆ ਲਈਏ ਹੋਵੇ ਗੁਰੂ ਤੇ ਉਹਨੇ ਸੁਰੱਖਿਆ ਲਈ। ਗੁਰੂ ਕਾਹਦਾ ਹੈ? ਸਾਡਾ ਗੁਰੂ ਦੀ ਖੁਦ ਸੁਰੱਖਿਆ ਆਪ ਹੈ। ਇਸ ਕਰਕੇ ਉਹਨਾਂ ਲੋਕਾਂ ਤੋਂ ਬਚੋ, ਸੁਚੇਤ ਰਹੋ। ਮੈਂ ਜਿਸ ਥਾਂ ਤੋਂ ਆਇਆ ਨਾ, ਇੱਕ ਮੈਸੇਜ ਲੈ ਕੇ ਆਇਆ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੇ, ਪਰਤਾ ਗੁਰੂ ਨਸਤਾਰ। ਜੋ ਬਾਣੀ ਕਹਿੰਦੀ ਸੇਵਾਦਾਰ ਬਣ ਕੇ ਮੰਨੋ। ਪਰ ਆਪਾਂ ਤਾਂ ਰਸਮੀ ਤੌਰ ਤੇ ਅੱਖਾਂ ਮੀਟੀ ਪੜੀ ਜਾਣੇ, ਮੰਨਣ ਵਾਲੀ ਗੱਲ ਹੈ ਨਹੀਂ। ਮੈਂ ਵੇਖ ਲਿਆ ਤੁਹਾਡੇ ਆ ਲਿਖਿਆ ਜੇ ਸਤਿਨਾਮ, ਸਾਰੀ ਬਾਣੀ ਚ ਕਿਤੇ ਨਹੀਂ ਲਿਖਿਆ ਤਰਾ। ਜੇ ਲਿਖਿਆ ਤਾਂ ਮੈਨੂੰ ਦੰਨ ਲਿਆ। ਮੰਬੇ ਥੱਲੇ ਔਂਕੜ ਹੁੰਦਾ, ਸੱਸਾ ਤੱਤੇ ਨੂੰ ਸਿਹਾਰੀ, ਨੰਨੇ ਨੂੰ ਕੰਨਾਂ ਤੇ ਮੰਮੇ ਥੱਲੇ ਔਂਕੜ। ਅਜੇ ਤੱਕ ਕਿਸੇ ਨੂੰ ਚੇਤਾ ਨਹੀਂ ਆਇਆ, ਲੱਖਾਂ ਬੰਦੇ ਮੱਥਾ ਟੇਕੇ, ਔਂਕੜ ਕਿਸੇ ਲਾਇਆ ਹੀ ਨਹੀਂ। ਆਹ ਨਾਮ ਹੈ ਨਾ ਸਤਿਨਾਮ, ਔਂਕੜ ਹੈ ਨਹੀਂ ਥੱਲੇ। ਸਤਿਨਾਮ ਲਾਓ ਤਾਂ ਕੰਪਲੀਟ ਬਣੇਗਾ। ਸਤਿਨਾਮ ਔਂਕੜੋ ਕਿੰਨੇ ਬੰਦੇ ਟੋਕਿਆ ਭਲਾ ਕਿਸੇ ਨੇ? ਸਾਰੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਇਸ ਤਰ੍ਹਾਂ ਸਤਿਨਾਮ ਹੈ ਨਹੀਂ। ਜੇ ਮੈਂ ਗਲਤ ਹਾਂ ਤੇ ਮੈਂ ਤੁਹਾਡੇ ਕੋਲ ਗੁਣ ਲੈ ਕੇ ਜਾਵਾਂਗਾ। ਬਾਹਰ ਸਾਰੀ ਬਾਣੀ ਸਤਿਨਾਮ ਹੈ, ਸੱਸਾ ਤੱਤੇ ਨੂੰ ਸਿਹਾਰੀ, ਨੰਨੇ ਨੂੰ ਕੰਨਾਂ ਤੇ ਮੰਮੇ ਥੱਲੇ ਔਂਕੜ। ਤੁਸੀਂ ਕਹੋ ਗਿਆਨੀ ਜੀ ਕੀ ਹੁੰਦਾ? ਇਹਦੇ ਨਾਲ ਇਹ ਹੁੰਦਾ ਵੀ ਕੇਵਲ ਤੇ ਕੇਵਲ ਇੱਕ ਵਾਹਿਗੁਰੂ ਹੀ ਸਤ ਹੈ। ਅੰਗਰੇਜ਼ੀ ਕਹਿੰਦੇ ਸਿੰਗੂਲਰ, ਇੱਕ ਵਚਨ। ਅਗਰ ਇਹ ਇੱਕ ਔਂਕੜ ਨਹੀਂ ਪੈਂਦਾ ਤੇ ਇੱਕ ਵਚਨ ਨਹੀਂ ਜੇ ਬਣਨਾ। ਇਸ ਕਰਕੇ ਬੇਨਤੀ ਕਰਾਂ, ਤੁਸੀਂ ਕਹਿੰਦੇ ਪ੍ਰਚਾਰ ਨਹੀਂ ਹੁੰਦਾ, ਤੁਸੀਂ ਕਿੰਨੇ ਚਿਰ ਪ੍ਰਚਾਰ ਕੀ ਕਰੀਏ? ਤੁਸੀਂ ਤਾਂ ਆਪ ਨਹੀਂ ਚਾਕਦੇ। ਗੁਰੂ ਸਾਡੇ ਤੇ ਕਿਰਪਾ ਕਰੇ, ਸਾਨੂੰ ਪਤਾ ਚੱਲੇ। ਜਿਹਾ ਬੀਜੇ ਸੋ ਲੁਣੇ, ਮੱਥੇ ਜੋ ਲਿਖਿਆ। ਜਿਹੋ ਜਿਹਾ ਬੀਜੇਗਾ ਨਾ ਉਹੋ ਜਿਹਾ ਵੱਢੇਗਾ। ਲੁਣੇ ਤੋਂ ਭਾਵ ਹੁੰਦਾ ਵੱਢਣਾ, ਕੱਟਣਾ। ਜਿਹੋ ਜਿਹਾ ਬੰਦਾ ਬੀਜਦਾ ਉਹੋ ਜਿਹਾ ਕੱਟਣਾ ਪੜੇਗਾ। ਐ ਕਰ ਕਰੇ ਸੋ ਐ ਕਰ ਪਾਏ, ਕੋਈ ਨਾ ਪਕੜੀਏ ਕਿਸੇ ਕੇ ਥਾਏ। ਮੈਂ ਆਪਣੇ ਬਚਪਨ ਦੇ ਵਿੱਚ ਭਾਈ ਬਾਲੇ ਵਾਲੀ ਜਨਮ ਸਾਖੀ ਬਹੁਤ ਮੇਰਾ ਪੜ੍ਹੀ ਹੈ। ਮੈਨੂੰ ਜਨਮ ਸਾਖੀ ਨੇ ਕਥਾ ਵਾਲੇ ਪਾਸੇ ਲਾਇਆ। ਮੈਂ ਉਹਦੀ ਇੱਕ ਸਾਖੀ ਪੜ੍ਹੀ, ਤੁਹਾਡੀ ਜਾਣਕਾਰੀ ਵੀ ਪਿਆ। ਆਪਾਂ ਜੋ ਬੀਜ ਨੂੰ ਵੱਢਣਾ ਪਏਗਾ। ਉੱਥੇ ਭਾਈ ਮਰਦਾਨਾ ਜੀ ਗੁਰੂ ਪਾਤਸ਼ਾਹ ਨੂੰ ਕਹਿਣ ਲੱਗੇ ਵੀ ਮਹਾਰਾਜ ਮੈਨੂੰ ਭੁੱਖ ਲੱਗੀ ਹੈ, ਕੋਈ ਸ਼ਗਨ ਛਕਾਉਣ ਦਾ ਪ੍ਰਬੰਧ ਹੋ ਜਾਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਰਦਾਨਿਆਂ ਕਬਰਾਂ ਆ ਗਈਆਂ ਨੇ ਤੇ ਜਾ ਕੇ ਲੈ ਆ। ਮਰਦਾਨਾ ਗੁਰੂ ਪਾਤਸ਼ਾਹ ਦਾ ਬੜਾ ਪਿਆਰਾ ਸਿੱਖ ਸੀ, ਗੁਰਦੇਵ ਦਾ ਰਹਿਮਤ ਦਾ ਪਾਤਰ ਸੀ। ਕਹਿਣ ਲੱਗਾ ਮਹਾਰਾਜ ਮੈਨੂੰ ਭੁੱਖ ਲੱਗੇ, ਤੁਸੀਂ ਮਜ਼ਾਕ ਕਰੀ ਜਾਂਦੇ ਹੋ, ਧਿਆਨ ਦਿਆ ਜੀ। ਕਹਿਣ ਲੱਗੇ ਜਾ ਤਾਂ ਸਹੀ। ਉੱਥੇ ਮੈਂ ਪੜ੍ਹਿਆ, ਮੈਂ ਵਾਰ-ਵਾਰ ਰਿਪੀਟ ਕਰ ਰਿਹਾ ਕਿ ਇਹ ਮੈਂ ਬਚਪਨ ਵਿੱਚ ਭਾਈ ਬਾਲੇ ਦੀ ਜਨਮ ਸਾਖੀ ਵਿੱਚ ਸਾਖੀ ਪੜ੍ਹੀ। ਬਚਪਨ ਵਿੱਚ ਭਾਈ ਬਾਲਾ ਜੀ ਨੇ, ਮਾਫ ਕਰਨਾ, ਭਾਈ ਮਰਦਾਨਾ ਜੀ ਨੇ ਗੁਰੂ ਪਾਤਸ਼ਾਹ ਦੇ ਹੁਕਮ ਦੇ ਮੁਤਾਬਕ ਉੱਥੇ ਆਖਿਆ ਸਤ ਕਰਤਾਰ। ਜਦੋਂ ਸਤ ਕਰਤਾਰ ਆਖਿਆ ਨਾ, ਇੱਕ ਮੁਰਦਾ ਨਿਕਲਿਆ। ਇੱਥੇ ਆਪਾਂ ਕਹਾਂਗੇ ਵੀ ਗੱਲ ਝੂਠ ਹੈ, ਇਹ ਹੋ ਨਹੀਂ ਸਕਦੀ। ਮੰਮੀ ਤੁਹਾਡਾ ਭਰਾ ਭਾਈ ਆ, ਮੰਮੀ ਸਹਿਮਤ ਹੋ ਜਾਗਾ। ਲੇਕਿਨ ਬਾਬੇ ਫਰੀਦ ਦੀ ਬਾਣੀ 'ਚ ਲਿਖਿਆ ਹੈ ਗੋਰਾਂ ਸੇ ਨਿਮਾਣੀਆਂ ਬਹਿਸਨ ਰੂਹਾਂ ਮੱਲ। ਇਸਲਾਮ ਦੇ ਧਰਮ ਮੁਤਾਬਕ ਉਹ ਕਿਆਮਤ ਦੇ ਦਿਨ ਤੱਕ ਜਿਹੜੀਆਂ ਮੁਸਲਮਾਨ ਭਰਾਵਾਂ ਦੀਆਂ ਰੂਹਾਂ ਨੇ, ਉਹਨਾਂ ਦੇ ਧਰਮ ਮੁਤਾਬਕ ਅਸੀਂ ਉਹਨੂੰ ਖੰਡਨ ਨਹੀਂ ਕਰ ਸਕਦੇ, ਨਮਸਕਾਰ ਕਰਦੇ ਕਿ ਜਿਹੜੀਆਂ ਰੂਹਾਂ ਨੇ ਨਾ ਇਹ ਕਬਰਾਂ 'ਚ ਰਹਿੰਦੀਆਂ ਨੇ। ਜਦੋਂ ਕਿਆਮਤ ਦਾ ਦਿਨ ਆਵੇਗਾ, ਜਿਹਨੂੰ ਕਿਆਮਤ ਕਹਿੰਦੇ ਅੰਗਰੇਜ਼ੀ ਡੂਮ ਡੇ ਕਹਿੰਦੇ ਨੇ, ਉਸ ਦਿਨ ਜਿਹੜੀਆਂ ਰੂਹਾਂ ਨੇ ਨਾ ਉਹ ਕਬਰਾਂ 'ਚ ਉੱਠਣਗੀਆਂ ਤੇ ਮੁਹੰਮਦ ਸਾਹਿਬ ਸਿਫਾਰਿਸ਼ ਕਰਨਗੇ। ਜਿਹੜੇ ਇਸਲਾਮ ਦੇ ਨਿਯਮ ਦੇ ਮੁਤਾਬਕ ਹੋਣਗੇ ਬਿਸ਼ਤਾਂ ਨੂੰ ਜਾਣਗੇ, ਬਾਕੀ ਭਟਕਣਗੇ। ਭਾਈ ਮਰਦਾਨਾ ਜੀ ਨੇ ਸਤ ਕਰਤਾਰ ਕਿਹਾ। ਇੱਕ ਆਦਮੀ ਨਿਕਲਿਆ, ਉਹਨੇ ਰੋਟੀ ਦਿੱਤੀ, ਇੱਕ ਪਾਸੇ ਤੋਂ ਕੱਚੀ ਇੱਕ ਪਾਸੇ ਤੋਂ ਪੱਕੀ। ਜਦੋਂ ਮੁੜਨ ਲੱਗਾ ਤੇ ਕਹਿਣ ਲੱਗਾ ਹਾਏ ਦੁਨੀਆ,
ਭਾਈ ਮਰਦਾਨਾ ਜੀ ਨੇ ਆਖਿਆ, ਭਲਿਆ ਪੁਰਸ਼ਾ, ਹਾਏ ਦੁਨੀਆ ਕਿਉਂ ਆਖਿਆ? ਕਹਿਣ ਲੱਗਾ, ਬਾਬਾ ਤੂੰ ਆਪਣਾ ਕੰਮ ਕਰ, ਤੈਨੂੰ ਰੋਟੀ ਚੀਜ਼ ਲੈ ਲਈ। ਕਹਿੰਦਾ ਨਹੀਂ, ਦੱਸ। ਕਹਿਣ ਲੱਗਾ, ਜਿਹੜੀ ਮੇਰੀ ਮਾਂ ਸੀ ਨਾ, ਉਹ ਕੁਦਰਤੀ ਤੌਰ ਤੇ ਰੋਟੀ ਪਕਾ ਰਹੀ ਸੀ ਤੇ ਅੰਦਰੋਂ ਠੂਠੀ ਘਿਓ ਵਾਲੀ ਲੈਣ ਗਈ। ਸਾਡੇ ਬੂਹੇ ਅੱਗੇ ਮੰਗਤਾ ਆਇਆ ਤੇ ਮੰਗਤੇ ਨੇ ਆ ਕੇ ਤੂੰ ਭੀਖ ਮੰਗੀ ਨਾ, ਤੇ ਮੈਂ ਹੈ ਤਾਂ ਬੱਚਾ, ਲੇਕਿਨ ਪਤਾ ਨਹੀਂ ਮੇਰੇ ਮਨ ਵਿੱਚ ਕੀ ਆਇਆ ਕਿ ਮੈਂ ਰੋਟੀ ਚੁੱਕ ਕੇ ਤੇ ਮੰਗਤੇ ਨੂੰ ਦੇ ਦਿੱਤੀ। ਇੱਕ ਪਾਸੇ ਤੂੰ ਕੱਚੀ ਸੀ ਥੋੜੀ ਜੀ। ਮੇਰੀ ਮਾਂ ਨੇ ਮੈਨੂੰ ਬਹੁਤ ਡਾਂਟਿਆ, ਝਿੜਕਿਆ, ਚਪੇੜ ਵੀ ਮਾਰੀ। ਉਸ ਦਿਨ ਤੋਂ ਮੈਂ ਜ਼ਿੰਦਗੀ 'ਚ ਕਦੇ ਕਿਸੇ ਨੂੰ ਕੋਈ ਦਿੱਤਾ ਹੀ ਨਹੀਂ। ਉਹ ਰੋਟੀ ਦਿੱਤੀ, ਉਹ ਮੈਨੂੰ ਮਿਲੀ। ਹੁਣ ਇਹ ਸਾਖੀ ਕਿਉਂਕਿ ਅੱਜ ਕੱਲ੍ਹ ਦਾ ਮਾਡਰਨ ਜ਼ਮਾਨਾ, ਆਪਾਂ ਟੀਕਾ ਟਿੱਪਣੀ ਬੜੀ ਕਰਦੇ, ਆਪਾਂ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ। ਜੇ ਕਿਸੇ ਗਿਆਨੀ ਜੀ ਕੋਲੋਂ ਪਾਈ ਹੋਣੀ, ਇਹ ਕਿਵੇਂ ਹੋ ਸਕਦਾ? ਤੁਹਾਡੇ ਨਾਲ ਸਹਿਮਤ ਹੋ ਜਾਣਾ, ਪਰ ਇਹ ਤਾਂ ਮੰਨੋਗੇ ਨਾ, ਐ ਕਰ ਕਰੇ ਸੋ ਐ ਕਰ ਪਾਏ, ਕੋਈ ਨਾ ਪਕੜੀਏ ਕਿਸੇ ਕਿਠਾਏ। ਜਿਹੜੇ ਹੱਥ ਨਾਲ ਦੇਗਾ ਨਾ, ਉਸੇ ਹੱਥ ਨਾਲ ਗੁਰਮੁਖਾ ਤੈਨੂੰ ਮਿਲੇਗਾ। ਰੈਣ ਵਿਹਾਣੀ ਪਛਤਾਣੀ, ਉੱਠ ਚਲੀ ਗਈ ਨਿਰਾਸ਼। ਆਪਾਂ ਜਿਹੜੇ ਜੀਵਨ ਆ ਨਾ, ਇੱਕ ਰਾਤ ਵਰਗਾ ਹੈ। ਜਦੋਂ ਜ਼ਿੰਦਗੀ ਦੀ ਰਾਤ ਮੁੱਕ ਗਈ, ਮੁੜ ਕੇ ਪਛਤਾਵੇਂਗਾ ਤੇ ਪਿਆਰਿਆ ਬਾਤ ਨਹੀਂ ਬਣਨੀ। ਜਿਹਨੂੰ ਅੰਗਰੇਜ਼ੀ ਵੀ ਕਹਿੰਦੇ ਕੈਚ ਦੀ ਟਾਈਮ ਬਾਈ ਦੀ ਫੋਰ ਲੌਕ, ਜਿਹਨੂੰ ਭਾਈ ਵੀਰ ਸਿੰਘ ਲਿਖਦੇ ਨੇ, ਕਹਿੰਦੇ ਮੈਂ ਰਹੀ ਵਾਸਤੇ ਘੱਟ, ਸਮੇਂ ਖਸਕਾਈ ਕੰਨੀ, ਮੈਂ ਫੜ ਫੜ ਰਹੀ ਧਰੀਕ, ਸਮੇਂ ਨੇ ਇੱਕ ਨਾ ਮੰਨੀ, ਉਹ ਫੜ ਸੰਭਲ ਸਮੇਂ ਨੂੰ ਅਡੰਦਾ ਜਾਣਦਾ, ਇਹ ਠਹਿਰ ਨਜਾਤ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਜਿਹੜਾ ਇਹ ਸਮਾਂ ਨਾ ਲੰਘ ਗਿਆ ਤੇ ਮੁੜ ਕੇ ਨਹੀਂ ਆਉਣਾ। ਇਹਦਾ ਮੈਂ ਤੁਹਾਡੇ ਕੋਲ ਆਪਣਾ ਇੱਕ ਨਿੱਜੀ ਜਿਹਾ ਤੁਹਾਨੂੰ ਸੁਝਾਅ ਦਿਆਂ, ਕਿਉਂਕਿ ਬਾਣੀ ਕਹਿੰਦੀ ਆਖਣ ਔਖਾ ਸਾਚਾ ਨਾਮ। ਬਾਣੀ 'ਚ ਪੜ੍ਹਦੇ ਹਾਂ, ਨਾਮ ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਨਾਮ ਜਪਣ ਦਾ ਮੌਕਾ ਤਜਰਬਾ ਕਰ ਲਿਆ ਜੇ, ਅੰਮ੍ਰਿਤ ਵੇਲੇ ਆਪਾਂ ਨੂੰ ਨੀਂਦ ਆ ਜਾਂਦੀ ਹੈ। ਸਾਰੀ ਰਾਤ ਗੱਲਾਂ ਕਰੀ ਜਾਓ, ਥੋੜੀ ਨੀਂਦ ਆ ਜਾਂਦੀ। ਇਹਦਾ ਇੱਕ ਦੇਸੀ ਜਿਹਾ ਫਾਰਮੂਲਾ ਜੇ, ਤੁਸੀਂ ਇੱਕ ਤਰੀਕਾ ਬਣਾ ਲਿਓ ਵੀ ਜੇ ਰੋਟੀ ਖਾਣੀ ਤੇ ਉਦੋਂ 5 ਵੇਰਾ ਮੂਲ ਮੰਤਰ, ਇਹ ਨਾ 5 ਵੇਰਾ ਕੋਈ ਜ਼ਰੂਰੀ ਨਹੀਂ ਵੀ 5 ਵੇਰੇ ਪੜ੍ਹਨਾ, ਤੁਸੀਂ 50 ਵੇਰਾ ਪੜ੍ਹ ਲਓ। ਇਹ ਮਨ ਸਾਡਾ ਢੀਠ ਬੜਾ ਹੈ। ਤੇ ਜਿਵੇਂ ਬੀਬੀਆਂ ਬੱਚੇ ਨੂੰ ਦਵਾਈ ਦਿੰਦੀਆਂ ਨੇ ਤੇ ਨਾਲ ਮਿੱਠੀ, ਪਹਿਲਾਂ ਗੋਲੀਆਂ ਦੀਆਂ ਮਿੱਠੀ ਗੋਲੀ ਖਾ ਲਾ, ਟੌਫੀ ਤੇ ਨਾਲ ਦਵਾਈ ਦੇ ਦਿੰਦੀਆਂ। ਇਸੇ ਪ੍ਰਕਾਰ ਸਾਡਾ ਮਨ ਜਿਹੜਾ ਇਹੋ ਜਿਹਾ, ਇਹਨੂੰ ਬਾਣੀ 'ਚ ਖੋਤਾ ਕਰਕੇ ਲਿਖਿਆ, ਮਨ ਖੁੱਟ ਹਰ ਤੇਰਾ ਨਹੀਂ ਬਸਾਸ, ਤੂੰ ਮਾਂ ਉਦਮਾਦਾ, ਖਰਕਾ ਪੈਕਰ ਤੌ ਛੁੱਟੇ ਜੋ ਉੱਪਰ ਲਾਦਾ। ਖੁੱਟਰ ਦਾ ਅਰਥ ਖੋਤਾ। ਇਹ ਖੋਤਿਆ ਮਨਾ, ਜਿਵੇਂ ਭਾਰ ਲੱਦ ਕੇ ਤੇ ਖੋਤਾ ਤੋਰੀਦਾ ਨਾ, ਇਸੇ ਤਰ੍ਹਾਂ ਇਸ ਖੋਤੇ ਮਨ ਨੂੰ ਸਮਝਾਉਣ ਲਈ ਜੇ ਰੋਟੀ ਖਾਣ ਲੱਗੇ ਤੇ ਉਦੋਂ ਪੜ੍ਹ ਲਿਆ ਕਰੋ 5 ਵੇਰਾ ਮੂਲ ਮੰਤਰ, ਜੇ ਪਾਣੀ ਪੀਣ ਲੱਗੇ ਉਦੋਂ 5 ਵੇਰਾ ਪੜ੍ਹ ਲਿਆ ਮੂਲ ਮੰਤਰ, ਜੇ ਕਾਕੇ ਨੂੰ ਸਕੂਲੇ ਛੱਡਣਗੇ ਤੇ ਉਦੋਂ ਪੜ੍ਹ ਲਿਆ। ਇਸ ਬਹਾਨੇ ਦੇ ਨਾਲ ਕੰਮ ਤੋਂ ਕੰਮ ਜੇ ਆਪਾਂ 50 ਵੇਰਾ ਪੜ੍ਹ ਲਿਆ ਤੇ ਸਾਡਾ ਖਾਤਾ ਤਾਂ ਖੁੱਲ੍ਹ ਜਾਏਗਾ ਨਾ। ਅਪਰਾਲਾ ਕਰਿਆ। ਸੋ ਮੇਰੇ ਪਾਤਸ਼ਾਹ ਕਹਿੰਦੇ, ਗੁਰਮੁਖਾ ਇਹ ਜ਼ਿੰਦਗੀ ਦੀ ਰਾਤ ਲੰਘ ਗਈ ਨਾ, ਮੁੜ ਕੇ ਪਛਤਾਵਾ ਰਹਿ ਜਾਣਾ। ਇੱਕ ਹੋਰ ਉਦਾਹਰਨ ਚੇਤੇ ਆ ਗਈ। ਆਪਾਂ ਜਿੰਨੇ ਵੀ ਬਾਈ ਭਾਈ ਬੈਠੇ ਆ, ਧਿਆਨ ਕਰਿਆ ਜੇ, ਜਦੋਂ ਧੌਲੇ ਆਉਣੇ ਸ਼ੁਰੂ ਹੁੰਦੇ ਨੇ, ਪਹਿਲਾਂ ਪੁਰਪੜੀਆਂ ਤੇ ਆਉਂਦੇ ਨੇ ਕੰਨਾਂ ਕੋਲ। ਭਾਵੇਂ ਭੈਣਾਂ ਨੇ ਭਾਵੇਂ ਵੀਰ ਨੇ, ਖਿਆਲ ਕਰਿਆ ਜੇ, ਜਿਨ੍ਹਾਂ ਨੂੰ ਆਏ ਨੇ ਉਹ ਚੇਤੇ ਕਰਨ ਤੇ ਜਿਨ੍ਹਾਂ ਨੂੰ ਨਹੀਂ ਆਏ ਉਹ ਚੇਤੇ ਰੱਖਣ। ਇੱਥੇ ਪੁਰਪੜੀਆਂ ਦੇ ਧੌਲੇ ਆਉਂਦੇ ਨੇ, ਇਹਦਾ ਮਤਲਬ ਕੀ ਹੈ? ਇਹਨਾਂ ਧੌਲਿਆਂ ਨੂੰ ਗੁਰਬਾਣੀ 'ਚ ਲਿਖਿਆ, ਦੂੜਾ ਆਇਓ ਏ ਜਮੇ ਤਣਾ। ਇਹਦਾ ਅਰਥ ਹੈ ਵੀ ਪਿਆਰਿਆ, ਜਿਹੜੇ ਪੁਰਪੜੀ ਤੇ ਧੌਲੇ ਆਏ ਨਾ, ਇਹ ਰੱਬ ਦਾ ਟੈਲੀਫੋਨ ਆਇਆ, ਕਿਉਂਕਿ ਆਪਾਂ ਕੰਨ ਨਾਲ ਜੀ ਸੁਣਦੇ, ਕੰਨ ਕੋਲ ਧੌਲੇ ਤਾਂ ਆਉਂਦੇ ਵੀ ਰੱਬ ਸਾਨੂੰ ਸੁਣਾਉਂਦਾ ਵੀ ਮਿੱਤਰਾ ਕੰਨ ਕਰਕੇ ਸੁਣ ਲਾ। ਰੱਬ ਸਾਨੂੰ ਇਹ ਧੌਲੇ ਭੇਜ ਕੇ ਸੁਨੇਹਾ ਦਿੰਦਾ, ਮਿੱਤਰਾ ਜੰਮਦਾ ਦੂਤ ਆਉਣ ਵਾਲਾ ਤੇ ਤਿਆਰੀ ਕਰ, ਆਪਣਾ ਬੈਗ ਬੰਨ ਲਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ, ਜ਼ਿੰਦਗੀ ਦੀ ਰਾਤ ਲੰਘ ਗਈ ਨਾ, ਮੁੜ ਕੇ ਪਛਤਾਵਾ ਪਵੇਗਾ। ਜਿਨ ਕੋ ਸਾਧੂ ਭੇਟ ਗਏ ਸੋ ਦਰਗੇ ਹੋਏ ਖਲਾਸ। ਜਿਨ੍ਹਾਂ ਦੀ ਕਿਸੇ ਪੂਰਨ ਮਹਾਂਪੁਰਸ਼ ਦੇ ਨਾਲ ਸੰਗਤ ਹੋ ਗਈ ਨਾ, ਉਹ ਮੁਕਤ ਹੋ ਗਏ। ਮੈਂ ਸੰਤ ਬਾਬਾ ਜਰਨੈਲ ਸਿੰਘ ਤੇ ਬਾਬਾ ਕਰਤਾਰ ਸਿੰਘ, ਸੰਤ ਗਿਆਨੀ ਬਰਜਨ ਸਿੰਘ ਖਾਲਸਾ, ਬਾਬਾ ਠਾਕਰ ਸਿੰਘ ਦੀ ਸੰਮਤ ਕੀਤੀ। ਮੈਂ ਤੁਹਾਨੂੰ ਆਪਣੀ ਹੱਡ ਵੀ ਸੁਣਾਉਣ ਲੱਗਾ ਵੀ ਰੱਬ ਦੇ ਪਿਆਰੇ ਕੀ ਕਰਦੇ। ਸੰਤ ਬਾਬਾ ਜਰਨੈਲ ਸਿੰਘ ਨਾਨਕ ਨਿਵਾਸ ਦੇ ਉੱਪਰ ਪਾਸੇ ਇਕੱਲੇ ਲੇਟੇ, ਅੰਮ੍ਰਿਤ ਵੇਲਾ ਤੇ ਮੈਂ ਗਿਆ ਤੇ ਮੈਂ ਉਹਨਾਂ ਨੂੰ ਉਮਰ ਕਰਕੇ ਸਾਲ ਛੋਟਾ ਤੇ ਗੁਣਾ ਕਰਕੇ ਤਾਂ ਮੈਂ ਉਹਨਾਂ ਨੂੰ ਬਹੁਤ ਛੋਟਾ।
ਮੈਨੂੰ ਕਹਿਣ ਲੱਗੋ ਤੇਰਾ ਭਲਾ ਹੋ ਜਾਏ, ਸਾਰੇ ਸਿੰਘ ਵਿਆਹ ਸਾਡਾ ਗਿਆਨੀ ਵਿਆਹ ਵਾਲਾ ਰਹਿ ਗਿਆ। ਮੈਂ ਕਿਹਾ ਜੀ ਮੈਂ ਵਿਆਹ ਨਹੀਂ ਕਰਾਉਣਾ। ਕਿ ਕੀ ਗੱਲ? ਮੈਂ ਕਿਹਾ ਜੀ ਜਿਹੜੀ ਆਪਾਂ ਬੀਬੀ ਲਿਆਵਾਂਗੇ ਉਹਦੀਆਂ ਲੋੜਾਂ ਕੌਣ ਪੂਰੀਆਂ ਕਰੇਗਾ? ਮੈਂ ਕਿਹਾ ਨਿਕੰਮਾ ਬੰਦਾ ਘਰ ਵਿੱਚ, ਮੈਂ ਤਾਂ ਕੰਮ ਕੀਤਾ ਕਦੇ ਕੱਖ ਨਹੀਂ, ਤੇ ਜੇ ਬੀਬੀ ਆਪਾਂ ਲਿਆਂਦੀ ਤੇ ਆਖਰਕਾਰ ਉਹਦੀ ਜ਼ਿੰਮੇਵਾਰੀ ਤਾਂ ਆਪਣੀ ਹੈ। ਤੇ ਮੈਨੂੰ ਕਹਿਣ ਲੱਗੇ ਜੇ ਜ਼ਿੰਮੇਵਾਰੀ ਮੈਂ ਚੁੱਕ ਲਾਂ। ਮੈਂ ਇੱਕਦਮ ਕੰਨ ਚੁੱਕ ਲਏ। ਮੈਂ ਕਿਹਾ ਜੀ ਤੁਸੀਂ ਵਿਆਹ ਮੇਰਾ ਕਰਨਾ ਤੇ ਜ਼ਿੰਮੇਵਾਰੀ ਤੁਹਾਡੀ। ਕਹਿਣ ਲੱਗੇ ਮੈਂ ਤੇਰੇ ਨਾਲ ਵਾਅਦਾ ਕਰਦਾ, ਛਾਤੀ ਤੇ ਹੱਥ ਮਾਰ ਕੇ, ਰੱਬ ਦਾ ਪਤਾ ਨਹੀਂ ਮੇਰੇ ਕੋਈ ਕਰਮ ਚੰਗੇ, ਛਾਤੀ ਤੇ ਹੱਥ ਮਾਰ ਕੇ ਕਹਿਣ ਲੱਗੇ ਤੂੰ ਗੁਰੂ ਦੀ ਕਥਾ ਕਰਿਆ ਕਰ, ਸਾਰਾ ਕੋਈ ਤੈਨੂੰ ਆਪਣੇ ਆਪ ਮਿਲ ਜਾਏਗਾ, ਮੈਂ ਤੇਰਾ ਜਾਮ ਨਹੀਂ। ਹੁਣ ਕਿਵੇਂ? ਮੈਂ ਕਿਹਾ ਜੀ ਮੈਨੂੰ ਮਾੜਾ, ਨਾਲੇ ਵਿਆਹ ਦੇ ਨਾਲੇ ਪੈਸੇ। ਮੈਂ ਕਿਹਾ ਜੀ ਮੈਨੂੰ ਮਨਜ਼ੂਰ ਹੈ। ਔਰ ਉਹਨਾਂ ਨੇ ਮੇਰਾ ਇਹ ਆਨੰਦ ਕਾਰਜ ਕੀਤਾ। ਕਹਿਣ ਤੋਂ ਭਾਵ ਹੈ ਵੀ ਰੱਬ ਦੇ ਪਿਆਰਿਆਂ ਕੋਲ ਇੰਨੀ ਤਾਕਤ ਹੈ ਵੀ ਬੂਹੇ ਖੋਲ ਦਿੰਦੇ ਹਨ। ਆ ਮੈਂ ਕਥਾ ਕਰਦਾ, ਤੁਸੀਂ ਗੱਲ ਕਰਿਆ ਜੇ, ਮੇਰੀ ਜ਼ਬਾਨ ਅੜਦੀ, ਮੈਥੋਂ ਬੋਲਿਆ ਨਹੀਂ ਜਾਂਦਾ। ਜਥਾ ਖਡੂਰ ਸਾਹਿਬ ਗਿਆ ਤੇ ਮੈਨੂੰ ਕਹਿੰਦੇ ਕਥਾ ਕਰ, ਮੁੜ ਕੇ ਭਾਈ ਜਰਨੈਲ ਸਿੰਘ ਕਰੇਗਾ। ਮੈਂ ਕਿਹਾ ਜੀ ਮੇਰੀ ਜ਼ਬਾਨ ਅੜਦੀ, ਬੋਲਿਆ ਨਹੀਂ ਜਾਂਦਾ। ਗੁਰੂ ਅੰਗਦ ਸਾਹਿਬ ਦੇ ਅੱਗੇ ਸੰਤ ਕਰਤਾਰ ਸਿੰਘ ਨੇ ਅਰਦਾਸ ਕੀਤੀ ਵੀ ਮਹਾਰਾਜ ਇਹ ਸਾਡਾ ਧੀ ਪੁੱਤ ਬੱਚਾ ਹੈ, ਇਹਨੇ ਬਾਣੀ ਦੀ ਕਥਾ ਕਰਨੀ, ਇਹਨੇ ਕੋਈ ਮਾੜਾ ਕੰਮ ਕਰਨਾ ਤੇ ਕਰਦੇ ਕਿਰਪਾ। ਇਹਨਾਂ ਕਹੇ ਅਰਦਾਸ ਕਰਕੇ ਤੇ ਮੈਨੂੰ ਕਹਿੰਦੇ ਜਾ ਪੁੱਤਰਾ ਹੁਣ ਤੈਨੂੰ ਪੜ੍ਹਨ ਦੀ ਲੋੜ ਨਹੀਂ, ਸਾਰਾ ਕੁਝ ਤੈਨੂੰ ਆਪਣੇ ਆਪ ਹੀ ਆ ਜਾਏਗਾ। ਕਹਿਣ ਦਾ ਭਾਵ ਪੂਰੇ ਸਾਧੂ ਮਿਲਦੇ ਨਹੀਂ, ਜੇ ਮਿਲਣ ਤੇ ਗੁਰਮੁਖੋ ਤਕਦੀਰ ਬਦਲ ਜਾਂਦੀ ਹੈ। ਤੇ ਸਾਧ ਉਹ ਨੇ, ਇਹ ਨਹੀਂ ਕਿ ਸਾਧ ਕਿਸੇ ਲਿਬਾਸ ਦਾ ਨਾਂ ਹੈ ਜਾਂ ਮੈਂ ਕਿਸੇ ਦਾ ਕੋਈ ਚਮਚਾ ਕਰਕੇ ਤਾਂ ਗੱਲ ਕੀਤੀ ਹੈ। ਭਾਈ ਗੁਰਦਾਸ ਕਹਿੰਦੇ ਗੁਰਮੁਖ ਸਾਧ 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 ਸਦਾਇਆ, ਜਿਨ੍ਹਾਂ ਨੇ ਨਾਂ ਸਾਧੇ ਜਾਣ ਵਾਲੇ ਮਨ ਨੂੰ ਸਾਧ ਲਿਆ ਨਾ ਉਹਨੂੰ ਸਾਧ ਕਹਿੰਦੇ ਜੇ। ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਨ੍ਹਾਂ ਦੀ ਪਰਮੇਸ਼ਰ ਦੇ ਪਿਆਰੇ ਨਾਲ ਸੰਗਤ ਹੋ ਗਈ ਨਾ, ਦਰਗੇ ਹੋਏ ਖਲਾਸ, ਉਹ ਵਾਹਿਗੁਰੂ ਦਰਗਾਹ ਵਿੱਚ ਖਲਾਸ ਮੁਕਤ ਹੋ ਜਾਂਦੇ ਹਨ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਇਸ ਪੰਕਤੀ ਵਿੱਚ ਅਰਦਾਸ ਬੇਨਤੀ ਦਾ ਆਪਾਂ ਨੂੰ ਜਾਚ ਦੱਸੀਏ। ਅਸੀਂ ਅਰਦਾਸ ਕਰੀਏ ਵਾਹਿਗੁਰੂ ਅੱਗੇ, ਹੈ ਵਾਹਿਗੁਰੂ ਮੈਨੂੰ ਤੇਰੇ ਦਰਸ਼ਨਾਂ ਦੀ ਪਿਆਸ ਲੱਗੀ ਰਹਿ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ, ਤ੍ਰਿਖਾ ਨ ਉਤਰੇ ਸਾਤ ਨਾਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ, ਹਉ ਘੋਲੀ ਜੀਓ ਘੋਲ ਘੁਮਾਈ, ਗੁਰ ਦਰਸ਼ਨ ਸੰਤ ਪਿਆਰੇ ਜੀਓ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਹੇ ਵਾਹਿਗੁਰੂ ਤੇਰੇ ਤੋਂ ਬਿਨਾਂ ਕੋਈ ਦੂਜਾ ਹੈ ਹੀ ਕੋਈ ਨਹੀਂ, ਮੈਂ ਤਾਂ ਕੇਵਲ ਤੇਰੇ ਅੱਗੇ ਤਰਲਾ ਹੀ ਕਰ ਸਕਦਾ ਹਾਂ, ਤੇਰੇ ਅੱਗੇ ਹਾੜਾ ਹੀ ਕੱਢ ਸਕਦਾ ਹਾਂ। ਪ੍ਰਭ ਤੁਧ ਬਿਨ ਦੂਜਾ ਕੋਈ ਨਹੀਂ। ਜੇ ਆਪਾਂ ਪ੍ਰਭੂ ਅੱਗੇ ਅਰਦਾਸ ਕਰਾਂਗੇ ਤੇ ਹੋਵੇਗਾ ਕੀ? ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁੱਖ ਬਿਨਸੇ ਸੁਖ ਪਾਇਆ। ਵਾਹਿਗੁਰੂ ਦੀ ਸ਼ਰਨ ਵਿੱਚ ਆਉਣ ਦੇ ਨਾਲ ਸਾਰੇ ਦੇ ਸਾਰੇ ਦੁੱਖ ਨਿਵਰਤ ਹੋ ਗਏ, ਸਾਰੇ ਡਰ ਚਲੇ ਗਏ, ਦੁੱਖ ਬਿਨਸੇ ਸੁਖ ਪਾਇਆ। ਦੁੱਖ ਨਾਸ ਹੋ ਗਏ ਤੇ ਸੁੱਖਾਂ ਦੀ ਪ੍ਰਾਪਤੀ ਹੋ ਗਈ। ਇਹ ਪਰਮੇਸ਼ਰ ਦੀ ਸ਼ਰਨ ਵਿੱਚ ਆਉਣ ਦੀ ਤਾਕਤ ਹੈ। ਮੇਰੇ ਪਾਤਸ਼ਾਹ ਕਹਿੰਦੇ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ ਅਸਾੜ ਸੁਹੰਦਾ ਤਿਸ ਲੱਗੇ, ਜਿਸ ਮਨ ਹਰ ਚਰਨ ਨਿਵਾਸ। ਜਿਨ੍ਹਾਂ ਦੇ ਮਨ ਵਿੱਚ ਹਰੀ ਦੇ ਚਰਨਾਂ ਦਾ ਨਿਵਾਸ ਹੈ ਨਾ, ਇਹ ਸਾੜਦਾ। ਮੈਨੂੰ ਗੁਰਦੇਵ ਕਹਿੰਦੇ ਨੇ ਗੁਰਮੁਖੋ ਇਹ ਮਾੜਾ ਨਹੀਂ, ਸਾਰੇ ਲਈ ਚੰਗਾ, ਪਰ ਕਿਹਨਾਂ ਲਈ ਚੰਗਾ? ਜਿਹੜੇ ਪਰਮੇਸ਼ਰ ਦੇ ਨਾਮ ਨਾਲ ਜੁੜ ਗਏ। ਹੁਣ ਗੁਰੂ ਅਰਜਨ ਸੱਚੇ ਪਾਤਸ਼ਾਹ ਦਾ ਪਰਬ ਹੈ ਤੇ ਮੈਂ ਇੱਕ ਸਾਖੀ ਸੁਣਾ ਕੇ ਸਮਾਪਤੀ ਕਰਾਂ। ਤੁਸੀਂ ਕਹਿਣਾ ਵੀ ਪਤਾ ਨਹੀਂ ਗਿਆਨੀ ਜੀ ਤਿਆਰੀ ਵੀ ਕਰਕੇ ਆਏ ਤੇ ਤਾਂ ਉਹਨਾਂ ਨੇ ਛੇਵੇਂ ਪਾਤਸ਼ਾਹ ਦਾ ਪ੍ਰਸੰਗ ਨਹੀਂ ਸੁਣਾ, ਹੋ ਸਕਦਾ ਤਿਆਰੀਆਂ ਕਰਕੇ ਤਾਂ ਭੁੱਲ ਗਏ ਨੇ। ਇਸ ਕਰਕੇ ਮੈਂ ਡਿਊਟੀ ਦੇ ਮੁਤਾਬਕ ਛੇਵੇਂ ਪਾਤਸ਼ਾਹ ਦਾ ਇੱਕ ਇਤਿਹਾਸ ਸਾਂਝਾ ਕਰਾਂ। ਗੁਰੂ ਅਰਜਨ ਸੱਚੇ ਪਾਤਸ਼ਾਹ ਆਗਰੇ ਗਏ ਹਨ। ਹਿੰਦੁਸਤਾਨ ਦਾ ਬਾਦਸ਼ਾਹ ਜਹਾਂਗੀਰ ਕਹਿਣ ਲੱਗਾ ਜੀ ਤੁਹਾਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਨੇ? ਕਹਿੰਦੇ ਭਾਈ ਜੇ ਮੈਂ ਕਹਿੰਦਾ ਤੇ ਮੈਨੂੰ ਪੁੱਛ, ਜਿਹੜੇ ਕਹਿੰਦੇ ਉਹਨੂੰ ਪੁੱਛ ਵੀ ਕਿਉਂ ਕਹਿੰਦੇ? ਮੈਂ ਨਾ ਮੈਨੂੰ ਕਹੋ। ਭਾਣਾ ਵਰਤਿਆ, ਉੱਥੇ ਗਰੀਬ ਸਿੱਖ ਸੀ, ਘਾਹ ਖੋਦ ਕੇ ਗੁਜ਼ਾਰਾ ਕਰਦਾ ਹੈ। ਉਹਨੂੰ ਪਤਾ ਲੱਗਾ ਕਿ ਗੁਰੂ ਅਰਜਨ ਸੱਚੇ ਪਾਤਸ਼ਾਹ ਨੇ ਤੇ ਆਪਣੇ ਘਰ ਵਾਲੀ ਨੂੰ ਕਹਿਣ ਲੱਗਾ ਕਿ ਅੱਜ ਮੈਂ ਪਹਿਲਾਂ ਉੱਠਣਾ ਹੈ। ਅੱਗੇ ਨਾਲੋਂ ਪਹਿਲਾਂ ਉੱਠਿਆ। ਉਹਨੇ ਘਾਹ ਦੀਆਂ ਦੋ ਪੰਡਾਂ ਵਿਚਾਰੇ ਨੇ ਖੋਦੀਆਂ। ਮੰਡੀ ਵਿੱਚ ਜਾ ਕਰਕੇ ਉਹਨੇ ਦੋਵੇਂ ਪੰਡਾਂ ਵੇਚੀਆਂ, 2 ਟਕੇ ਵੱਟੇ। ਇਹ ਜੋ ਲਿਖਿਆ ਇਤਿਹਾਸ ਕੱਲ ਹੈ, ਇਤਿਹਾਸ ਵਿੱਚ ਦਰਜ। 2 ਟਕਿਆਂ ਦੀ ਉਹਨੇ ਘਾਹ 2 ਟਕੇ ਵੱਟੇ। ਇੱਕ ਆਪਣੀ ਧਰਮ ਪਤਨੀ ਨੂੰ ਦੇ ਕਹਿਣ ਲੱਗਾ ਵੀ ਇਹ ਭਾਗਾਂ ਵਾਲੀ ਬੱਚਿਆਂ ਦੀ ਰੋਟੀ ਦਾ ਆਰ ਪਾਰ ਕਰ, ਇੱਕ ਟਕੇ ਦੇ ਨਾਲ ਮੈਂ ਪ੍ਰਲੋਕ ਸਵਾਰ ਲਾਂ। ਇਹ ਸਾਡਾ ਗੁਰੂ ਅਰਜਨ ਸੱਚੇ ਪਾਤਸ਼ਾਹ ਜੇ, ਐਵੇਂ ਨਹੀਂ ਭਾਰੀ ਗੁਰੂ ਕਹਿੰਦੇ। ਬਾਦਸ਼ਾਹ ਦੇ ਤੰਬੂ ਵਿੱਚ ਗਿਆ, ਮੁਲਾਜ਼ਮ ਨੂੰ ਪੁੱਛਿਆ ਵੀ ਮੈਂ ਸੱਚੇ ਪਾਤਸ਼ਾਹ ਨੂੰ ਮਿਲਣਾ। ਉਹਨੂੰ ਕੀ ਪਤਾ ਸੱਚਾ ਪਾਤਸ਼ਾਹ ਕੌਣ ਹੈ? ਉਹ ਕਹਿਣ ਲੱਗਾ ਇਹ ਤੰਬੂ 'ਚ ਹੈ। ਜਦੋਂ ਜਾ ਕੇ ਵੇਖਿਆ ਜਹਾਂਗੀਰ ਬੈਠਾ ਤੇ ਮੱਥਾ ਟੇਕਿਆ
ਉਹਨੇ ਵੇਖਿਆ ਪਾਟੇ ਜੇ ਕੱਪੜੇ ਮੈਲੇ ਜੇ, ਕਹਿਣ ਲੱਗਾ ਭਾਈ ਕਿਵੇਂ ਆ? ਕਹਿਣ ਲੱਗਾ ਜੀ ਮੇਰਾ ਲੋਕ ਪੱਲੋਂ ਸਵਾਰ ਦਿਓ। ਕਹਿਣ ਲੱਗਾ ਮੈਂ ਨਹੀਂ ਇੰਨੇ ਜੋਗਾ। ਜਹਾਂਗੀਰ ਵੀ ਚੰਗਾ ਰਿਹਾ, ਕਹਿਣ ਲੱਗਾ ਮੈਂ ਨਹੀਂ ਇੰਨੇ ਜੋਗਾ, 2 ਪਿੰਡ ਦੇ ਦਿਆਂਗਾ ਤੈਨੂੰ, 2 ਪਿੰਡ ਤੂੰ ਟਕਾ ਦਿੱਤਾ ਨਾ ਮੈਨੂੰ, 2 ਪਿੰਡ ਦੇ ਦਿਆਂਗਾ। ਕਹਿਣ ਲੱਗਾ ਇਹ 2 ਪਿੰਡ ਆਪਣੇ ਕੋਲ ਰੱਖ। ਬਾਦਸ਼ਾਹ ਰਾਮ ਨੇ ਵੀ ਕਿਹੋ ਜਿਹਾ ਬੰਦਾ ਹੈ, ਇੰਨਾ ਬੇਪਰਵਾਹ। ਕਿਉਂਕਿ ਬੇਪਰਵਾਹ ਸਦਾ ਰੰਗ ਹਰ ਕੇ ਜਾਂ ਕੋ ਪਾਗ ਸੁਆਮੀ, परवाह ना ही किसे केरी, बात सच्चे ना ही गुरु का सिख हो जाए। उन्हें टका चुक लिया, अगे अगे सिख के पिछे पिछे बादशाह। जदों वो गुरु अर्जन सच्चे पातशाह के अगे टका उन्हें मत्था टेकिया ना, ते गुरु अर्जन सच्चे पातशाह ने आख्या सिखा निहाल निहाल निहाल। ते जहांगीर एकदम गुरु के चरणों से डिगन लगा। मैनू अज पता लगा तेन सच्चा पातशाह क्यों कहते हैं, अज पता लगा ही। एक टके दे नाल लोग पलोग सवार करता ही। बाणी कहती कृपा कटाख अवलोकन कीनो, दास का दुख बधारियो। एक होर निक्की जी साग कह के समाप्ति करा। एक आकल नाम का सिख वो कर बेटी जमी, उसका नाम सूरती है, विआह होया उहदा। एहो महीने सन गर्मी दे, धी दी डोली नूं तोरिया ते पिता ने अरदास की मालका गुरु अर्जन सच्चे पातशाह मैं धी नूं जन्म दा दिता पर कर्म तू देने ने। मैं बाप हाँ, मेरे राही जन्मता धी दा पर कर्म तू बदलने ने। ਉਹਦਾ ਕਾਰਨ ਨੂੰ ਸ਼ੱਕ ਪੈ ਗਿਆ ਕਿ ਉਹਦੇ ਜਿਹੜੇ ਕੁੜਮ ਸਨ ਉਹ ਸਖੀ ਸਰਵਰ ਨੂੰ ਮੰਨਦੇ ਸਨ। ਜਿਹੋ ਜਿਹਾ ਪਿਓ ਹੋ ਜੀ ਧੀ ਨੇ ਬਾਣੀ ਪੜ੍ਹਨੀ ਸ਼ੁਰੂ ਕਰ ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ। ਅੱਗੇ ਡੋਲੀ ਨਗਰ ਆਉਂਦਾ ਸੀ, ਉਦੋਂ ਅੱਜ ਕੱਲ੍ਹ ਸਾਧਨ ਨਹੀਂ ਸੀ। ਡੋਲੀ ਬੰਦੇ ਚੁੱਕਦੇ ਸੀ, ਇਹਨੂੰ ਕਹਿੰਦੇ ਨੇ ਆਪਣੇ ਪੰਜਾਬੀ 'ਚ ਕਹਿੰਦੇ ਨੇ ਕਹਾਰ, ਤੇ ਅੰਗਰੇਜ਼ੀ ਵਿੱਚ ਕਹਿੰਦੇ ਨੇ ਪਲੈਂਕ ਨੂੰ ਬੀਅਰ। ਜਿਹੜੀ ਆਪਾਂ ਡੋਲੀ ਚੁੱਕਦੇ ਆ ਨਾ, ਇਹਨੂੰ ਪੰਜਾਬੀ 'ਚ ਕਹਿੰਦੇ ਨੇ ਪਾਲਕੀ, ਚੁੱਕਣ ਵਾਲੇ ਨੂੰ ਕਹਿੰਦੇ ਨੇ ਕਹਾਰ, ਤੇ ਅੰਗਰੇਜ਼ੀ ਵਿੱਚ ਉਹਨੂੰ ਕਹਿੰਦੇ ਨੇ ਪਲੈਂਕਨ ਬੀਅਰ। ਇਹ ਮੈਂ 12ਵੀਂ ਜਮਾਤ ਪੜ੍ਹਿਆ ਖਾਲਸਾ ਕਾਲਜ। ਉਹ ਜਦੋਂ ਉੱਥੇ ਗਏ ਤੇ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ, ਤੇ ਬੀਬੀ ਕਹਿਣ ਲੱਗੀ ਤਾਇਆ ਮੰਮੀ ਤੁਹਾਡੀ ਧੀ ਆ, ਤੇ ਗੁਰੂ ਪਾਤਸ਼ਾਹ ਦਰਬਾਰ ਲੱਗਾ, ਆਪਾਂ ਮੱਥਾ ਨਾ ਟੇਕ ਲਈਏ, ਆਪਣਾ ਲੋਕ ਬੋਲੋ ਸੌ ਜਾਏਗਾ। ਆਸਾ ਦਾ ਵਾਰ ਦਾ ਕੀਰਤਨ ਹੋ ਰਿਹਾ ਸੀ। ਬਲਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਣ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ ਮਹੱਲਾ ਦੂਜਾ। ਜੇ ਸੋ ਚੰਦਾ ਉਗਵੇ ਸੂਰ ਚੜੇ ਹਜ਼ਾਰ, ਏਤੇ ਚੰਨ ਹੁੰਦਿਆਂ ਗੁਰਬਿਨ ਕੋਰ ਅੰਧਾਰ। ਬੀਬੀ ਨੇ ਮੱਥਾ ਟੇਕਿਆ ਤੇ ਪੁੱਬਾਂ ਮਾਰ ਕੇ ਰੋਣ ਲੱਗ ਪਈ। ਗੁਰੂ ਅਰਜਨ ਸੱਚੇ ਪਾਤਸ਼ਾਹ ਨੇ ਆਵਾਜ਼ ਮਾਰੀ, ਸਿਰ ਪਰੋਸਿਆ, ਕਹਿਣ ਲੱਗੇ ਧੀਏ ਆਹ ਭਲਾ ਵੇੜਾ ਰੋਣ ਦਾ, ਆਹ ਤਾਂ ਵੇੜਾ ਅੰਮ੍ਰਿਤ ਵੇੜਾ, ਸੱਚ ਨੂੰ ਵਡਿਆਈ ਵਿਚਾਰ, ਤੂੰ ਰੋਈ ਜਾਂਦੀ ਹੈ। ਬੀਬੀ ਦਾ ਮਨ ਭਰਿਆ, ਕਹਿਣ ਲੱਗੀ ਮਹਾਰਾਜ ਮੇਰੇ ਕੋਈ ਪੁਰਬਲੇ ਕਰਮ ਮਾੜੇ, ਮੈਂ ਸਖੀ ਸਰਦੀਆਂ ਦੀ ਵਿਆਹੀ ਗਿਆ, ਇਹ ਭੂਤਾਂ ਨੂੰ ਮੰਨਦੇ ਨੇ, ਇਹਨਾਂ ਦੇ ਕਰ ਕਬਰਾਂ ਨੇ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬੀਬੀ ਉਹ ਗੱਲਾਂ ਗਈਆਂ ਕਬਰਾਂ ਵਾਲੀਆਂ, ਤੇਰੀ ਕੁੱਖ ਤੋਂ ਬ੍ਰਹਮ ਗਿਆਨੀ ਪੁੱਤ ਨੇ ਜੰਮਣਾ, ਬ੍ਰਹਮ ਗਿਆਨੀ ਦੀ ਮਾਂ ਬਣਨਾ, ਤੇ ਤੂੰ ਰੋਣ ਲੱਗ ਪਈ। ਬ੍ਰਹਮ ਗਿਆਨੀ ਦੀ ਮਾਂ ਤਾਂ ਬੜੀ ਮਹਾਨ ਹੁੰਦੀ ਹੈ। ਅਜੇ ਸਹੁਰੇ ਨਹੀਂ ਗਈ ਤੇ ਗੁਰੂ ਨੇ ਵਿੱਚੇ ਵਰ ਦਿੱਤਾ ਵੀ ਤੂੰ ਬ੍ਰਹਮ ਗਿਆਨੀ ਦੀ ਮਾਂ। ਉਹਨੇ ਜਾ ਕੇ ਉਹਦੇ ਪਤੀ ਦਾ ਨਾਮ ਸੀ ਭਾਈ ਸਾਧੂ, ਉਹਨੇ ਜਾ ਕੇ ਕਬਰ ਢਾ ਦਿੱਤੀ। ਕਹਿਣ ਲੱਗੇ ਮੱਤ ਮਾਰੀ ਗਈ ਤੇਰੀ, ਕਬਰਾਂ ਢਾਉਣ ਲੱਗ। ਕਹਿਣ ਲੱਗਾ ਮੱਤ ਮਾਰੀ ਨਹੀਂ ਗਈ, ਮੱਤ ਹੋਣ ਆਈ ਹੈ। ਮੱਤ ਮਾਰੀ ਨਹੀਂ ਗਈ, ਮੱਤ ਹੋਣ ਆਈ ਹੈ, ਕਿਉਂਕਿ ਮੇਰੇ ਗੁਰੂ ਦੀ ਆਗਿਆ ਕਬਰਾਂ ਨੂੰ ਮੰਨਣ ਦੀ ਨਹੀਂ। ਪੁੱਤ ਹੋਇਆ, ਬੱਚੇ ਨੂੰ ਲੈ ਕੇ ਆਏ ਗੁਰੂ ਪਾਤਸ਼ਾਹ ਦੇ ਕੋਲ। ਮੈਂ ਹੈਰਾਨ ਨਾ ਵੀ ਬੱਚੇ ਦੇ ਕਿੰਨੇ ਕਰਮ ਚੰਗੇ ਹੋਣਗੇ। ਮਾਂ ਨੇ ਉਹ ਬੱਚਾ ਗੁਰੂ ਅਰਜਨ ਸੱਚੇ ਪਾਤਸ਼ਾਹ ਦੀ ਝੋਲੀ 'ਚ ਪਾ ਦਿੱਤਾ। ਗੁਰੂ ਅਰਜਨ ਸੱਚੇ ਪਾਤਸ਼ਾਹ ਨੇ ਬੱਚੇ ਦੇ ਮੱਥੇ ਤੇ ਹੱਥ ਫੇਰਿਆ। ਜਿਹਦੇ ਮੱਥੇ ਤੇ ਗੁਰੂ ਅਰਜਨ ਸੱਚੇ ਪਾਤਸ਼ਾਹ ਹੱਥ ਲਾਦਾ ਉਹ ਤਾਂ ਪੁੱਠੀਆਂ ਰੇਖਾਂ ਸਿੱਧੀਆਂ ਹੋ ਜਾਣਗੀਆਂ। ਕਹਿਣ ਲੱਗੇ ਧੀਏ ਰਾਣੀ ਬੜਾ ਸੋਹਣਾ, ਰੂਪ ਚੰਦ ਨਾਂ ਰੱਖਦੇ ਦਾ, ਰੂਪ ਚੰਦ ਰੱਖ ਦਿੱਤਾ। ਸਮਾਂ ਆਪਣੀ ਚਾਲ ਚੱਲਿਆ, ਕਿਉਂਕਿ ਗਰੀਬ ਸਿੱਖ ਸਨ। ਕਿਰਤੀ ਬਾਬਾ ਕਿਰਤੀਆਂ ਦਾ ਮਿੱਤਰ ਹੈ। ਲੱਕੜਾਂ ਕੱਟ ਕੇ ਵੇਚ ਕੇ ਗੁਜ਼ਾਰਾ ਕਰਨਾ। ਲੱਕੜਾਂ ਕੱਟਣ ਗਏ ਨੇ ਪਿਓ ਪੁੱਤ। ਜਿਹੜਾ ਕਾਕਾ ਉਹ ਜੀ 14 ਸਾਲਾਂ ਦਾ, ਦਾੜੀ ਨਹੀਂ ਆਈ। ਪਾਣੀ ਉਹਨੇ ਜੰਡ ਤੇ ਟੰਗਿਆ, ਤੇ ਪਿਓ ਕਹਿਣ ਲੱਗਾ ਪੁੱਤ ਪਾਣੀ ਲਾ, ਪਿਆਸ ਬੜੀ ਲੱਗੀ। ਉਹਨੇ ਪਾਣੀ ਲਾਇਆ। ਇੱਕ ਪੰਜਾਬੀ ਚ ਕਹਾਵਤ ਅਕਲ ਕਿਸੇ ਦੇ ਪਿਓ ਦੀ ਨਹੀਂ। ਆਪਾਂ ਕਈ ਵਾਰ ਆਪਣੇ ਬੱਚਿਆਂ ਨੂੰ ਟੋਕਦੇ ਨੇ ਨਾ, ਟੋਕਿਆ ਨਾ ਕਰੋ, ਹੋ ਸਕਦਾ ਕਿਸੇ ਮੌਕੇ ਸਾਡਾ ਬੱਚਾ ਵੀ ਠੀਕ ਹੋਵੇ। ਅਗਲ ਕਿਸੇ ਦੇ ਪਿਓ ਦੀ ਨਹੀਂ। ਪੁੱਤ ਨੇ ਜਦੋਂ ਪਾਣੀ ਲਾਇਆ ਤੇ ਆਪਣੇ ਹੱਥ ਤੇ ਪਾਇਆ, ਤੇ ਕਹਿਣ ਲੱਗਾ ਬਾਪੂ, ਕਹਿਣ ਲੱਗਾ ਦੱਸ ਪੁੱਤ। ਕਹਿੰਦਾ ਜੇ ਪਾਣੀ ਕਿਤੇ ਛੇਵੇਂ ਪਾਤਸ਼ਾਹ ਪੀ ਲੈਣ ਨਾ ਤੇ ਗੱਲ ਬਣ ਜਾ।
बाप कहने लगा पुत्रा किहो जिहियां भोलियां गल्लां करदा, भला छेवें पातशाह तेरा पानी पीण आ जाएगा। कहने लगा बापू मैनू तेरा तो पता नहीं, पर बेबे मैनू कई बार साखियां सुणाउंदी हुंदी बेबे अपनी। मेरी बेबे कहती सी भी गुरु नानक पातशाह बेबे नानकी ने चेते किया तो मदीने तो चल के आए रोटी खाण सुल्तानपुर। वो फिर हस के जिवें बुजुर्ग बच्चन टोकी जाते, कहने लगा बेबे कोल तां आया कि उसदी भैन लगदी सी बेबे नानकी, भैन कोल भरा आउंदे नहीं। वो कहने लगा बापू फिर वो कमलियां गल्लां। मैं ये भी सुनिया कि भगवान कृष्ण ने बिदर दा लूणा साग खाधा। मैं ये भी सुनिया कि रामचंद्र ने भीलने के बेर खाधे। सारियां साखियां मैनू बेबे सुणाउंदी, बेबे मेरी मां ते अपने कोल तां ना बेर ने ते ना साग है। मेरा मन कहंदा भी मेरा अपना बापू जरूर आएगा। कहने लगा चंगा पू तेरी मर्जी। उन्हें पानी टंग दिता। एक गल याद रखिया जे आपां सुणदे हां, विण बोलिया सब के जानदा किश आगे कीचे अरदास। जतर ततर दिशा विसा होए फैलियो अनुराग। उथों गुरु अर्जन सच्चे पातशाह 40 मील तो वध पैड़ा, 40 मील तो वध पैड़ा। गर्मी का मौसम, घोड़े ते काठी नहीं पाई, बिना काठी तो गुरु अर्जन सच्चे पातशाह घोड़े ते सवार होकर चले गए। उत्थे जिहड़े सिख सन वो मगर मगर विचारे, क्योंकि सलाह नहीं की किसी ने। आ गए उत्थे, कहने लगे प्यारिओ प्यास लगी कोई पानी पियाओ, घुट ते लगी है। ते प्यो कहने लगा पुत्रा आ गई जिन्हों याद करता सा, आ गई ला पानी। पुत ने पानी लाया ते गुरु अर्जन सच्चे पातशाह नूं कहने लगा, क्यों गुरु की बख्शिश सी ना, गुरु के बचनां नाल संसार में आया सी। कहने लगा मैं एक बेनती करा। गुरुदेव हस के कहने लगे छोटू गल खुल के कर पुत्रा रूपचंद, खुल के कर, क्यों संगदा। कहने लगा असीं गरीब जू होए। गुरु अर्जन सच्चे पातशाह महाराज दे बराग आया प्यार विच। कहने लगे गरीब ना कहीं, बोल की चाहना है। कहंदा जे कोई बेनती भी जे मैं पानी पी लिया झूठा हो जाएगा, जे तू पी लिया तो प्रसाद बन जाएगा। तू पी ले ना पहला प्रसाद बन जू, मैं पी लिया झूठा हो जाएगा। मेरे गुरुदेव ने पानी पीता। कहने लगा हुण पीवांगा। गुरु अर्जन सच्चे पातशाह ने जफ्फी पा के आख्या रूपचंदा तेरा कर मेरा कर, मेरा कर तेरा कर, अपना कर। गुरु का लंगर चलाई चल, तेन कोई घाटा नहीं आएगा, तेरे लंगर चों धुआं नहीं उठेगा। ये गल कुदरती तौर पर तुहाडे पिंड नाल मिल गई। तुहाडे पिंड च भी लंगर जाता है। गुरु अर्जन सच्चे पातशाह तुहाडे ते भी कृपा करन, जिवें भाई रूपचंद ते कृपा कीतियां सी वो पातशाह रहम तुहाडे ते वरसाउण, क्योंकि इत्थे भी उन्हां चरण पाए ने, इत्थों भी लंगर जाता है। ये हजूर के चरणों च अरदास बेनती है। गुरु अर्जन सच्चे पातशाह का कुटान कुटान धन्नवाद, जिन्होंने रहमत करके अपने पावन स्थान से मस्तक टेकन का सुभाग बख्शिया है। गुरु के संगतां का धन्नवाद। भुल्लां चुकां की माफ़ी। वाहिगुरू जी का खालसा, वाहिगुरू जी की फतेह।